ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋ ਗਏ ਜੀ। ਅੱਜ ਮੇਰੇ ਨਾਲ ਸਟੂਡੀਓ 'ਚ ਪਹੁੰਚੇ ਹੋਏ ਨੇ ਹਰਪ੍ਰਮਿੰਦਰਜੀਤ ਗਦਰੀ ਹਰੀ। ਪਿਛਲੇ ਦਿਨੀ ਅਸੀਂ ਕੋਈ ਦੋਸਤ ਇਕੱਠੇ ਹੋਏ ਸੀਗੇ। ਹਰਪ੍ਰਮਿੰਦਰ ਗਦਰੀ ਹਰੀ ਫਾਰਮਰ ਗਰੁੱਪ ਦੇ ਵਿੱਚ ਕਾਫੀ ਸਰਗਰਮ ਰਹੇ ਔਰ ਇੱਥੇ ਜਿੱਥੇ ਜਿੱਥੇ ਵੀ ਅਸੀਂ ਪੰਜਾਬੀ ਬੈਠੇ ਹਾਂ ਉੱਥੇ ਉੱਥੇ ਜਿਹੜਾ ਵੱਡਾ ਸੰਘਰਸ਼ ਕਿਸਾਨੀ ਦਾ ਲੜਿਆ ਗਿਆ। ਸਾਡੇ ਸਮਿਆਂ ਦਾ ਸ਼ਾਇਦ ਇਹ ਸਭ ਤੋਂ ਵੱਡਾ ਇੱਕ ਡੈਮੋਕ੍ਰੇਟਿਕ ਢੰਗ ਨਾਲ ਲੜਿਆ ਗਿਆ ਸੰਘਰਸ਼ ਸੀ, ਜਿਹਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਭਾਰਤ ਵਿੱਚ ਜਿਸ ਤਰ੍ਹਾਂ ਫਾਸ਼ੀਵਾਦ ਤਰ੍ਹਾਂ ਦੀ ਸਰਕਾਰ ਚੱਲ ਰਹੀ ਆ, ਉਹਨਾਂ ਦੇ ਏਜੰਡੇ ਦੇ ਉੱਤੇ ਕਦੀ ਵੀ ਇਹ ਨਹੀਂ ਹੋ ਸਕੇਗਾ ਕਿ ਕਿਸੇ ਅੰਦੋਲਨ ਦੇ ਦਬਾਅ ਦੇ ਹੇਠਾਂ ਆ ਕੇ ਉਹ ਜਿਹੜੇ ਇਹ ਕਾਨੂੰਨ ਬਣਾਏ ਨੇ ਜਾਂ ਜੋ ਜੋ ਮਨਮਰਜ਼ੀਆਂ ਕਰ ਰਹੇ ਨੇ, ਕਿਉਂਕਿ ਪੁਰਾਣਾ ਤਜਰਬਾ ਇਹ ਦੱਸ ਰਿਹਾ ਸੀਗਾ। ਪਰ ਲੋਕਾਂ ਦੇ ਏਕੇ ਨੇ ਅਤੇ ਲਗਾਤਾਰ ਜਿਹੜਾ ਸੰਘਰਸ਼ ਦੇ ਜਿਹੜੇ ਟੈਕਨੀਕ ਵਰਤੀਆਂ ਗਈਆਂ ਉਹਨੇ ਸਾਬਤ ਕਰ ਦਿੱਤਾ ਕਿ ਜਨ ਸਮੂਹ ਦੇ ਸਾਹਮਣੇ ਕੋਈ ਵੀ ਸਰਕਾਰ ਜਿਹੜੀ ਉਹ ਟਿਕ ਨਹੀਂ ਸਕਦੀ। ਵੈਸੇ ਤਾਂ ਕਿਹਾ ਜਾਂਦਾ ਹੈ ਕਿ ਬਗਾਵਤਾਂ ਉੱਥੇ ਹੁੰਦੀਆਂ ਨੇ ਜਿੱਥੇ ਡਿਕਟੇਟਰ ਹੋਣ, ਅਤੇ ਚੁਣੀਆਂ ਹੋਈਆਂ ਸਰਕਾਰਾਂ ਕਿਉਂਕਿ ਲੋਕਾਂ ਦਾ ਗੁੱਸਾ 2-4 ਸਾਲਾਂ ਬਾਅਦ ਨਿਕਲਦਾ ਰਹਿੰਦਾ, ਇਸ ਕਰਕੇ ਉੱਥੇ ਵੱਡੀ ਬਗਾਵਤ ਦੀ ਸੰਭਾਵਨਾ ਨਹੀਂ ਹੁੰਦੀ। ਇਹ ਗੱਲਾਂ ਬਾਤਾਂ ਕਰਾਂਗੇ ਆਪਾਂ ਗਦਰੀ ਹਰਾਂ ਨਾਲ। ਉਹਨਾਂ ਦਾ ਸਵਾਗਤ ਕਰ ਲਈਏ। ਪਹਿਲਾਂ ਹਰਪ੍ਰਮਿੰਦਰ ਤੁਹਾਡਾ ਸਵਾਗਤ ਜੀ ਆਇਆਂ ਨੂੰ। ਹਰਪ੍ਰਮਿੰਦਰ, ਸਾਡੇ ਸਮਿਆਂ ਦਾ ਮੇਰੇ ਖਿਆਲ ਸਭ ਤੋਂ ਵੱਡਾ ਸੰਘਰਸ਼, ਬਿਲਕੁਲ ਬੜੀ ਸੁਣਦੇ ਆਏ ਦੁਨੀਆ ਦੇ ਜਿਹੜੇ ਕ੍ਰਾਂਤੀਆਂ ਹੋਈਆਂ ਨੇ, ਵੱਡੇ ਵੱਡੇ ਇਨਕਲਾਬ ਹੋਏ ਨੇ, ਪਰ ਇਹ ਇੱਕ ਆਪਣੀ ਤਰ੍ਹਾਂ ਦਾ ਇਨਕਲਾਬ ਹੈ ਜਿਹੜਾ ਪਹਿਲੀ ਵਾਰ ਜਿਹੜਾ ਗਲੋਬਲ ਕਾਰਪੋਰੇਟ ਹੈ ਉਹਨੂੰ ਚੈਲੰਜ ਕੀਤਾ। ਕੁਝ ਲੋਕਾਂ ਦਾ ਇਹ ਮੰਨਣਾ ਸੀ ਕਿ ਸ਼ਾਇਦ ਇਹ ਮੋਦੀ ਨਾਲ ਲੜਾਈ ਆ ਜਾਂ RSS ਨਾਲ ਲੜਾਈ ਆ, ਜਾਂ ਮਤਲਬ ਫੈਕਟਰ ਤੇ ਬੜੇ ਸਾਰੇ ਇਕੱਠੇ ਹੋ ਗਏ। ਤੁਸੀਂ ਇਸ ਲੜਾਈ ਨੂੰ ਕੀ ਸਮਝਦੇ? ਕਈ ਲੋਕ ਇਹ ਸਮਝਦੇ ਨੇ, ਜਿਹੜੇ ਸਿਆਣੇ ਲੋਕ ਨੇ, ਪਿਛਲੇ ਦਿਨੀ ਸੁੱਚਾ ਸਿੰਘ ਗਿੱਲ ਨਾਲ ਵੀ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਵਰਲਡ ਕਾਰਪੋਰੇਟ ਨੂੰ ਸਿੱਧਾ ਚੈਲੰਜ ਕੀਤਾ ਤੇ ਪੰਜਾਬ ਦੀ ਧਰਤੀ ਤੋਂ ਹੋਇਆ, ਤੇ ਇੱਕ ਬੜੀ ਵੱਡੀ ਗੱਲ ਹੈ। ਬਿਲਕੁਲ ਜੀ, ਬਿਲਕੁਲ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਲੋਕ ਪੱਖੀ ਲੋਕਾਂ ਨੂੰ ਤੇ ਜਥੇਬੰਦੀਆਂ ਨੂੰ ਇਹ ਸਾਡੇ ਇੱਕ ਸੰਘਰਸ਼ ਦੀ ਜਿਹੜੀ ਕਿਸਾਨ ਅੰਦੋਲਨ ਆ, ਇਹਦੀ ਸਫਲਤਾ ਦੀ ਮੈਂ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ। ਉਹਨਾਂ ਨੇ ਘਰਾਂ ਦੀ ਪਰਵਾਹ ਨਹੀਂ ਕੀਤੀ ਅਤੇ ਉਹ ਇਹਦੀ ਸਾਨੂੰ ਇੱਕ ਬੜੀ ਤਗੜੀ ਕੀਮਤ ਵੀ ਚੁਕਾਉਣੀ ਪਈ। 700 ਸਾਡਾ ਕਿਸਾਨ ਵੀਰ ਜਿਹੜਾ ਵਾ ਕਿ ਉਹ ਸ਼ਹੀਦ ਹੋ ਗਿਆ ਇਸ ਅੰਦੋਲਨ ਦੇ ਵਿੱਚ, ਉਹ ਵੀ ਨਾ ਪੂਰਾ ਹੋਣ ਵਾਲਾ ਘਾਟਾ ਵਾ ਸਾਡਾ। ਸਾਡੇ ਇੱਕ ਨਾਇਕ ਇਸ ਕੋਲ ਦੇ 32 ਮੈਂਬਰੀ ਕਮੇਟੀ ਦੇ ਮੈਂਬਰ ਸਰਦਾਰ ਦਤਾਰ ਸਿੰਘ ਵੀ ਇਸ ਕੋਲ ਦੀ ਬਲੀ ਚੜ੍ਹ ਗਏ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਆ ਇਸ ਤਰ੍ਹਾਂ ਦੇ ਘੋਲਾਂ ਦੀ, ਭਾਵੇਂ ਉਹ ਟੀਚਰ ਯੂਨੀਅਨ ਦਾ ਘੋਲ ਹੋਵੇ ਅਤੇ ਭਾਵੇਂ ਕਿਸਾਨਾਂ ਦਾ, ਮਜ਼ਦੂਰਾਂ ਦਾ ਘੋਲ ਹੋਵੇ, ਆਟੋ ਪਿਸਟਨ ਦਾ ਘੋਲ ਹੋਵੇ, ਅਤੇ ਉਹਨਾਂ ਨੇ ਕਿਸੇ ਵੀ ਘੋਲ ਤੋਂ ਉਹ ਪਿੱਛੇ ਨਹੀਂ ਹਟੇ। ਮੋਹਰਲੀਆਂ ਕਤਾਰਾਂ ਦੇ ਵਿੱਚ ਖੜ੍ਹੇ ਹੋ ਕੇ ਉਹਨਾਂ ਨੇ ਘੋਲ ਦੀ ਅਗਵਾਈ ਕੀਤੀ, ਅਤੇ ਉਹ ਮੇਰੇ ਇੱਕ ਅੱਛੇ ਭਰਾਵਾਂ, ਸਕੇ ਭਰਾਵਾਂ ਤੋਂ ਵੀ ਵੱਧ ਦੋਸਤ, ਮੈਨੂੰ ਲੋਕ ਪੱਖੀ ਸਿਆਸਤ ਦਾ ਊੜਾ ਐੜਾ ਸਮਝਾਉਣ ਵਾਲੇ ਮੇਰੇ ਦੋਸਤ, ਮੇਰੇ ਉਸਤਾਦ ਸਨ। ਇਸ ਘੋਲ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਤਰੀਕੇ ਨਾਲ, ਗਿੱਲ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਘੋਲ ਇੱਕ ਜਿਹੜਾ ਨਿਰਣਾਇਕ ਘੋਲ ਸੀ, ਇਹ ਇੱਕ ਅਜੀਬੋ ਕਿਸਮ ਦਾ ਘੋਲ ਸੀ, ਅਤੇ ਬੜਾ ਹੀ ਸਾਨੂੰ ਇਹ ਤੋਂ ਸੇਧ ਮਿਲੀ ਹੈ। ਇਸ ਤੋਂ ਵੱਡਾ ਘੋਲ ਸ਼ਾਇਦ ਸਾਡੀ ਲਾਈਫ ਦੇ ਵਿੱਚ ਨਹੀਂ ਸੀ ਆਇਆ। ਅਸੀਂ ਸੁਣੀਆਂ ਸੀ ਤੇਲੰਗਾਨਾ ਦੀਆਂ ਬਗਾਵਤਾਂ, ਤੇਲੰਗਾਨਾ ਦੇ ਵਿੱਚ ਬਗਾਵਤ ਹੋਈ, ਨਕਸਲਬਾੜੀ ਬਗਾਵਤ ਹੋਈ, ਉਹ ਵੀ ਇੱਕ ਕਿਸਾਨੀ ਅੰਦੋਲਨ ਸੀ। ਤੇਲੰਗਾਨਾ ਵਾਲਾ ਵੀ ਕਿਸਾਨੀ ਅੰਦੋਲਨ ਸੀ। ਪਰ ਇਹ ਘੋਲ ਜਿਹੜਾ, ਕਿਉਂਕਿ ਸਾਡੀਆਂ ਅੱਖਾਂ ਦੇ ਸਾਹਮਣੇ ਲੜਿਆ ਗਿਆ, ਲੋਕਾਂ ਨੇ ਕਿਸ ਤਰੀਕੇ ਦੇ ਨਾਲ ਇਹਨੂੰ ਜੱਦੋ-ਜਹਿਦ ਇਹਦੀ ਕੀਤੀ, ਪਲੱਸ ਅਮਨਪੂਰਵਕ, ਇਹਦਾ ਜਿਹੜਾ ਸਭ ਤੋਂ ਵੱਧ ਸੇਲੀਐਂਟ ਫੀਚਰ ਇਹ ਸੀ ਕਿ ਇਹ ਇੱਕ ਪੂਰਾ ਹੀ ਅਮਨਪੂਰਵਕ ਰਿਹਾ। ਸਰਕਾਰ ਨੇ, ਜਿਹੜੀ ਤਾਨਾਸ਼ਾਹੀ ਗੌਰਮੈਂਟ ਆ ਹਿੰਦੁਸਤਾਨ ਦੀ, ਉਹਨੇ ਇਹਨੂੰ ਕੁਚਲਣ ਦੇ ਲਈ ਕੋਈ ਹਰ ਹੀਲਾ ਵਸੀਲਾ ਵਰਤਣ ਦੀ ਕੋਸ਼ਿਸ਼ ਕੀਤੀ, ਪਰ ਸਾਡੇ ਲੋਕਾਂ ਦਾ ਸਬਰ, ਸਾਡੇ ਲੋਕਾਂ ਦਾ ਘੋਲ ਪ੍ਰਤੀ ਪ੍ਰਤੀਬੱਧਤਾ, ਉਹਨੇ ਇਹ ਸਾਬਤ ਕਰ ਦਿੱਤਾ ਕਿ ਆਖਰਕਾਰ ਹਾਕਮ ਨੂੰ ਆਪਣੇ ਗੋਡੇ ਟੇਕਣੇ ਹੀ ਪੈਣਗੇ। ਸੋ ਮੈਂ ਫਿਰ ਦੁਬਾਰਾ ਸਾਰੇ ਹੀ ਲੋਕਾਂ ਨੂੰ ਇਸ ਘੋਲ ਦੀ ਸਫਲਤਾ ਦੀ ਬਹੁਤ ਬਹੁਤ ਵਧਾਈ ਦਿੰਦਾ। ਚਲੋ, ਵਧਾਈ ਵਾਲੀ ਗੱਲ ਤਾਂ ਹੋ ਗਈ ਆਪਣੇ ਹਰਪ੍ਰਮਿੰਦਰ। ਜਿਸ ਤਰੀਕੇ ਨਾਲ ਇਹ ਘੋਲ ਲੜਿਆ ਗਿਆ, ਲਗਾਤਾਰ ਇਹਦੇ ਵਿੱਚ ਕਈ ਉਤਰਾਅ ਚੜ੍ਹਾਅ ਆਏ,
26 ਜਨਵਰੀ ਵਾਲਾ ਦਿਨ ਵੀ ਸਾਨੂੰ ਯਾਦ ਆ। ਬਹੁਤ ਸਾਰੀਆਂ ਐਸੀਆਂ ਤਾਕਤਾਂ ਜਿਹੜੀਆਂ ਇਸ ਘੋਲ ਨੂੰ ਆਪਣੇ ਨਾਂ ਕਰਨਾ ਚਾਹੁੰਦੀਆਂ ਸੀ, ਜਾਂ ਬਹੁਤ ਸਾਰੀਆਂ ਤਾਕਤਾਂ ਐਸੀਆਂ ਸੀ ਜਿਹੜੇ ਇਸ ਘੋਲ ਦੇ ਮੋਢੇ ਤੇ ਰੱਖ ਕੇ ਆਪਣਾ ਏਜੰਡਾ ਥੋਪਣਾ ਚਾਹੁੰਦੀਆਂ ਸੀਗੀਆਂ। ਉਹਨਾਂ ਸਾਰੀਆਂ ਨੂੰ ਜਿਸ ਤਰੀਕੇ ਨਾਲ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਬੜੀ ਸੂਝ-ਬੂਝ ਨਾਲ ਉਹਨਾਂ ਨੂੰ ਨੰਗਿਆਂ ਵੀ ਕੀਤਾ ਔਰ ਆਪਣੇ ਘੋਲ ਨੂੰ ਲੀਓਂ ਵੀ ਨਹੀਂ ਲੱਥਣ ਦਿੱਤਾ। ਜਿਹੜੀ ਉਹ ਸੂਝ-ਬੂਝ ਹੈ ਕਿਸਾਨ ਲੀਡਰਸ਼ਿਪ ਦੀ, ਉਹਦੇ ਬਾਰੇ ਤੁਸੀਂ ਕੁਝ ਕਮੈਂਟ ਕਰਨੇ ਚਾਹੋਗੇ? ਹਾਂਜੀ, ਬਿਲਕੁਲ ਠੀਕ ਹੈ ਜੀ। 26 ਜਨਵਰੀ ਨੂੰ ਜਿਸ ਤਰੀਕੇ ਨਾਲ ਘੋਲ ਨੂੰ ਢਾਹ ਲਾਉਣ ਦੇ ਲਈ ਦੀਪ ਸਿੱਧੂ ਵਰਗੇ ਹੋਰ ਕਿਰਾਏ ਤੇ ਲਿਆਂਦੇ ਜਿਹੜੇ ਸਰਕਾਰ ਨੇ ਬੰਦੇ ਸੀ, ਜਿਨ੍ਹਾਂ ਨੇ ਫਜ਼ੂਲ ਦੇ ਵਿੱਚ ਕਿ ਉੱਥੇ ਲਾਲ ਕਿਲ੍ਹੇ ਦੇ ਉੱਤੇ ਝੰਡਾ ਚੜਾਉਣਾ ਵਾ, ਜਦ ਕਿ ਇਹ ਸਾਡੇ ਘੋਲ ਦਾ ਇੱਕ ਪਾਰਟ ਨਹੀਂ ਸੀ ਉਸ ਸਮੇਂ। ਤੇ ਉਹਨਾਂ ਨੇ ਕਿਸ ਤਰੀਕੇ ਨਾਲ ਘੋਲ ਨੂੰ ਇੱਕ ਬੈਕ ਗੇਅਰ ਲਾਉਣ ਦੀ ਕੋਸ਼ਿਸ਼ ਕੀਤੀ, ਤੇ ਮੋਦੀ ਐਂਡ ਉਹਦੀ ਸਾਰੀ ਜਿਹੜੀ ਆ ਪਾਰਟੀ RSS ਉਹਨਾਂ ਨੂੰ ਇਹ ਘੋਲ ਨੂੰ ਕੁਚਲਣ ਦੇ ਲਈ ਹੋਰ ਵੀ ਬਲ ਦੇਣ ਦੀ ਕੋਸ਼ਿਸ਼ ਕੀਤੀ। ਪਰ ਸਾਡੇ ਲੋਕਾਂ ਨੇ, ਸਾਡੇ ਕੁਝ ਲੋਕਾਂ ਨੇ ਵੀ ਉਹਨਾਂ ਦੀਪ ਸਿੱਧੂ ਵਰਗਿਆਂ ਨੂੰ ਵੀ ਉਸ ਟਾਈਮ ਤੇ ਹੀਰੋ ਬਣਾ ਦਿੱਤਾ ਕਿ ਸ਼ਾਇਦ ਇਹ ਬੜਾ ਤਕੜਾ ਹੀਰੋ ਆ, ਕਿਉਂਕਿ ਉਹ ਆਪਣੀ ਸਿਆਸਤ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਉਹਨੂੰ ਚਮਕਾਉਣਾ ਚਾਹੁੰਦੇ ਸੀ। ਪਰ ਜਿਹੜਾ ਇੱਕ ਘੋਲ ਸੀ, ਨਿਆਇਕ ਲੜਾਈ ਸੀ, ਇਹਨੂੰ ਕੋਈ ਕੁਛ ਨਹੀਂ ਕਰ ਸਕਿਆ। ਕਿਸਾਨਾਂ ਨੇ ਜਹਿਦ ਕਰਕੇ ਬਹੁਤ ਤਗੜੇ ਸਿਰੜ ਦੇ ਨਾਲ ਇਸ ਘੋਲ ਨੂੰ ਕਾਮਯਾਬੀ ਵੱਲ ਲੈ ਕੇ ਗਏ। ਅੱਜ ਕੋਈ ਨਹੀਂ ਜਾਣਦਾ ਦੀਪ ਸਿੱਧੂ ਕੌਣ ਸੀ ਕੌਣ ਨਹੀਂ। ਉਹਦਾ ਠੀਕ ਆ ਇੱਕ ਮਤਲਬ ਵਿਲਨ ਦੇ ਤੌਰ ਤੇ ਉਹਦਾ ਨਾਮ ਭਾਵੇਂ ਲਿਆ ਜਾਵੇਗਾ, ਲੇਕਿਨ ਉਹਦਾ ਕੋਈ ਚੰਗਾ ਨਾਂ ਜਾਂ ਚੰਗਾ ਉਹਦਾ ਪੋਜ਼ਿਟਿਵ ਪੱਖ ਉਹਦਾ ਕੋਈ ਨਹੀਂ ਸੀ। ਅੱਛਾ ਰਮਿੰਦਰ, ਆਪਾਂ ਦੇਖਿਆ ਇਸ ਘੋਲ ਦੇ ਦੌਰਾਨ, ਇਹ ਲੰਬਾ ਸਮਾਂ ਚੱਲਿਆ ਘੋਲ ਆ। ਵੈਸੇ ਤਾਂ ਕਿਹਾ ਜਾਂਦਾ ਕਿ 1 ਸਾਲ ਉਹਨੂੰ ਪੂਰਾ ਹੋਇਆ 26 ਤਰੀਕ ਨੂੰ, ਪਰ 1 ਸਾਲ ਤੋਂ ਵੀ ਵੱਧ, ਕਿਉਂਕਿ ਪੰਜਾਬ ਦੇ ਵਿੱਚ ਇਹ ਘੋਲ 3 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਜੂਨ ਦੇ ਮਹੀਨੇ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਅਜੇ ਇਹ ਬਿੱਲ ਵੀ ਨਹੀਂ ਸੀ ਆਏ, ਆਰਡੀਨੈਂਸ ਦੇ ਰੂਪ 'ਚ ਆਇਆ ਸੀ, ਤੇ ਪੰਜਾਬ ਦੇ ਕਿਸਾਨਾਂ ਦੇ ਕੰਨ ਖੜੇ ਹੋ ਗਏ ਸੀਗੇ। ਸਭ ਤੋਂ ਪਹਿਲਾਂ 3 ਦਿਨ ਦਾ ਰੇਲ ਰੋਕੋ ਕਰਿਆ, ਫਿਰ ਹੌਲੀ ਹੌਲੀ ਜਥੇਬੰਦੀਆਂ ਨੇ ਇੱਕ ਮਾਸ ਮੂਵਮੈਂਟ ਜਿਹੜੀ ਆ ਉਹਨੂੰ ਬਿਲਟ ਕੀਤਾ, ਤੇ ਇਹ ਜਿਹੜੀ ਹੈ ਲੜਾਈ ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ ਤੇ ਯੂਪੀ 'ਚ ਫੈਲੀ। ਪਰ ਉਸ ਤੋਂ ਬਾਅਦ ਹਿਮਾਚਲ ਵੀ ਬੜੀ ਚੰਗੀ ਤਰ੍ਹਾਂ ਉਹਨਾਂ ਨਾਲ ਜੁੜ ਗਿਆ, ਕਿਉਂਕਿ ਕਿਹਾ ਜਾਂਦਾ ਕਿ ਹਿਮਾਚਲ ਦੇ ਜਿਹੜੇ ਸੇਬ ਉਤਪਾਦਕ ਸੀ ਉਹਨਾਂ ਦੀ ਜਿਹੜੀ ਲੁੱਟ ਹੋਣ ਲੱਗ ਗਈ ਸੀਗੀ। ਉਹਨਾਂ ਨੂੰ ਲੱਗਿਆ ਕਿ ਇਹ ਲੜਾਈ ਸਾਡੀ ਵੀ ਆ। ਤੇ ਇਸੇ ਤਰ੍ਹਾਂ ਦੂਰ ਦਰਾਡੇ ਜਿੱਦਾਂ ਆਪਾਂ ਦੇਖਦੇ ਹਾਂ, ਹਾਲਾਂ ਬਹੁਤ ਉਹ ਵਿਅਕਤੀ ਨੂੰ ਉਭਾਰਿਆ ਜਾਂਦਾ ਰਿਹਾ ਜਿਹਨੂੰ ਨਿਤਿਸ਼ ਕੁਮਾਰ ਕਹਿੰਦੇ ਆ। ਉਹਨਾਂ ਨੂੰ ਬੜਾ, ਕੋਈ ਲੋਕ ਕਹਿੰਦੇ ਜੀ ਇਹ ਸੁਸ਼ਾਸਨ ਕੁਮਾਰ ਨੇ ਜੀ, ਇਹਨਾਂ ਦਾ ਸ਼ਾਸਨ ਬਹੁਤ ਵਧੀਆ। ਪਰ 2006 ਦੇ ਵਿੱਚ ਹੀ ਉਹਨਾਂ ਨੇ ਇਹ ਕਾਲਾ ਕੰਮ ਸ਼ੁਰੂ ਕਰ ਦਿੱਤਾ ਸੀ ਕਿ ਕਿਸਾਨਾਂ ਦੀਆਂ ਮੰਡੀਆਂ ਉਹਨਾਂ ਕੋਲ ਖੋਹ ਲਈਆਂ ਗਈਆਂ। ਹੈਰਾਨੀ ਦੀ ਗੱਲ ਇਹ ਆ ਕਿ ਬਿਹਾਰ ਦਾ 10 ਏਕੜ ਦਾ ਮਾਲਕ, 15 ਏਕੜ ਦਾ ਮਾਲਕ, 1.5 ਏਕੜ ਦੇ ਮਾਲਕ ਕੋਲ ਪੰਜਾਬ ਹਰਿਆਣੇ 'ਚ ਆ ਕੇ ਕੰਮ ਲੱਭਦਾ ਸੀਗਾ। ਯਾਨੀ ਕਿ ਇੰਨੀ ਜ਼ਿਆਦਾ ਕਿਸਾਨੀ ਦਾ ਸੱਤਿਆਨਾਸ਼ ਉੱਥੇ ਕੀਤਾ, ਜਿਹਦੇ ਵਿੱਚ ਕੋਈ ਇੱਕ ਪਾਰਟੀ ਨਹੀਂ, ਸਮੇਤ ਕਾਂਗਰਸ, ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਕਿਤੇ ਨਾ ਕਿਤੇ ਸ਼ਾਮਲ ਰਹੀਆਂ ਨੇ। ਤੁਹਾਡਾ ਇਹ ਵਰਤਾਰੇ ਬਾਰੇ ਤੁਹਾਡਾ ਕੀ ਮਤਲਬ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਵਰਤਾਰਾ ਹੈ ਅੱਜ ਕਾਂਗਰਸ ਪੂਰੇ ਪੈਰ ਜੋੜ ਕੇ ਲੱਗੀ ਹੋਈ ਆ, ਕਿਉਂਕਿ ਉਹਨਾਂ ਦੀ ਰਾਜਗੱਦੀ ਹੁਣ ਉਹਨਾਂ ਕੋਲ ਨਹੀਂ ਹੈ, ਉਹ ਵਾਪਸੀ ਕਰਨਾ ਚਾਹੁੰਦੇ ਆ ਕਿਸਾਨ ਮੂਵਮੈਂਟ ਦੇ ਰਾਹੀਂ। ਪਰ ਉਹਨਾਂ ਦੇ ਸਮਿਆਂ ਦੇ ਵਿੱਚ ਤੁਸੀਂ ਕਿੱਦਾਂ ਵੇਖਦੇ ਰਹੇ ਇਹ ਚੀਜ਼ਾਂ ਸਾਰੀਆਂ? ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਆ ਜੀ। ਤੁਸੀਂ ਇਹ ਜਿਹੜੀ ਗੱਲ ਕਹੀ ਹੈ ਕਿ 26 ਨਵੰਬਰ 2020 ਨੂੰ ਇਹ ਘੋਲ ਨਹੀਂ ਸਟਾਰਟ ਹੋਇਆ, ਜਾਂ ਜਦੋਂ ਇਹ ਆ ਗਏ ਆ ਟਿਕਰੀ ਬਾਰਡਰ, ਸਿੰਘੂ ਬਾਰਡਰ, ਤੇ ਇਹ ਉਸ ਦਿਨ ਤੋਂ ਨਹੀਂ ਹੋਇਆ ਸਟਾਰਟ। ਵੈਸੇ ਜਿਹੜਾ ਅਮਲੀ ਜਾਮਾ ਜੇ ਕਹੀਏ ਇਸ ਘੋਲ ਨੂੰ, ਉਦੋਂ ਪਹਿਨਾਇਆ ਗਿਆ ਸੀ ਜਿਸ ਸਮੇਂ ਹਿੰਦੁਸਤਾਨ ਦੇ ਵਿੱਚ 1992 1995 ਦੇ ਵਿੱਚ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੂੰ ਮਾਨਤਾ ਦਿੱਤੀ ਗਈ ਸੀ। ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੂੰ, WTO ਨੂੰ, ਇਹਨਾਂ ਨੇ ਮਾਨਤਾ ਦਿੱਤੀ ਸੀ। ਇਹ ਘੋਲ ਦੀਆਂ ਜਿਹੜੀਆਂ ਇਹ ਜਿਹੜੀ ਆ ਕਿਸਾਨੀ ਲੁੱਟ, ਕਿਸਾਨੀ ਤੇ ਮਜ਼ਦੂਰਾਂ ਦੀ ਲੁੱਟ ਜਿਹੜੀ ਆ, ਉਸ ਦਿਨ ਹੀ ਉਹਦਾ ਜਿਹੜਾ ਜੁਗਾੜ ਇਹਨਾਂ ਨੇ ਬੰਨ੍ਹ ਦਿੱਤਾ ਸੀ ਕਿ ਕਿਸ ਤਰੀਕੇ ਨਾਲ ਜਿਹੜੇ ਕੰਮ ਕਰਨ ਵਾਲੇ ਲੋਕ, ਹੱਥੀਂ ਕੰਮ ਕਰਨ ਵਾਲੇ ਲੋਕ ਆ, ਉਹਨਾਂ ਨੂੰ ਕਿਸ ਤਰੀਕੇ ਨਾਲ ਲੁੱਟਿਆ ਜਾਵੇ। ਤੁਹਾਨੂੰ ਯਾਦ ਹੋਏਗਾ ਕਿ ਡੰਕਲ ਪ੍ਰਪੋਜ਼ਲ ਆਇਆ ਸੀ 1992 ਦੇ ਵਿੱਚ, ਤੇ ਉਹਦਾ ਜਿਹੜਾ ਵਾ ਉਹਦਾ ਅਸੀਂ ਡਟ ਕੇ ਵਿਰੋਧ ਕੀਤਾ ਸੀ। ਉਦੋਂ ਪੂਰੀ ਤਰੀਕੇ ਨਾਲ ਅਸੀਂ ਵਿਰੋਧ ਕਰਦੇ ਸੀ। ਅਸੀਂ ਯੂਨੀਵਰਸਿਟੀਆਂ 'ਚ ਜਾ ਕੇ ਪ੍ਰੋਫੈਸਰਾਂ ਦੇ ਸਾਹਮਣੇ ਅਸੀਂ ਗੱਲ ਕਰਦੇ ਸੀ, ਪ੍ਰੋਫੈਸਰਾਂ ਦੀਆਂ ਮੀਟਿੰਗਾਂ ਦੇ ਵਿੱਚ ਅਸੀਂ ਗੱਲ ਕਰਦੇ ਸੀ ਕਿ ਆਹ ਜਿਹੜਾ ਜੇ ਡੰਕਲ ਪ੍ਰਪੋਜ਼ਲ, ਇਹ ਬਹੁਤ ਖਤਰਨਾਕ ਚੀਜ਼ ਵਾ। ਆਹ WTO ਜਿਹੜੀ ਆ ਬਹੁਤ ਡੇਂਜਰਸ ਚੀਜ਼ ਆ, ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਤੇ ਆਹ ਜਿਹੜੇ ਤੁਸੀਂ ਟਾਈਆਂ ਲਾ ਕੇ ਬੱਚੇ ਸਕੂਲਾਂ ਦੇ ਵਿੱਚ, ਕਨਵੈਂਟ ਸਕੂਲਾਂ 'ਚ ਤੇ ਪਬਲਿਕ ਸਕੂਲਾਂ 'ਚ ਭੇਜਦੇ, ਇਹਨਾਂ ਨੂੰ ਕਿਸੇ ਨੌਕਰੀ ਨਾਕਰੀ ਨਹੀਂ ਦੇਣੀ।
ਇਹ ਤੁਸੀਂ ਵੇਖੋਗੇ ਤੁਹਾਨੂੰ ਮਿਲ ਗਈਆਂ ਕਿਸੇ ਪੀਰੀਅਡ ਦੇ ਵਿੱਚ ਮਿਕਸਡ ਇਕਨੋਮੀ ਦੇ ਮਾਡਲ ਦੇ ਵਿੱਚ ਤੁਹਾਨੂੰ ਥੋੜੀ ਬਹੁਤੀ ਜੇ ਜਗ੍ਹਾ ਮਿਲ ਗਈ ਹੈ, ਤੁਹਾਡੇ ਬੱਚਿਆਂ ਨੂੰ ਕੁਝ ਨਹੀਂ ਮਿਲਣਾ। ਤੁਸੀਂ ਆਪਣੇ ਆਪ ਵੇਖੋਗੇ, ਆਪਣੀਆਂ ਅੱਖਾਂ ਨਾਲ ਵੇਖੋਗੇ ਇਹ ਬੱਚੇ ਜਿਹੜੇ ਖੁਦਕੁਸ਼ੀਆਂ ਕਰਨਗੇ, ਇਹ ਬੱਚੇ ਜਿਹੜੇ ਨਸ਼ਿਆਂ ਦੇ ਵਿੱਚ ਜਾਣਗੇ। ਤੇ ਉਹ ਵੇਖ ਲਓ ਕਿ ਉਹ ਗੱਲਾਂ ਜਿਹੜੀਆਂ 1992 94 95 ਦੇ ਵਿੱਚ ਕਹੀਆਂ ਗਈਆਂ ਸੀ, ਉਹ ਗੱਲਾਂ ਠੀਕ ਇੱਕ ਦਹਾਕੇ ਤੋਂ ਪਹਿਲਾਂ ਹੀ ਉਹ ਜਿਹੜੀਆਂ ਸਾਬਤ ਹੋਣੀਆਂ ਸ਼ੁਰੂ ਹੋ ਗਈਆਂ। 92 'ਚ ਤੇ ਮੈਂ ਸਮਝਦਾ ਹਰਪ੍ਰਮਿੰਦਰ ਰਿਫਾਰਮ ਸ਼ੁਰੂ ਹੋ ਗਈ ਸੀ ਜਦੋਂ ਮਨਮੋਹਨ ਸਿੰਘ ਹਰਾਂ ਨੂੰ ਫਾਈਨੈਂਸ ਮਿਨਿਸਟਰ ਦੇ ਤੌਰ ਤੇ ਲਿਆ ਗਿਆ ਨਰਸਿਮਹਾ ਰਾਓ ਦੇ ਵੇਲੇ। ਇਹ ਡੰਕਲ ਤਜਵੀਜ਼ਾਂ ਤੇ ਉਹ ਤੋਂ ਪਹਿਲਾਂ ਦਾ ਮਸਲਾ ਹੈ। ਆਪਾਂ ਤੇ ਅਜੇ ਸਕੂਲਾਂ ਕਾਲਜਾਂ 'ਚ ਪੜ੍ਹਦੇ ਹੁੰਦੇ ਸੀ ਜਦੋਂ ਉਹ ਡੰਕਲ ਤਜਵੀਜ਼ਾਂ ਬਾਰੇ ਜਿਹੜੇ ਪ੍ਰੋਗਰੈਸਿਵ ਧਿਰਾਂ ਸੀ ਉਹਨਾਂ ਨੇ ਕੰਧਾਂ ਤੇ ਮਾਟੋ ਲਾਏ ਸੀ ਹੁੰਦੇ ਸੀਗੇ। ਉਸ ਤੋਂ ਬਾਅਦ ਇਹ WTO ਦੇ ਵਿੱਚ ਕਨਵਰਟ ਹੋਇਆ ਤੇ ਫਿਰ ਉਹ ਸਾਰੀ ਉਹਦੀ ਰੂਪਰੇਖਾ ਸਾਡੇ ਸਾਹਮਣੇ ਆਈ, ਜਿਹਦੇ ਵਿੱਚ ਲਗਾਤਾਰ ਜਿਹੜੇ ਪ੍ਰੋਗਰੈਸਿਵ ਲੋਕ ਨੇ ਉਹਨਾਂ ਵੱਲੋਂ ਉਹਦਾ ਵਿਰੋਧ ਕੀਤਾ ਜਾਂਦਾ ਰਿਹਾ ਕਿ ਸਰਕਾਰ ਜਿਹੜੀ ਆ ਹੌਲੀ ਹੌਲੀ ਜਿਹੜੇ ਪਬਲਿਕ ਸੈਕਟਰ ਆ ਉਹਦੇ ਵਿੱਚੋਂ ਆਪਣੇ ਪੈਰ ਪਿਛਾਂਹ ਖਿੱਚ ਰਹੀ ਆ, ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ। ਉਹਦੇ ਲਈ ਇਹਨਾਂ ਨੇ ਇੱਕ ਐਸਾ ਮਾਡਲ ਤਿਆਰ ਕੀਤਾ ਕਿ ਜਿਵੇਂ ਸਕੂਲਾਂ ਦੀ ਐਜੂਕੇਸ਼ਨ ਦੀ ਗੱਲ ਕਰ ਲਈਏ ਤੇ ਕਿਹਾ ਜਾਂਦਾ ਰਿਹਾ ਜੀ ਜਿਹੜੇ ਅਧਿਆਪਕ ਆ ਜੀ ਉਹਦੇ ਪੜ੍ਹਾਉਂਦੇ ਹੀ ਨਹੀਂ, ਉਹਦੇ ਸਕੂਲੇ ਵੜਦੇ ਹੀ ਨਹੀਂ। ਮਤਲਬ ਪਹਿਲਾਂ ਬਦਨਾਮੀ ਵਾਲਾ ਕੀਤਾ ਗਿਆ ਕਿ ਉਹਦੇ ਪੈਰਲਲ ਉਹਨਾਂ ਨੇ ਇੱਕ ਪ੍ਰਾਈਵੇਟ ਸਟਰਕਚਰ ਖੜਾ ਕੀਤਾ। ਇੱਦਾਂ ਹੀ ਸਰਕਾਰੀ ਹਸਪਤਾਲਾਂ ਦਾ ਕੀਤਾ ਗਿਆ ਕਿ ਸਰਕਾਰੀ ਡਾਕਟਰਾਂ ਨੂੰ ਤੇ ਆਉਂਦਾ ਹੀ ਕੱਖ ਨਹੀਂ ਜੀ, ਸਰਕਾਰੀ ਡਾਕਟਰ ਦੇ ਤਨਖਾਹਾਂ ਲੈ ਕੇ ਘਰੇ ਬੈਠੇ ਰਹਿੰਦੇ ਆ, ਉਹ ਦਵਾਈਆਂ ਵੇਚ ਦਿੰਦੇ ਆ, ਉਹ ਪ੍ਰਾਈਵੇਟ ਪ੍ਰੈਕਟਿਸ ਕਰਦੇ, ਯਾਨੀ ਕਿ ਬਦਨਾਮੀ ਵਾਲਾ ਇੱਕ ਚਲਾਇਆ ਗਿਆ। ਇਸ ਤਰ੍ਹਾਂ ਹੀ ਹੌਲੀ ਹੌਲੀ ਸਾਰੀਆਂ ਚੀਜ਼ਾਂ ਤੇ ਜਿਹੜੀ ਜਕੜ ਆ ਉਹ ਕਾਰਪੋਰੇਟ ਦੀ ਵੱਧਦੀ ਗਈ। ਤੁਸੀਂ ਇਹ ਸਾਰੇ ਐਪੀਸੋਡ ਨੂੰ ਕਿੱਦਾਂ ਵੇਖਦੇ ਹੋ? ਗਿੱਲ ਸਾਹਿਬ, ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਅਸੀਂ ਛੋਟੇ ਸੀ ਸ਼ਾਇਦ ਆ ਜਿਹੜਾ ਵਾ ਨਰਸਿੰਗ ਹੋਮਾਂ ਦਾ ਵਰਤਾਰਾ, ਪ੍ਰਾਈਵੇਟ ਸਕੂਲਾਂ ਦਾ ਵਰਤਾਰਾ, ਪਬਲਿਕ ਸਕੂਲਾਂ ਦਾ ਵਰਤਾਰਾ, ਇਹ ਚਲੋ ਮੈਂ ਆਪਣੀ ਹੋਸ਼ ਦੇ ਵਿੱਚ ਵੇਖਿਆ ਵਾ ਕਿ ਇਹ ਸਕੂਲ ਆਏ ਸੀ, ਪਰ ਸਾਡੇ ਤੋਂ ਜਿਹੜੇ ਥੋੜ੍ਹੇ ਜਿਹੇ ਵੱਧ ਉਮਰ ਦੇ ਲੋਕ ਸੀ ਉਹਨਾਂ ਨੇ ਇਹਨਾਂ ਸਕੂਲਾਂ ਦਾ ਆਮਦ ਵੇਖੀ ਸੀ। ਇਹ ਸਕੂਲ ਜਦੋਂ ਆਏ ਸੀ ਕਿਸ ਤਰੀਕੇ ਨਾਲ ਹੋਇਆ ਕਿ ਅਸਲ ਵਿੱਚ ਸਰਕਾਰੀ ਸਕੂਲ, ਸਰਕਾਰੀ ਯੂਨੀਵਰਸਿਟੀਜ਼ ਇਹ ਬੜੀਆਂ ਅੱਛੇ ਤਰੀਕੇ ਦੇ ਨਾਲ ਚੱਲ ਰਹੀਆਂ ਸੀ ਕਿਉਂਕਿ ਪਬਲਿਕ ਸੈਕਟਰ ਦੇ ਅੰਡਰ ਸੀ ਸਾਰਾ ਕੁਝ। ਤੇ ਜਦੋਂ ਆਇਆ ਕਾਰਪੋਰੇਟ ਸੈਕਟਰ ਦੀ ਇੰਟਰਫੀਅਰੈਂਸ ਹੋਈ, ਇੱਕ ਕੈਪੀਟਲਿਸਟ ਜਮਾਤ ਦੀ ਇੰਟਰਫੀਅਰੈਂਸ ਹੋਈ, ਉਹਨਾਂ ਨੇ ਸਰਕਾਰਾਂ ਦੇ ਅੱਗੇ, ਸਾਰੀਆਂ ਹਿੰਦੁਸਤਾਨ ਦੀਆਂ ਸਰਕਾਰਾਂ ਜਿਹੜੀਆਂ ਸਟੇਟ ਗਵਰਨਮੈਂਟ ਸੀ ਉਹਨਾਂ ਦੇ ਅੱਗੇ ਜਾ ਕੇ ਫਰਿਆਦ ਕੀਤੀ ਕਿ ਅਸੀਂ ਆਪਣੇ ਖੋਲ੍ਹਣੇ ਆ ਪ੍ਰਾਈਵੇਟ ਸਕੂਲ। ਫਰਿਆਦ ਕੀਤੀ ਜਾਂ ਹੁਕਮ ਕੀਤਾ? ਜੋ ਕਹਿ ਲਓ, ਹੁਕਮ ਹੀ ਕੀਤਾ ਕਿ ਕਾਰਪੋਰੇਟ ਦੇ ਕੋਲ ਜ਼ਿਆਦਾ ਪੈਸੇ ਨਾਲ ਖਰੀਦ ਲੈਂਦੀਆਂ ਨੇ, ਉਹਨਾਂ ਦੀਆਂ ਫਿਰ ਗੁਲਾਮ ਹੋ ਜਾਂਦੀਆਂ ਨੇ ਸਰਕਾਰਾਂ, ਆਪਾਂ ਸਮਝਦੇ ਹਾਂ। ਬਿਲਕੁਲ ਹੁਕਮ ਕੀਤਾ ਜੀ, ਉਹਨਾਂ ਨੇ ਆਰਡਰ ਕੀਤਾ। ਜਿਸ ਤਰ੍ਹਾਂ ਹੁਣ ਆਰਡਰ ਕੀਤਾ ਵਾ ਕਿਸਾਨੀ ਬਿੱਲਾਂ ਦੇ ਲਈ, ਉਹਨਾਂ ਨੇ ਤੇ ਇੰਨੇ ਬਿੱਲ ਇਹਨਾਂ ਨੇ ਪਾਸ ਕੀਤੇ ਸੀ ਬਿਨਾਂ ਬਹਿਸ ਤੋਂ, ਤੇ ਉਹਨਾਂ ਨੇ ਇਹ ਸਿਸਟਮ ਚਲਾਇਆ ਕਿ ਅਸੀਂ ਖੋਲ੍ਹਣੇ ਆ ਸਰਕਾਰ ਪ੍ਰਾਈਵੇਟ ਸਕੂਲ ਤੇ ਅਸੀਂ ਖੋਲ੍ਹਣੇ ਆ ਪ੍ਰਾਈਵੇਟ ਨਰਸਿੰਗ ਹੋਮ ਤੇ ਪ੍ਰਾਈਵੇਟ ਹਸਪਤਾਲ। ਸਾਨੂੰ ਯਾਦ ਵਾ ਕਿ ਇਹ ਨਰਸਿੰਗ ਹੋਮ ਦਾ ਜਿਹੜਾ ਸਿਲਸਿਲਾ ਵਾ ਇਹ ਕੁਛ ਤਿੰਨ ਚਾਰ ਦਹਾਕਿਆਂ ਦੇ ਵਿੱਚ ਹੀ ਇਹਨਾਂ ਦੀ ਜਿਹੜੀ ਇਹ ਆਏ ਆ, ਪੂਰੇ ਮਲੇਰੀਆ ਜਿਵੇਂ ਫੈਲਦਾ ਵਾ ਇਸ ਤਰੀਕੇ ਨਾਲ ਨਰਸਿੰਗ ਹੋਮ ਜਿਹੜੇ ਵਧੇ ਹਿੰਦੁਸਤਾਨ ਦੇ ਵਿੱਚ। ਤੇ ਉਹਨਾਂ ਨੇ ਉਹ ਆਂਦੇ, ਸਰਕਾਰਾਂ ਕਹਿੰਦੀਆਂ ਖੋਲ੍ਹ ਲਓ, ਉਹ ਆਂਦੇ ਵੀ ਖੋਲਾਂਗੇ ਕਿਸ ਤਰ੍ਹਾਂ? ਤੁਹਾਡੇ ਸਰਕਾਰੀ ਸਕੂਲ ਜਿਹੜੇ ਆ ਉਹ ਤੇ ਇੰਨੇ ਵਧੀਆ ਤਰੀਕੇ ਨਾਲ ਚੱਲ ਰਹੇ ਆ, ਟੀਚਰ ਜਿਹੜੇ ਆ ਅੱਛੇ ਤਰੀਕੇ ਨਾਲ ਪੜ੍ਹਾ ਰਹੇ ਆ, ਲੈਬੋਰਟਰੀਜ਼ ਦੇ ਵਿੱਚ ਸਾਰਾ ਸਮਾਨ ਆ, ਸਾਇੰਸ ਦੀ, ਫਿਜ਼ਿਕਸ ਦੀ, ਕੈਮਿਸਟਰੀ ਦੀ ਲੈਬ ਦੇ ਵਿੱਚ ਹਰ ਤਰੀਕੇ ਦਾ ਪ੍ਰੈਕਟੀਕਲ ਦਾ ਸਮਾਨ ਪਿਆ ਵਾ, ਤੇ ਤੁਹਾਡਾ ਸਿਸਟਮ ਹੀ ਬੜਾ ਵਧੀਆ ਚੱਲ ਰਿਹਾ ਵਾ। ਤੇ ਜਿੰਨਾ ਚਿਰ ਤੱਕ ਤੁਹਾਡਾ ਸਿਸਟਮ ਬਦਨਾਮ ਨਹੀਂ ਹੋਏਗਾ ਤੇ ਉਹਨਾਂ ਚਿਰ ਤੱਕ ਸਾਡਾ ਜਿਹੜਾ ਵਾ ਕਿ ਸਾਡਾ ਸਿਸਟਮ ਕਿਸ ਤਰ੍ਹਾਂ ਚਾਲੂ ਹੋਏਗਾ, ਸਾਡਾ ਪ੍ਰਾਈਵੇਟ ਸਕੂਲ ਕਿਸ ਤਰ੍ਹਾਂ ਵਧੇ ਫੁੱਲੇਗਾ। ਤੇ ਉਹਨਾਂ ਨੇ ਕਿਹਾ ਨਹੀਂ ਜੀ ਕੋਈ ਗੱਲ ਨਹੀਂ, ਤੁਸੀਂ ਖੋਲ੍ਹੋ। ਸਰਕਾਰਾਂ ਨੇ ਕਹਿ ਦਿੱਤਾ, ਕਿਉਂਕਿ ਸਰਕਾਰਾਂ ਤੇ ਉਹਨਾਂ ਦੀਆਂ ਕਲਰਕਾਂ ਵਾ ਕਾਰਪੋਰੇਟ ਸੈਕਟਰ ਦੀਆਂ, ਤੇ ਉਹਨਾਂ ਨੇ ਕਿਹਾ ਨਹੀਂ ਜੀ ਤੁਸੀਂ ਖੋਲ੍ਹੋ, ਪ੍ਰਾਈਵੇਟ ਨਰਸਿੰਗ ਹੋਮ ਵੀ ਖੋਲ੍ਹੋ, ਤੁਸੀਂ ਪ੍ਰਾਈਵੇਟ ਸਕੂਲ ਵੀ ਖੋਲ੍ਹੋ, ਅਸੀਂ ਵੇਖਦੇ ਹੋ ਕਿ ਅਸੀਂ ਤੁਹਾਡਾ ਮਨਸ਼ਾ ਜਿਹੜਾ ਪੂਰਾ ਕਰਾਂਗੇ। ਉਹਨਾਂ ਨੇ ਉਸ ਦਿਨ ਤੋਂ ਹੀ ਉਹਨਾਂ ਨੇ ਸਕੂਲਾਂ ਦੇ ਵਿੱਚ ਗ੍ਰਾਂਟਾਂ ਬੰਦ ਕਰਤੀਆਂ। ਜਿੱਥੇ ਕੋਈ ਟੀਚਰ ਰਿਟਾਇਰ ਹੋ ਗਿਆ ਉਹਦੀ ਜਗ੍ਹਾ 'ਤੇ ਅਪਾਇੰਟਮੈਂਟ ਬੰਦ ਕਰਤੀ। ਕਈਆਂ ਸਕੂਲਾਂ ਵਿੱਚ ਮੈਥਮੈਟਿਕਸ ਦਾ ਟੀਚਰ ਹੀ ਨਹੀਂ ਹੈਗਾ ਕਈਆਂ ਸਾਲਾਂ ਤੋਂ ਹੀ, ਕਈਆਂ ਸਕੂਲਾਂ ਵਿੱਚ ਪ੍ਰਿੰਸੀਪਲ ਹੀ ਨਹੀਂ ਹੈਗਾ ਜਿਹਨੇ ਐਡਮਿਨਿਸਟ੍ਰੇਸ਼ਨ ਕਰਨੀ ਹੈ। ਮਤਲਬ ਕਿ ਉਹਨਾਂ ਨੇ ਉਹ ਘਾਟਾਂ ਜਿਹੜੀਆਂ ਲੈਬੋਰਟਰੀਆਂ ਦੇ ਵਿੱਚ ਉਹਨਾਂ ਸਮਾਨ ਨਹੀਂ ਭੇਜਿਆ, ਬਿਲਡਿੰਗ ਜੇ ਟੁੱਟ ਗਈ ਹੈ ਤੇ ਬੱਚੇ ਜਿਹੜੇ ਆ ਦਰਖਤਾਂ ਦੇ ਥੱਲੇ ਜਿਹੜੀਆਂ ਆਪਣੀਆਂ ਕਲਾਸਾਂ ਲਾ ਰਹੇ ਆ ਕੋਈ। ਤੇ ਸਿਮਿਲਰਲੀ ਉਹਨਾਂ ਨੇ ਜਦੋਂ ਹੈਲਥ ਸੈਕਟਰ ਦੇ ਵਿੱਚ ਇੰਟਰੋਡਿਊਸ ਕੀਤਾ ਆਪਣੇ ਆਪ ਨੂੰ, ਹੈਲਥ ਸੈਕਟਰ ਦੇ ਵਿੱਚ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀਆਂ ਹੈਗੀਆਂ ਸੀ ਮਸ਼ੀਨਾਂ, ਜਿਹੜੀਆਂ ਐਕਸਰੇ ਮਸ਼ੀਨਸ ਕਹਿ ਲਓ ਤੁਸੀਂ, ਅਲਟਰਾਸਾਊਂਡ ਦੀਆਂ ਮਸ਼ੀਨਸ ਕਹਿ ਲਓ, ਤੇ ਇਹਨਾਂ ਨੂੰ ਉਹਨਾਂ ਨੇ ਲਿਆਉਣਾ ਹੀ ਬੰਦ ਕਰਤਾ।
ਉਹਨਾਂ ਦੇ ਜੇ ਕੋਈ ਖਰਾਬ ਹੋ ਗਈ ਤੇ ਕੋਈ ਉਹ ਚੱਲੇਗੀ ਨਹੀਂ, ਕਿਉਂਕਿ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰਤਾ ਕਿ ਨੈਚੁਰਲੀ ਤੁਸੀਂ ਬਾਹਰੋਂ ਕਰ, ਲੋਕੀ ਮਜਬੂਰ ਸੀ, ਉਹਨਾਂ ਨੇ ਇਹ ਟੈਸਟ ਕਰਾਉਣੇ ਸੀ, ਲੋਕਾਂ ਨੇ ਬਾਹਰੋਂ ਕਰਾਉਣੇ ਸ਼ੁਰੂ ਕਰ ਲਏ। ਤੇ ਡਾਕਟਰਸ, ਜਿੱਥੇ ਡਾਕਟਰ ਆਪਣਾ ਹੋ ਗਿਆ ਵਾ ਰਿਟਾਇਰ ਹੋ ਗਿਆ, ਉਹਦੀ ਜਗ੍ਹਾ ਤੇ ਨਵਾਂ ਡਾਕਟਰ ਨਾ ਰੱਖੋ। ਤੇ ਜਦੋਂ ਸਿਸਟਮ ਦੇ ਵਿੱਚ ਹੀ ਇਸ ਤਰੀਕੇ ਦਾ ਹਸਪੀਟਲ ਦੇ ਵਿੱਚ ਡਾਕਟਰ ਨੂੰ ਕੋਈ ਮੈਡੀਸਿਨ ਨਹੀਂ ਮਿਲਦੀ, ਕੋਈ ਉਹਨੂੰ ਉਪਕਰਨ ਨਹੀਂ ਮਿਲਦੇ, ਇੰਸਟਰੂਮੈਂਟ ਨਹੀਂ ਮਿਲਦੇ, ਤੇ ਉਹ ਡਾਕਟਰ ਨੂੰ ਨਲਾਇਕ ਸਾਬਤ ਕਰਨਾ ਜਿਹੜਾ ਵਾ ਬਹੁਤ ਈਜ਼ੀ ਹੋ ਗਿਆ ਸਰਕਾਰਾਂ ਲਈ। ਤੇ ਉਹਦੇ ਨਾਲ ਜਿਹੜੀ ਆ ਪ੍ਰਾਈਵੇਟ ਜਿਹੜੇ ਹਸਪਤਾਲ, ਪ੍ਰਾਈਵੇਟ ਸਕੂਲ, ਉਹਨਾਂ ਦੀ ਇਨਸੈਪਸ਼ਨ ਹੋਈ। ਅੱਛਾ, ਸ਼ੁਰੂਆਤੀ ਦੌਰ 'ਚ ਜਦੋਂ ਇਹ ਸਾਰੀ ਤਬਦੀਲੀ ਆ ਰਹੀ ਸੀਗੀ, ਉਦੋਂ ਮੈਨੂੰ ਲੱਗਦਾ ਹੈ ਕਿ ਜਿਹੜੀ ਬੜੀ ਤੇਜ਼ੀ ਨਾਲ ਭਾਰਤ ਵਿੱਚ ਮਿਡਲ ਕਲਾਸ ਜਿਹੜੀ ਆ ਉਹ ਵੱਧ ਫੁੱਲ ਰਹੀ ਸੀ, ਫਲ ਫੁੱਲ ਰਹੀ ਸੀਗੀ, ਉਹਨਾਂ ਨੇ ਇਸ ਵਰਤਾਰੇ ਨੂੰ ਬੜਾ ਵੈਲਕਮ ਕੀਤਾ ਸੀਗਾ। ਉਹਨਾਂ ਨੂੰ ਲੱਗਿਆ ਕਿ ਸਾਡੇ ਬੱਚੇ ਜਿਹੜੇ ਅੰਗਰੇਜ਼ੀ ਸਕੂਲਾਂ ਜਾ ਰਹੇ ਨੇ, ਉਹ ਪਤਾ ਨਹੀਂ ਅੱਗੇ ਜਾ ਕੇ ਉਹਦਾ ਭਵਿੱਖ ਕਿਹੋ ਜਿਹਾ ਬਣ ਜਾਏਗਾ। ਪ੍ਰਾਈਵੇਟ ਸਾਡੇ ਕੋਲ ਹਸਪੀਟਲ ਸੀਗਾ, ਸਾਡੇ ਕੋਲ ਪੈਸਾ ਹੈ ਤੇ ਅਸੀਂ ਪ੍ਰਾਈਵੇਟ ਇਲਾਜ ਕਰਾ ਕੇ ਫਟਾਫਟ ਆਪਾਂ ਨੂੰ ਉਹ ਸਰਕਾਰੀ ਜਿਹੜਾ ਸਿਸਟਮ ਆ ਉਹਦੀਆਂ ਜਿਹੜੀਆਂ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਬਦਨਾਮ ਕੀਤਾ ਹੋਇਆ ਸੀ ਕਿ ਉਹ ਬੜਾ ਸਲੋ ਪ੍ਰੋਸੈਸ ਹੈ, ਜਾਂ ਉਹ 'ਚ ਕਰਪਟ ਹੈ ਢਾਂਚਾ, ਜਾਂ ਉਹਦੇ ਵਿੱਚੋਂ ਅਸੀਂ ਸੁਰਖਰੂ ਹੋ ਜਾਵਾਂਗੇ, ਪੈਸੇ ਖਰਚਾਂਗੇ ਤੇ ਆਪਾਂ ਆਰਾਮ ਨਾਲ ਆਪਣਾ ਜਿਹੜਾ ਇਲਾਜ ਕਰਾ ਲਾਂਗੇ। ਸੋ ਲੋਕਾਂ ਨੇ ਇਸ ਵਰਤਾਰੇ ਨੂੰ ਪਹਿਲਾਂ ਜੀਆਂ ਵੀ ਬੜਾ ਕਿਹਾ ਸੀਗਾ, ਲੱਗਦਾ ਸੀ ਕਿ ਇਹਦੇ ਨਾਲ ਬੜੀ ਤੇਜ਼ੀ ਨਾਲ ਵਿਕਾਸ ਹੋਏਗਾ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹ ਜੇ ਅਸੀਂ ਕੰਪੈਰੀਟਿਵਲੀ ਕੈਨੇਡੀਅਨ ਸਿਸਟਮ ਨੂੰ ਦੇਖੀਏ ਤੇ ਦੇਖੋ, ਉਹ ਕੈਨੇਡਾ ਦੀ ਜਿਹੜੀ ਗਵਰਨਮੈਂਟ ਆ ਜਾਂ ਕੈਨੇਡਾ ਦਾ ਸਿਸਟਮ, ਆਰਥਿਕ ਢਾਂਚਾ ਵਾ, ਇਹਦਾ ਵੀ ਕੋਈ ਵਖਰੇਵਾਂ ਨਹੀਂ। ਇੱਥੇ ਵੀ ਤੁਹਾਨੂੰ ਪਤਾ ਵਾ ਕਿ ਹੁਣ ਡੇ ਬਾਏ ਡੇ ਇੰਨੀ ਐਜੂਕੇਸ਼ਨ ਐਜ਼ ਵੈਲ ਐਜ਼ ਇਹਦੇ ਵਿੱਚ ਹੈਲਥ ਸੈਕਟਰ ਦੇ ਵਿੱਚ ਕਿੰਨੀ ਡਿਟੀਰੀਓਰੇਸ਼ਨ ਹੋ ਰਹੀ ਹੈ। ਅੱਜ ਇਹ ਟੋਟਲੀ ਫ੍ਰੀ ਸੀ ਸਿਸਟਮ। ਹੁਣ ਕੀ ਆ, ਤੁਸੀਂ ਜਦੋਂ ਡਾਕਟਰ ਤੁਹਾਨੂੰ ਮੈਡੀਸਿਨ ਲਿਖ ਕੇ ਦਿੰਦਾ ਤੇ ਤੁਸੀਂ ਉਹ ਮੈਡੀਸਿਨ ਜਿਹੜੀ ਜਦੋਂ ਲੈਣ ਜਾਂਦੇ ਹੋ, ਉਹ ਕੋਈ ਤੁਹਾਡੀ ਇੰਸ਼ੋਰੈਂਸ ਕਵਰੇਜ ਨਹੀਂ। ਇੱਕ ਜਿਹੜੀ ਸਿਰ ਦਰਦ ਦੀ ਦਵਾਈ ਉਹ ਤੁਹਾਨੂੰ $85 ਦੀ, $90 ਦੀ, $100 ਦੀ ਮਿਲਦੀ ਹੈ। ਉਹ ਕਿਸ ਤਰੀਕੇ ਦੇ ਨਾਲ ਮਤਲਬ ਉਹਨਾਂ ਲੋਕਾਂ ਦੀ ਲੁੱਟ ਹੋ ਰਹੀ ਹੈ। ਇੱਥੇ ਕੈਨੇਡਾ ਵਿੱਚ ਵੀ ਉਹ ਸਕੂਲ ਜਿਹੜੇ ਆ ਉਸੇ ਤਰਜ਼ ਦੇ ਉੱਤੇ ਬੰਦ ਕੀਤੇ ਜਾ ਰਹੇ, ਜਿਹਦੇ ਵਿੱਚ ਹਿੰਦੁਸਤਾਨ ਦੇ ਵਿੱਚ ਐਜੂਕੇਸ਼ਨ ਸਿਸਟਮ ਦਾ ਤੇ ਹੈਲਥ ਸਿਸਟਮ ਦਾ ਜਿਹੜਾ ਸਤਿਆਨਾਸ਼ ਹੋਇਆ ਵਾ। ਮਤਲਬ ਇਹ ਜਿਹੜਾ ਕਾਰਪੋਰੇਟ ਸੈਕਟਰ ਆ ਥਰੂ ਆਊਟ ਦੀ ਵਰਲਡ, ਇਹਦੀ ਕਰੈਕਟਰਿਸਟਿਕਸ ਜਿਹੜੀ ਆ, ਇਹਦਾ ਕਰੈਕਟਰ ਜਿਹੜਾ ਬਿਲਕੁਲ ਸੇਮ ਆ। ਅੱਛਾ, ਚਲੋ ਆਪਾਂ ਗੱਲ ਕਰ ਰਹੇ ਸੀਗੇ ਇਸ ਸਿਸਟਮ ਦੇ, ਜਿਸ ਤਰ੍ਹਾਂ ਲੋਕਾਂ ਨੇ ਪਹਿਲਾਂ ਇਹਨੂੰ ਵੈਲਕਮ ਕੀਤਾ ਸੀਗਾ, ਔਰ ਦੂਜੀ ਗੱਲ ਇਹ ਹੋਈ ਕਿ ਇਹਦੇ ਨਾਲ ਕਿਤੇ ਨਾ ਕਿਤੇ ਸਾਨੂੰ ਲੱਗਿਆ ਕਿ ਸ਼ੁਰੂਆਤੀ ਦੌਰ ਦੇ ਵਿੱਚ ਕਿ ਇਹਦੇ ਨਾਲ ਵਿਕਾਸ ਦੀ ਦਰ ਤੇਜ਼ ਹੋਈ ਆ। ਜਿਵੇਂ ਇੱਕ ਵਰਤਾਰਾ ਆਇਆ ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ, ਰਾਜੀਵ ਗਾਂਧੀ ਜਦੋਂ ਆਇਆ ਤੇ ਲੋਕਾਂ ਨੇ ਕਹਿ ਦਿੱਤਾ ਜੀ ਜਿਹੜੀ ਆ ਉਹਨੂੰ ਭਾਰਤ ਵਿੱਚ ਜਿੱਦਾਂ ਕਿਹਾ ਜਾਂਦਾ ਨਾ ਕਿ ਕੰਪਿਊਟਰ ਦਾ ਜਨਮਦਾਤਾ ਉਹਨੂੰ ਕਹਿ ਦਿੱਤਾ। ਮਤਲਬ ਕਿਉਂਕਿ ਵੇਖੋ ਜਿਹੜੀਆਂ ਇਹ ਇੰਟਰਨੈਸ਼ਨਲ ਲੈਵਲ ਤੇ ਜੋ ਰਿਸਰਚ ਹੋ ਰਹੀਆਂ ਨੇ, ਉਹ ਅੱਜ ਨਹੀਂ ਤੇ ਕੱਲ ਹੌਲੀ ਹੌਲੀ ਹਰ ਜਗ੍ਹਾ ਪਹੁੰਚਣੀਆਂ ਨੇ। ਇੱਥੋਂ ਤੱਕ ਕਿ ਜਿੱਦਾਂ ਹੁਣ ਬਹੁਤ ਪਿਛੜੇ ਹੋਏ ਸੁਡਾਨ ਵਰਗੇ ਮੁਲਕ, ਨਾਈਜੀਰੀਆ ਵਰਗੇ ਮੁਲਕ ਨੇ, ਉੱਥੇ ਵੀ ਤੇ ਇਹ ਚੀਜ਼ਾਂ ਪਹੁੰਚੀਆਂ ਹੀ ਨਾ। ਪਰ ਕਿਸ ਤਰੀਕੇ ਨਾਲ ਜਿਹੜਾ ਕਾਰਪੋਰੇਟ ਹੈ ਕਿਸੇ ਨੂੰ ਜਿੱਦਾਂ ਪ੍ਰੋਜੈਕਟ ਕਰਦਾ, ਕਿਸੇ ਨੂੰ, ਕਿਸੇ ਵਿਅਕਤੀ ਨੂੰ, ਜਾਂ ਕਿਸ ਤਰੀਕੇ ਨਾਲ। ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਨਵਨੀਤ ਚਤੁਰਵੇਦੀ ਹੋਰਾਂ ਦੀ ਕਿਤਾਬ ਹੈ, ਜਿਹੜਾ ਇਹਦੇ ਉੱਤੇ ਜਿਹੜੀ ਜੀਓਪੋਲਿਟਿਕਸ ਹੈ ਕਿ ਕਿਸ ਤਰੀਕੇ ਨਾਲ ਇਹ ਮੋਦੀ ਵਾਲਾ ਜਿਹੜਾ ਚੀਜ਼ਾਂ ਨੂੰ ਉਭਾਰਿਆ ਗਿਆ, ਕਿੰਨਾ ਸਮਾਂ ਲੱਗਿਆ ਇਹਨੂੰ, ਔਰ ਕਿਸ ਤਰੀਕੇ ਨਾਲ ਇਹਨੂੰ ਪ੍ਰੋਜੈਕਟ ਕਰਕੇ ਅੱਗੇ ਲਿਆਂਦਾ ਗਿਆ। ਇਹ ਅੱਜ ਨਹੀਂ, ਭਾਰਤ ਵਿੱਚ ਆਜ਼ਾਦੀ ਦੀ ਜਦੋਂ ਲੜਾਈ ਲੜੀ ਗਈ, ਪਹਿਲੀ ਜਿੱਤ ਹੋਈ, ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਪੋਲਿਟਿਕਸ ਜਿਹੜੀ ਆ, ਸਾਨੂੰ ਲੱਗਦੇ ਸੀ ਆਜ਼ਾਦ ਹੋ ਗਏ ਆ, ਪਰ ਜਿਹੜੇ ਬਾਹਰੀ ਪ੍ਰਭਾਵ ਨੇ, ਜਿਸ ਤਰ੍ਹਾਂ ਦਾ ਕਾਰਪੋਰੇਟ ਦਾ ਦਖਲ ਹੈ, ਉਹ ਲਗਾਤਾਰ ਕਿਸੇ ਨਾ ਕਿਸੇ ਤਰ੍ਹਾਂ ਚੱਲਦਾ ਆ ਰਿਹਾ ਸੀਗਾ। ਇਹ ਜਦੋਂ ਸਰਦਾਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਫਾਂਸੀ ਹੁੰਦੀ ਹੈ 1931 ਦੇ ਵਿੱਚ, ਉਹਨਾਂ ਦੀ ਜੇਲ੍ਹ ਡਾਇਰੀ ਦੇ ਵਿੱਚ ਉਹਨਾਂ ਨੇ ਲਿਖਿਆ, ਉਹਨਾਂ ਦੇ ਸ਼ਹਾਦਤ ਤੋਂ ਪਹਿਲਾਂ ਜਿਹੜੀ ਜੇਲ੍ਹ ਡਾਇਰੀ ਲਿਖੀ ਆ, ਉਹਦੇ 'ਚ ਉਹਨਾਂ ਨੇ ਉਹ ਗੱਲ ਕਲੀਅਰ ਕੀਤੀ ਹੈ ਕਿ ਮੈਨੂੰ ਇਹ 23 ਮਾਰਚ ਨੂੰ ਜਿਹੜੀ ਆ ਫਾਂਸੀ ਹੋ ਜਾਏਗੀ। ਮੇਰੇ ਤੋਂ ਬਾਅਦ ਹਿੰਦੁਸਤਾਨ ਦੇ ਵਿੱਚੋਂ ਜਿਹੜੇ ਅੰਗਰੇਜ਼ ਨੇ, ਗੋਰੇ, ਉਹ ਵੀ ਚਲੇ ਜਾਣਗੇ, ਪਰ ਹਿੰਦੁਸਤਾਨ ਦੀ ਹਕੂਮਤ ਜਿਹੜੀ ਆ ਉਹਨਾਂ ਜਰਵਾਣਿਆਂ ਦੇ ਕੋਲ ਆ ਜਾਏਗੀ ਜਿਹੜੇ ਮੇਰੇ ਲੋਕਾਂ ਦੀ ਪੁੱਠੀ ਖੱਲ ਜਿਹੜੀ ਆ ਉਹ ਤਾਂ ਦੇੜਨਗੇ। ਤੇ ਲੋਕਾਂ ਨੂੰ ਐਂ ਲੱਗੇਗਾ 1947 ਜੋ ਵੀ ਹੈ, ਜਦੋਂ ਗੋਰੇ ਗਏ, ਕਿਉਂਕਿ ਭਗਤ ਸਿੰਘ ਦੇ ਟਾਈਮ ਤੇ 47 ਕੋਈ ਨੀਅਤ ਨਹੀਂ ਸੀ ਹੋਈ ਡੇਟ,
ਉਹਨਾਂ ਨੂੰ ਇਹ ਉਹਨਾਂ ਨੇ ਕਿਹਾ ਕਿ ਮੇਰੇ ਤੋਂ ਬਾਅਦ ਲੋਕ ਸਮਝਣਗੇ ਕਿ ਹਿੰਦੁਸਤਾਨ ਦੇ ਵਿੱਚੋਂ ਚਲੇ ਗਏ ਆ ਜੀ, ਗੋਰੇ ਚਲੇ ਗਏ, ਹਿੰਦੁਸਤਾਨ ਹੋ ਗਿਆ ਆਜ਼ਾਦ। ਕਹਿੰਦਾ ਕੋਈ ਆਜ਼ਾਦੀ ਨਹੀਂ। ਭਗਤ ਸਿੰਘ ਹਰਾਂ ਨੇ ਲਿਖਿਆ ਕਿ ਇਹ ਕੋਈ ਆਜ਼ਾਦੀ ਨਹੀਂ, ਲੋਕਾਂ ਦੀ ਲੁੱਟ ਜਿਹੜੀ ਆ ਦੁਗਣੀ ਚੌਗਣੀ ਗੋਰਿਆਂ ਨਾਲੋਂ ਵੀ ਜ਼ਿਆਦਾ ਇਹ ਕਰਨਗੇ। ਜਿਹੜੇ ਲੋਕ ਜਿਹੜੇ ਆਪਣੇ ਹੱਕਾਂ ਦੇ ਲਈ ਲੜਨਗੇ ਉਹਨਾਂ ਨੂੰ ਗੋਲੀਆਂ ਦੀਆਂ ਬਾਛੜਾਂ ਦਾ ਸਾਹਮਣਾ ਕਰਨਾ ਪਏਗਾ, ਝੂਠੇ ਪੁਲਿਸ ਮੁਕਾਬਲਿਆਂ 'ਚ ਉਹਨਾਂ ਨੂੰ ਮਾਰਨਗੇ। ਤੇ ਉਹ ਲੋਕ ਜਿਹੜੇ ਸੀ ਉਦੋਂ ਭਗਤ ਸਿੰਘ ਹਰਾਂ ਨੂੰ ਕੁਝ ਲੋਕਾਂ ਦੇ ਜਿਹੜੇ ਦਿਮਾਗ ਇਸ ਤਰ੍ਹਾਂ ਦੇ ਸੀ ਕਿ ਉਹ ਸਮਝਦੇ ਸੀ ਕਿ ਨਹੀਂ, ਇਹ ਅੱਥਰੇ ਨੌਜਵਾਨ ਨੇ, ਇਹਨਾਂ ਦੀ ਗਰਮ ਭਾਸ਼ਾ ਵਾ, ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ, ਇਹ ਗੱਲਾਂ ਹੋਣੀਆਂ ਨਹੀਂ। ਪਰ ਭਗਤ ਸਿੰਘ ਹਰਾਂ ਨੇ ਇਹ ਗੱਲ ਕਹੀ ਸੀ ਕਿ ਕੁਝ ਦਹਾਕੇ ਬਾਅਦ ਤੁਹਾਨੂੰ ਮੇਰੀਆਂ ਇਹ ਗੱਲਾਂ ਯਾਦ ਆਉਣਗੀਆਂ। ਤੇ ਉਹ ਦਹਾਕੇ ਕੋਈ ਜ਼ਿਆਦਾ ਨਹੀਂ ਬੀਤੇ, ਹਾਰਡਲੀ 1-2 ਦਹਾਕਿਆਂ ਬਾਅਦ ਹੀ ਉਹ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਉਹ ਜਿਹੜਾ ਸ਼ੂਰਵੀਰ ਸੀ, ਹਿੰਦੁਸਤਾਨ ਦੀ ਧਰਤੀ ਲਈ ਜਿਹੜੀ ਸ਼ਹਾਦਤ ਦੇ ਗਿਆ ਸੀ, ਉਹਦੀਆਂ ਗੱਲਾਂ ਜਿਹੜੀਆਂ ਵਾ ਬਿਲਕੁਲ 16 ਆਨੇ ਜਿਹੜੀਆਂ ਸੱਚੀਆਂ ਹੋ ਰਹੀਆਂ ਵਾ। ਹੁਣ ਅੱਜ ਵੇਖ ਲਓ ਕਿਸ ਤਰੀਕੇ ਨਾਲ ਮਜ਼ਦੂਰ ਦੀ, ਕਿਸਾਨ ਦੀ, ਹੱਥੀਂ ਕਿਰਤ ਕਰਨ ਵਾਲੇ ਦੀ, ਭਾਵੇਂ ਉਹ ਅਧਿਆਪਕ ਹੋਵੇ, ਟੀਚਰ ਹੋਵੇ, ਯੂਨੀਵਰਸਿਟੀ ਦਾ ਟੀਚਰ ਹੋਵੇ, ਯੂਨੀਵਰਸਿਟੀ ਦੇ ਟੀਚਰ ਨੂੰ ਉਹ ਦੇ ਰਹੇ 10-10 20-20 ਹਜ਼ਾਰ ਰੁਪਏ ਦੇ ਵਿੱਚ ਜਿਹੜੀ ਆ ਜੌਬ ਦੇ ਰਹੇ ਆ। ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਜਿਹੜੀ ਟੈਲੈਂਟ ਦੀ ਜਿਹੜੀ ਆ ਕਿਸ ਤਰੀਕੇ ਨਾਲ ਲੁੱਟ ਹੋ ਰਹੀ ਆ, ਮਜ਼ਦੂਰਾਂ ਦੀ ਜਿਹੜੀ ਹੱਥੀਂ ਮਿਹਨਤ ਦੀ ਲੁੱਟ ਹੋ ਰਹੀ ਹੈ, ਕਿਸਾਨ ਦੀ ਜਿਹੜੀ ਹੱਥੀਂ ਮਿਹਨਤ ਦੀ ਲੁੱਟ ਹੋ ਰਹੀ ਹੈ। ਤੇ ਉਹ ਸਾਰਾ ਵਰਤਾਰਾ ਜਿਹੜਾ ਵਾ ਇਹ ਇੱਕ ਇਤਿਹਾਸਕ ਸੱਚਾਈ ਹੈ ਜੋ ਤੁਹਾਨੂੰ ਮੈਂ ਸ਼ਹੀਦੇ ਆਜ਼ਮ ਹਰਾਂ ਦੀ ਦੱਸੀ ਹੈ। ਨਹੀਂ ਚਲੋ ਸ਼ਹੀਦੇ ਆਜ਼ਮ ਦੀ ਤੁਸੀਂ ਗੱਲ ਸ਼ੁਰੂ ਕੀਤੀ ਕਿਉਂਕਿ ਉਹ ਵੀ ਜਿਹੜੇ ਆ 1917 ਵਾਲੇ ਰਸ਼ੀਅਨ ਲੈਂਗੁਏਜ ਤੋਂ, ਰਸ਼ੀਅਨ ਰੈਵੋਲੂਸ਼ਨ ਤੋਂ ਬੜੇ ਪ੍ਰਭਾਵਿਤ ਸੀਗੇ। ਉਹਨਾਂ ਦੀਆਂ ਲਿਖਤਾਂ ਤੋਂ ਵੀ ਲੱਭਦਾ ਹੈ ਕਿ ਉਹ ਅਖੀਰ ਤੱਕ ਜਿਹੜਾ ਉਹ ਲੈਲਨ ਨੂੰ ਪੜ੍ਹਦੇ ਰਹੇ ਔਰ ਕਰਦੇ ਰਹੇ, ਔਰ ਉਹ ਤੋਂ ਬੜਾ ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜੇ ਭਾਰਤ ਦੀ ਆਜ਼ਾਦੀ ਦੀ ਲੜਾਈ ਨਹਿਰੂ ਹਰੀ ਲੜ ਰਹੇ ਆ, ਗਾਂਧੀ ਹਰਾਂ ਦੀ ਰਹਿਨਮਾਈ ਹੇਠ ਲੜੀ ਜਾ ਰਹੀ ਆ, ਜਾਂ ਜਿਸ ਤਰ੍ਹਾਂ ਬਾਅਦ ਦੇ ਵਿੱਚ 2 ਕੌਮਾਂ ਦੀ ਥਿਊਰੀ ਦੀ ਵੰਡ ਜਿਹੜੀ ਕੀਤੀ ਆ ਉਹਨੇ ਜਨਾਹ ਸਾਹਿਬ ਨੇ, ਇਹ ਲੋਕ ਜਿਹੜੇ ਆ ਇਹ ਲੋਕ ਹਤੈਸ਼ੀ ਨਹੀਂ ਗਏ। ਉਹਨਾਂ ਨੂੰ ਲੱਗਦਾ ਸੀਗਾ, ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਕਿਸੇ ਸਰ ਪਤਾ ਨਹੀਂ ਜੌਨ ਦੇ ਜਾਣ ਤੋਂ ਬਾਅਦ ਅਗਰ ਕੋਈ ਰਾਮਨਾਥ ਆ ਜਾਂਦਾ, ਕੋਈ ਕਾਲੀ ਚਮੜੀ ਵਾਲਾ ਵੀ ਆ ਜਾਂਦਾ ਤੇ ਭਾਰਤ ਦੇ ਲੋਕਾਂ ਦੀ ਬੰਦ ਖਲਾਸੀ ਨਹੀਂ ਹੋਣ ਲੱਗੀ। ਉਹਨਾਂ ਨੇ ਇਹ ਵੀ ਨਾਅਰਾ ਦਿੱਤਾ ਸੀ ਕਿ ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਉਹਨਾਂ ਚਿਰ ਸਾਡੀ ਜੱਦੋ-ਜਹਿਦ ਜਿਹੜੀ ਆ ਜਾਰੀ ਰਹੇਗੀ। ਪਰ ਅਫਸੋਸ ਇਸ ਗੱਲ ਦਾ ਹਰਪ੍ਰਮਿੰਦਰ ਕਿ ਉਹਨਾਂ ਦੇ ਪਾਏ ਪੂਰਨਿਆਂ ਦੇ ਉੱਤੇ ਸਾਡਾ ਉਹ ਪ੍ਰੋਗਰੈਸਿਵ ਜਿਹੜਾ ਆਪਣੇ ਆਪ ਨੂੰ ਕਹਿਣ ਵਾਲਾ ਵਰਗ ਆ ਉਹ ਵੀ ਖੜਾ ਨਹੀਂ ਰਹਿ ਸਕਿਆ ਕਿਤੇ। ਹਾਂਜੀ ਬਿਲਕੁਲ ਠੀਕ ਗੱਲ ਹੈ, ਬਿਲਕੁਲ ਇਹ ਗੱਲ ਦਰੁਸਤ ਵਾ ਕਿ ਕੋਈ ਸਮੇਂ ਦੇ ਵਿੱਚ ਨਾ ਲੋਕਾਂ ਨੂੰ ਜਿਹੜੀਆਂ ਛੋਟੀਆਂ-ਮੋਟੀਆਂ ਨੌਕਰੀਆਂ ਮਿਲ ਗਈਆਂ, ਕੋਈ ਕਲਰਕ ਲੱਗ ਗਿਆ, ਕੋਈ ਪੁਲਿਸ 'ਚ ਸਿਪਾਹੀ ਭਰਤੀ ਕਰਤਾ ਸਰਕਾਰ ਨੇ, ਕਿਉਂਕਿ ਇਹ ਉਹਨਾਂ ਨੂੰ ਆਪਣਾ ਸਿਸਟਮ ਚਲਾਉਣ ਦੇ ਲਈ ਪੁਲਿਸ ਦੀ ਵੀ ਲੋੜ ਸੀ, ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਕਲਰਕਾਂ ਦੀ ਵੀ ਲੋੜ ਸੀ, ਸਕੂਲਾਂ 'ਚ ਉਹਨਾਂ ਨੂੰ ਅਧਿਆਪਕਾਂ ਦੀ ਵੀ ਲੋੜ ਸੀ। ਉਹ ਜਦੋਂ ਉਹਦੇ ਵਿੱਚ ਭਰਤੀ ਹੋ ਗਏ ਉਹਨਾਂ ਦੇ ਬੱਚੇ ਤੇ ਉਹ ਉੱਥੋਂ ਇੱਕ ਡਿਵੈਲਪਮੈਂਟ ਹੋਈ, ਮਿਡਲ ਕਲਾਸ ਡਿਵੈਲਪ ਹੋਣੀ ਸ਼ੁਰੂ ਹੋਈ। ਉਸ ਮਿਡਲ ਕਲਾਸ ਨੇ ਇਹ ਸੋਚਿਆ ਕਿ ਨਹੀਂ ਅਸੀਂ ਤੇ ਹੈਗੇ ਸੁਪੀਰੀਅਰ, ਅਸੀਂ ਤੇ ਰੋਟੀ ਰੱਜ ਕੇ ਖਾਂਦੇ ਆ ਚੰਗੇ। ਉਹਨਾਂ ਦਿਨਾਂ 'ਚ ਚਲੋ ਕਾਰਾਂ ਨਹੀਂ ਸੀ ਤੇ ਘੱਟੋ ਘੱਟ ਸਕੂਟਰ ਸਾਡੇ ਕੋਲ ਹੈਗਾ ਵਾ, ਸਾਡੇ ਕੋਲ ਬਜਾਜ ਚੇਤਕ ਸਕੂਟਰ ਵਾ, ਅਸੀਂ ਸਕੂਟਰਾਂ 'ਤੇ ਜਾਂਦੇ ਆ, ਕਾਰਾਂ ਆਪਣੇ ਚੰਗੀ ਰੋਟੀ ਖਾਂਦੇ ਆ, ਬੱਚੇ ਸਾਡੇ ਪੜ੍ਹਨ ਡਏ ਚੰਗੇ ਸਕੂਲਾਂ 'ਚ, ਪ੍ਰਾਈਵੇਟ ਸਕੂਲਾਂ 'ਚ ਪੜ੍ਹਨ ਡਏ। ਤੇ ਉਹ ਇੱਕ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਕਿ ਨਹੀਂ ਜੀ ਅਸੀਂ ਸੁਪੀਰੀਅਰ ਆ ਕਿਉਂਕਿ ਸਾਨੂੰ ਇਹ ਸਿਸਟਮ ਨੇ ਸੁਪੀਰੀਅਰ ਕਰ ਦਿੱਤਾ। ਭਾਵੇਂ ਉਹਨਾਂ ਵਿੱਚ ਇੱਕ ਪ੍ਰੋਗਰੈਸਿਵ ਤਬਕਾ ਵੀ ਬੜਾ ਤਗੜਾ ਸੀ ਜਿਹੜਾ ਕਿਸੇ ਸਮੇਂ ਦੇ ਵਿੱਚ ਉਹ ਗੱਲ ਕਰਦਾ ਸੀ ਕਿ ਇਹ ਆਜ਼ਾਦੀ ਝੂਠ ਦੀ ਹੈ, ਤੇ ਪਰ ਉਹਨਾਂ ਨੇ ਵੀ ਇਹ ਗੱਲ ਜਿਹੜੀ ਹੈ ਉਸ ਗੱਲ ਨੂੰ ਅਪਣਾ ਲਿਆ ਕਿ ਸਾਨੂੰ ਫਾਇਦਾ ਮਿਲਣ ਡਿਆ, ਚਲੋ ਇਸ ਕਰਕੇ ਅਸੀਂ ਤੇ ਕੁੰਭਕਰਨ ਦੀ ਨੀਂਦ ਸੌਂ ਜਾਈਏ। ਪਰ ਇਹ ਨਹੀਂ ਸੀ ਪਤਾ ਕਿ ਆਉਣ ਵਾਲਾ ਵਰਤਾਰਾ ਜਿਹੜਾ ਇੰਨਾ ਡੇਂਜਰਸ ਹੋਏਗਾ। ਤੇ ਹੁਣ ਜਿਹੜੇ ਆ ਹੁਣ ਉਹੀ ਲੋਕ ਆਪਣੇ ਬੱਚਿਆਂ ਨੂੰ ਆਪਣੀਆਂ ਜ਼ਮੀਨਾਂ ਵੇਚ ਕੇ, ਆਪਣਾ ਸਾਰਾ ਕੁਝ ਘਰ ਗਹਿਣਾ ਗੱਟਾ ਵੇਚ ਕੇ, ਘਰ ਵੇਚ ਕੇ ਅੱਜ ਬਾਹਰਲੇ ਮੁਲਕਾਂ ਦੇ ਵਿੱਚ ਭੇਜ ਰਹੇ ਆ ਕਿ ਤੂੰ ਇੱਥੇ ਆਣ ਕੇ ਹੋਟਲਾਂ ਦੇ ਵਿੱਚ ਭਾਵੇਂ ਭਾਂਡੇ ਹੀ ਧੋ ਲਓ, ਲੇਕਿਨ ਇਹ ਹੈ ਕਿ ਤੁਸੀਂ ਇੱਥੋਂ ਹਿੰਦੁਸਤਾਨ 'ਚੋਂ ਨਿਕਲ ਜਾਓ, ਘੱਟੋ ਘੱਟ ਰੋਟੀ ਖਾਣ ਜੋਗੇ ਤੇ ਹੋਗੇ, ਕਿਉਂਕਿ ਹਿੰਦੁਸਤਾਨ ਦੇ ਵਿੱਚ ਰੋਟੀ ਦਾ ਵੀ ਜਿਹੜਾ ਵਾ ਲਾੜੇ ਪਏ। ਅੱਛਾ ਹਰਪ੍ਰਮਿੰਦਰ, ਜਦੋਂ ਆਪਾਂ ਭਾਰਤ ਦੀ ਹੁਣ ਦੀ ਸਥਿਤੀ ਨੂੰ ਵੇਖਦੇ ਹਾਂ ਤੇ ਅੱਜ ਤੋਂ 25 30 40 ਸਾਲ ਪਹਿਲਾਂ ਜਦੋਂ ਆਜ਼ਾਦੀ ਤੋਂ ਬਾਅਦ ਦਾ ਭਾਰਤ ਸੀਗਾ
ਉਹਦੇ ਵਿੱਚ ਜਿਹੜੀ ਲੈਫਟ ਮੂਵਮੈਂਟ ਸੀਗੀ ਉਹ ਕਿਤੇ ਨਾ ਕਿਤੇ ਉਹਦੀ ਕਾਫੀ ਐਗਜ਼ਿਸਟਿੰਗ ਸੀਗੀ। ਹਾਂਜੀ। ਕਾਫੀ ਸਾਰੇ ਮੈਂਬਰ ਪਾਰਲੀਮੈਂਟ ਵੀ ਚੁਣ ਕੇ ਜਿਹੜੇ ਆ ਲੈਫਟ ਵੱਲੋਂ ਜਾਂਦੇ ਹੁੰਦੇ ਸੀਗੇ। ਇਹ ਕੀ ਕਾਰਨ ਬਣਿਆ ਕਿ ਲੈਫਟ ਦੀ ਹੋਂਦ ਹੌਲੀ ਹੌਲੀ ਖੁਰਦੀ ਬਿਲਕੁਲ ਜ਼ੀਰੋ ਤੇ ਆ ਗਏ। ਇੱਥੋਂ ਤੱਕ ਕਿ 40 ਸਾਲ ਬੰਗਾਲ ਦੇ ਵਿੱਚ ਰਾਜ ਕਰਨ ਤੋਂ ਬਾਅਦ ਵੀ ਮਤਲਬ ਆਪਣੇ ਆਪ ਨੂੰ ਮਤਲਬ ਖੱਬੀਆਂ ਧਿਰਾਂ ਕਹਿਣਾ ਜਾਂ ਸਿਰਫ ਖੱਬੇ ਦੀ ਕਈ ਕਾਮਰੇਡ ਨਾਂ ਰੱਖ ਲਿਆ ਤੇ ਖੱਬੇ ਹੋ ਗਏ। ਤੇ ਉਹਨਾਂ ਦਾ ਜਿਹੜਾ ਕੰਮਕਾਰ ਦਾ ਤਰੀਕਾਕਾਰ ਸੀਗਾ ਜਿਸ ਤਰੀਕੇ ਨਾਲ ਕੀਤਾ, ਤੇ ਉੱਥੇ ਵੀ ਤੁਹਾਨੂੰ ਕੋਈ ਲੱਗਦਾ ਹੈ ਕਿ ਕੋਈ ਇਸ ਤਰ੍ਹਾਂ ਦਾ ਉਹਨਾਂ ਨੇ ਮੀਲ ਪੱਥਰ ਸਾਬਿਤ ਕੀਤਾ ਕਿ ਦੂਜੀਆਂ ਸਟੇਟਾਂ ਨਾਲੋਂ ਕੁਝ ਵੱਖਰਾ ਨਜ਼ਰ ਆਵੇ ਬੰਗਾਲ? ਦੇਖੋ ਬੰਗਾਲ ਕੇਰਲਾ ਜਾਂ ਜਿੱਥੇ ਕਿਤੇ ਵੀ ਰਹੇ। ਹਾਂਜੀ, ਓਵਰਆਲ ਜੇ ਤੇ ਦੇਖਿਆ ਜਾਵੇ ਤੇ ਜਿਸ ਤਰ੍ਹਾਂ ਲੈਨਨ ਹਰਾਂ ਨੇ ਗੱਲ ਕਹੀ ਸੀ ਕਿ ਗੱਲ ਜਿਹੜੀ ਸੰਪੂਰਨ ਆਜ਼ਾਦੀ ਦੀ ਗੱਲ ਵਾ, ਜੇ ਅਸੀਂ ਕਹੀਏ ਇੱਕ ਖਿੱਤੇ ਦੇ ਵਿੱਚ ਇਲੈਕਸ਼ਨ ਕਰਾ ਕੇ ਉਹਦੇ ਵਿੱਚ ਸਾਡੇ ਪ੍ਰੋਗਰੈਸਿਵ ਲੋਕ, ਸਾਡੇ ਕਮਿਊਨਿਸਟ ਲੋਕ ਜਿਹੜੇ ਆ ਉਹਦੇ ਉੱਤੇ ਰਾਜ ਕਰਨਾ ਸ਼ੁਰੂ ਕਰ ਦੇਣ, ਕਿਉਂਕਿ ਸਿਸਟਮ ਜਿਹੜਾ ਫੈਡਰਲ ਸਿਸਟਮ ਆ, ਫੈਡਰਲ ਸਿਸਟਮ ਇਸ ਤਰੀਕੇ ਨਾਲ ਗਲਤਾਨੀ ਦੇ ਵਿੱਚ ਜਾ ਚੁੱਕਾ ਵਾ ਕਿ ਉਹ ਲੋਕ ਜਿਹੜੇ ਭਾਵੇਂ ਸਰਕਾਰਾਂ ਹੀ ਬਣ ਗਈਆਂ ਉਹਨਾਂ ਦੀਆਂ, ਕਮਿਊਨਿਸਟਾਂ ਦੀਆਂ ਸਰਕਾਰਾਂ ਵੈਸਟ ਬੰਗਾਲ 'ਚ ਬਣੀ, ਤ੍ਰਿਪੁਰਾ 'ਚ ਬਣੀ, ਕੇਰਲਾ 'ਚ ਬਣੀ ਤੇ ਕਾਫੀ ਇਹਨਾਂ ਦੀ ਮੈਜੋਰਟੀ ਵੀ ਰਹੀ, ਪਰ ਉਹਨਾਂ ਨੂੰ ਚੰਗੇ ਤਰੀਕੇ ਨਾਲ ਚੱਲਣ ਹੀ ਨਹੀਂ ਦਿੱਤਾ ਗਿਆ। ਤੇ ਦੂਸਰੀ ਇਹ ਗੱਲ ਹੋਈ ਕਿ ਉਹਨਾਂ ਲੋਕਾਂ ਨੂੰ ਵੀ ਇਹਨਾਂ ਨੇ ਜਿਹੜਾ ਕੈਪੀਟਲਿਸਟ ਸਿਸਟਮ ਸੀ, ਕਾਰਪੋਰੇਟ ਸਿਸਟਮ ਸੀ, ਉਹਨਾਂ ਦੀਆਂ ਸਰਕਾਰਾਂ ਦੇ ਮਿਨਿਸਟਰਾਂ ਨੂੰ, ਉਹਨਾਂ ਦੇ MLA ਨੂੰ, ਉਹਨਾਂ ਦੇ MPs ਨੂੰ ਵੀ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਮੋਲਡ ਕਰ ਲਿਆ ਕਿ ਕਾਰਪੋਰੇਟ ਸੈਕਟਰ ਜਿਹੜਾ ਵਾ ਇਹਦੇ ਅੰਦਰ ਰਹਿ ਕੇ, ਇਸੇ ਸਿਸਟਮ ਦੇ ਵਿੱਚ ਰਹਿ ਕੇ ਤੇ ਤੁਸੀਂ ਆਪਣਾ ਜੋ ਮਰਜ਼ੀ ਕਰੀ ਚਲੋ, ਪਰ ਇਸ ਸਿਸਟਮ ਦੇ ਖਿਲਾਫ ਲੜਾਈ ਨਾ ਲੜਿਓ। ਤੇ ਹੋਇਆ ਵੀ ਇਸ ਤਰ੍ਹਾਂ ਕਿ ਅਸੀਂ ਉਹ ਸਿਸਟਮ ਦੀ ਗੱਲ ਨਹੀਂ ਕੀਤੀ ਕਿ ਇਹ ਸਿਸਟਮ ਹੀ ਗਲਤ ਵਾ, ਜਦ ਕਿ ਇਹ ਸਿਸਟਮ ਹੀ ਨਹੀਂ ਚੇਂਜ ਹੁੰਦਾ। ਤੇ ਇਹ ਲੋਕਾਂ ਨੂੰ, ਉਹ ਸਰਕਾਰਾਂ ਤੇ ਬਣੀਆਂ ਸੀ ਇਹ ਕਰਕੇ ਗੱਲ ਕਿ ਤੁਹਾਨੂੰ ਜਿਹੜੇ ਕੰਮ ਕਰਨ ਵਾਲੇ ਲੋਕ ਨੇ, ਹੱਥੀਂ ਮਿਹਨਤ ਕਰਨ ਵਾਲਾ ਮਜ਼ਦੂਰ ਕਿਸਾਨ ਵਾ, ਇਹ ਬਾਗਡੋਰ ਜਿਹੜੀ ਉਹਦੇ ਕੋਲ ਹੋਏਗੀ, ਇਹ ਅਸੀਂ ਕਰਾਂਗੇ ਉਹਨਾਂ ਦੇ ਹੱਕਾਂ ਦੀ ਗੱਲ। ਹੋਇਆ ਫਿਰ ਉਲਟ ਕਿ ਉਹਨਾਂ ਨੇ ਵੀ ਜਿਹੜੀ ਆ ਗੱਲ ਕੀਤੀ, ਅਲਟੀਮੇਟਲੀ ਕਹਿ ਲਓ, ਇਨ ਦੀ ਸ਼ਾਰਟਕਟ ਕਹਿ ਲਓ, ਵਿੰਗੇ ਟੇਢੇ ਢੰਗ ਦੇ ਨਾਲ ਕਹਿ ਲਓ, ਉਹਨਾਂ ਨੇ ਵੀ ਕਾਰਪੋਰੇਟ ਸੈਕਟਰ ਨੂੰ ਜੀ ਆਇਆਂ ਕਿਹਾ। ਤੁਹਾਨੂੰ ਹੁਣ ਮੈਂ ਕਿਸੇ ਪਾਰਟੀਕੂਲਰ ਸਟੇਟ ਦਾ ਨਾਂ ਨਹੀਂ ਲੈਂਦਾ, ਤੇ ਤੁਸੀਂ ਆ ਵੇਖਿਆ ਹੀ ਹੈ ਕਿ ਕੁਝ ਸਟੇਟਾਂ ਜਿਹੜੀਆਂ ਜਿਨ੍ਹਾਂ ਦੀਆਂ ਤੁਸੀਂ ਗੱਲਾਂ ਕਰ ਰਹੇ ਹੋ, ਉਹਨਾਂ ਸਟੇਟਾਂ ਵਿੱਚ ਕਿਸ ਤਰੀਕੇ ਨਾਲ ਇਹਨਾਂ ਨੇ ਹੱਥ ਜੋੜ ਕੇ ਕਿਹਾ ਕਿ ਸਾਡੇ ਇੱਥੇ ਇਨਵੈਸਟਮੈਂਟਾਂ ਕਰੋ, ਸਾਡੀ ਡਾਇਰੈਕਟ ਜਿਹੜੀ ਇਨਵੈਸਟਮੈਂਟ ਕਰੋ। ਉਹਨਾਂ ਨੂੰ ਜ਼ਮੀਨਾਂ ਇਹਨਾਂ ਨੇ ਫ੍ਰੀ ਦੀਆਂ ਦਿੱਤੀਆਂ। ਜਿਹੜੇ ਸਿਟੀ ਦੇ ਵਿੱਚ ਇੱਕ ਗੱਜ ਜ਼ਮੀਨ ਦੀ ਕੀਮਤ ਹੈਗੀ ਆ ਲੱਖ ਰੁਪਈਆ, ਉੱਥੇ ਉਹਨਾਂ ਨੇ ਜ਼ਮੀਨਾਂ ਉਹਨਾਂ ਨੂੰ ਕੌਡੀਆਂ ਦੇ ਭਾਅ ਦੇ ਦਿੱਤੀਆਂ ਕਿ ਤੁਸੀਂ ਇੱਥੇ ਆਪਣਾ ਕੰਮ ਚਲਾਓ। ਤੇ ਜਿਹੜੀ ਇਨਵੈਸਟਮੈਂਟ ਦਾ ਸਿਸਟਮ ਸੀ, ਇਹਦੇ ਨਾਲ ਉਹ ਚੀਜ਼ਾਂ ਉਹਨਾਂ ਨੇ ਵੀ ਉਹਨਾਂ ਨੂੰ ਪੂਰਾ ਰਜਾਇਆ, ਭਾਵੇਂ ਉਹ ਆਪਣੇ ਆਪ ਨੂੰ ਪ੍ਰੋਗਰੈਸਿਵ ਕਹਿੰਦੇ ਸੀ, ਜੋ ਮਰਜ਼ੀ ਕਹਿੰਦੇ ਸੀ, ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀਆਂ ਇਕਨੋਮਿਕ ਲੋੜਾਂ ਨੂੰ ਉਹਨਾਂ ਨੇ ਪੂਰੀਆਂ ਕੀਤਾ। ਤੇ ਉਹ ਜਿਹੜਾ ਵਾ ਕਿ ਉਹ ਵੀ ਉਸੇ ਚੀਜ਼ ਦੇ ਵਿੱਚ ਗਲਤਾਨ ਹੋ ਗਈ। ਤੇ ਅੱਜ ਕੀ ਆ ਦੇਖੋ ਨਾ ਕਿ ਇਹ ਲੋਕ ਪੱਖੀ ਲੋਕਾਂ ਦੀ ਗਿਣਤੀ ਵਧਣੀ ਚਾਹੀਦੀ ਸੀ, ਪਰ ਲੋਕ ਪੱਖੀ ਲੋਕਾਂ ਦੀ ਗਿਣਤੀ ਨਹੀਂ ਵਧੀ। ਉਹ ਸਰਕਾਰਾਂ ਜਿਹੜੀਆਂ ਟੁੱਟ ਗਈਆਂ, ਕਿਸ ਤਰੀਕੇ ਨਾਲ ਵੇਖੋ ਕਿ ਉੱਥੇ ਲੋਕਾਂ ਦਾ ਹਾਲ ਹੋਇਆ। ਬਾਕੀ ਆ ਜਿਹੜਾ ਸਿਸਟਮ ਆ, ਇਹ ਸਿਸਟਮ ਤੇ ਹਮੇਸ਼ਾ ਉਹ ਸ਼ਹਿ ਲਾ ਕੇ ਬੈਠਾ ਵਾ, ਜਿਵੇਂ ਛਿਪਕਲੀ ਨਹੀਂ ਹੁੰਦੀ ਮੱਛਰ ਦੇ ਵੱਲ ਸ਼ਹਿ ਲਾ ਕੇ ਵਹਿੰਦੀ ਹੈ ਕਿ ਇਹ ਮੱਛਰ ਦੇ ਨਾਲ ਹੌਲੀ ਉਹਨੇ ਕਰਾਊਲਿੰਗ ਕਰਕੇ ਜਾਣੀ ਹੈ ਤੇ ਉਹਨੂੰ ਕਿਸ ਤਰ੍ਹਾਂ ਆਪਣੇ ਮੂੰਹ 'ਚ ਸੁੱਟ ਲੈਣਾ ਵਾ। ਤੇ ਉਹਨਾਂ ਨੇ ਵੀ ਇਸ ਤਰ੍ਹਾਂ ਕੀਤਾ। ਪਰ ਇੱਕ ਗੱਲ ਹੈਗੀ ਆ, ਮੈਂ ਇੱਕ ਜਿਹੜਾ ਚੰਗੀ ਗੱਲ ਵੀ ਸੀ ਉਹਨੂੰ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾਂ ਕਿ ਵੈਸਟ ਬੰਗਾਲ ਦੇ ਵਿੱਚ ਜਦੋਂ 1984 ਦੇ ਵਿੱਚ ਐਂਟੀ ਸਿੱਖ ਦੰਗੇ ਹੋਏ ਸੀ, ਤੇ ਜੋ ਮਰਜ਼ੀ ਕਹਿ ਲਓ ਤੁਸੀਂ, ਪਰ ਉੱਥੋਂ ਦੇ ਸਿਸਟਮ ਨੇ ਉੱਥੇ ਇੱਕ ਵੀ ਸਿੱਖ ਦੀ ਜਿਹੜੀ ਆ ਉਹਦਾ ਕਤਲ ਨਹੀਂ ਹੋਣ ਦਿੱਤਾ, ਭਾਵੇਂ ਕਿ ਇਹਨਾਂ ਨੇ ਕੋਸ਼ਿਸ਼ਾਂ ਕਰ ਲਈਆਂ। ਫਿਰ ਵੀ ਉਸ ਸਿਸਟਮ ਦੇ ਵਿੱਚ ਕੁਛ ਨਾ ਕੁਛ ਗੱਲਾਂ ਹੈਗੀਆਂ ਸਨ, ਉਹਨਾਂ ਲੋਕਾਂ ਦੇ ਵਿੱਚ ਸੀ, ਉਹ ਜਿਹੜੇ ਰਾਜ ਕਰਦੇ ਸੀ ਉਹ ਉਸ ਸਿਸਟਮ ਦੇ ਵਿੱਚ ਆਪਣੇ ਵੈਸਟ ਬੰਗਾਲ 'ਚ ਹੀ ਕਹਿ ਲਓ ਤੁਸੀਂ, ਉਹਨਾਂ ਨੇ ਘੱਟੋ ਘੱਟ ਆਪਣੇ ਦੇਸ਼ਾਂ ਦੇ ਵਿੱਚ ਦੰਗੇ ਨਹੀਂ ਹੋਣ ਦਿੱਤੇ। ਅੱਜ ਦਾ ਸਾਡਾ ਵਿਸ਼ਾ ਜਿਹੜੀ ਕਮਿਊਨਿਸਟ ਲਹਿਰ ਹੈ ਉਹਦੇ ਤੇ ਗੱਲ ਕਰਨੀ ਨਹੀਂ ਆ, ਪਰ ਕਿਉਂਕਿ ਜਿਹੜੀਆਂ ਇਹ ਮੂਵਮੈਂਟਸ ਨੇ ਜਾਂ ਜਿੰਨੇ ਅੰਦੋਲਨ ਲੜੇ ਜਾਂਦੇ ਰਹੇ ਆ, ਉਹਨਾਂ ਖਾਸ ਕਰਕੇ ਆਜ਼ਾਦੀ ਤੋਂ ਬਾਅਦ ਦੇ ਅੰਦੋਲਨ, ਭਾਵੇਂ ਆਪਾਂ ਇਹਨੂੰ
ਜੇ ਆਪਾਂ ਕਹੀਏ ਤੇ ਜਿਵੇਂ ਜੇ ਆਜ਼ਾਦੀ ਤੋਂ ਬਾਅਦ ਦੇ ਜਿਹੜੇ ਕਿਸਾਨ ਅੰਦੋਲਨ ਲੜੇ, ਜਿਵੇਂ ਤੁਸੀਂ ਸ਼ੁਰੂ 'ਚ ਜ਼ਿਕਰ ਕੀਤਾ, ਭਾਵੇਂ ਉਹ ਨਕਸਲਬਾੜੀ ਵਾਲਾ ਕਿਸਾਨ ਅੰਦੋਲਨ ਜੋ ਸੀਗਾ ਮੁੜ ਕੇ ਹੌਲੀ ਹੌਲੀ ਸਾਰੇ ਫੈਲਿਆ, ਜਾਂ ਜੇ ਪੰਜਾਬ ਦੇ ਮਿਸਾਲ ਲਈਏ ਮੋਗਾ ਮੋਰਚਾ ਵਗੈਰਾ ਦਾ ਜਿਹੜਾ ਆਪਣਾ ਲੱਗਿਆ ਰਿਹਾ ਵਾ ਛੀਨਿਆਂ ਵਾਲਾ, ਉਹਦੇ ਪਿੱਛੇ ਕਿਤੇ ਨਾ ਕਿਤੇ ਉਹ ਪ੍ਰੋਗਰੈਸਿਵ ਧਿਰਾਂ ਜਿਹੜੀਆਂ ਸੀ ਉਹ ਕੰਮ ਕਰਦੀਆਂ ਸੀਗੀਆਂ। ਤੇ ਅੱਜ ਵੀ ਜਦੋਂ ਇਹ ਕਿਸਾਨ ਅੰਦੋਲਨ ਤੇ ਆਪਾਂ ਮੁੜ ਆ ਜਾਈਏ, ਕਿਸਾਨ ਅੰਦੋਲਨ ਦੀ ਗੱਲ ਆਪਾਂ ਸ਼ੁਰੂ ਕੀਤੀ ਸੀ, ਕਿਸਾਨ ਅੰਦੋਲਨ ਨੇ ਇਹ ਸਾਰਾ ਕੁਝ ਕੀਤਾ। ਹਾਲਾਂਕਿ ਜਿਵੇਂ ਤੁਸੀਂ ਜਿਹੜੀ ਕਮਿਊਨਿਸਟ ਪਾਰਟੀਆਂ ਦੇ ਜਿਹੜੇ ਕਾਮਰੇਡ ਸਾਥੀਆਂ ਦੀ ਗੱਲ ਕਰ ਰਹੇ ਸੀ, ਜਿਹੜਾ ਸ਼ੁਰੂਆਤੀ ਦੌਰ ਸੀਗਾ ਨਾ ਨਬੂਦਰੀ ਪਾ ਦੇ ਨਾਂ ਦਾ, ਦੂਸਰੇ ਲੋਕਾਂ ਦਾ, ਉਹਨਾਂ ਲੋਕਾਂ ਦਾ ਜਿਹੜਾ ਸੀ ਨਾ ਉਹ ਕਰੈਕਟਰ ਕੁਝ ਕਿਸੇ ਤਰ੍ਹਾਂ ਦਾ ਅਲੱਗ ਤਰ੍ਹਾਂ ਦਾ ਸੀਗਾ, ਹਾਈਐਸਟ ਸੀ ਜੀ, ਹਾਈਐਸਟ। ਹਾਂਜੀ। ਤੇ ਹੁਣ ਭਾਵੇਂ ਤ੍ਰਿਪੁਰਾ 'ਚ ਇੱਕ ਲੰਬਾ ਸਮਾਂ ਸਰਕਾਰ ਰਹੀ, ਆਪਾਂ ਵੇਖਿਆ ਉੱਥੇ, ਤੇ ਉਹ ਬੜੇ ਉੱਥੋਂ ਦੇ ਜਿਹੜੇ ਕਾਮਰੇਡ ਸਾਥੀ ਸੀਗੇ, ਜਿਨ੍ਹਾਂ ਨੂੰ ਕਹਿੰਦੇ ਆ ਕਿ ਉਹ ਸੀਐਮ ਸੀਗੇ, ਉਹ ਬੜੇ ਸਿੰਪਲ ਸੀ, ਸਭ ਕੁਝ ਠੀਕ ਸੀ, ਪਰ ਇਹਦੇ ਬਾਵਜੂਦ ਵੀ ਉੱਥੇ ਉਹਨਾਂ ਦਾ ਕਾਡਰ ਇੱਦਾਂ ਦਾ ਤਿਆਰ ਨਹੀਂ ਹੋ ਸਕਿਆ ਕਿ ਉਹ ਜਿਹੜੀਆਂ ਫਾਸ਼ੀਵਾਦੀ ਤਾਕਤਾਂ ਉਹਨਾਂ ਦਾ ਕੋਈ ਮੁਕਾਬਲਾ ਜਿਹੜਾ ਉਹ ਕਰ ਸਕਣ। ਸਿੰਪਲਿਸਿਟੀ ਦੇ ਨਾਲ ਤੇ ਕੁਝ ਨਹੀਂ ਹੋਣ ਲੱਗਾ ਗਿੱਲ ਸਾਹਿਬ। ਉਹਨਾਂ ਨੇ ਕਈ ਦਹਾਕੇ ਰਾਜ ਕੀਤਾ, ਵੈਸਟ ਬੰਗਾਲ 'ਚ ਵੀ ਕੀਤਾ, ਤ੍ਰਿਪੁਰਾ 'ਚ ਵੀ ਕੀਤਾ। ਇਹ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੀ ਜਿਹੜੀ ਲੀਡਰਸ਼ਿਪ ਦੇ ਵਿੱਚ ਕੋਈ ਇਸ ਤਰੀਕੇ ਦੀ ਗੱਲ ਨਹੀਂ ਸੀ ਹੈਗੀ, ਕੋਈ ਬੇਈਮਾਨ ਦਾ ਕੁਝ ਤਮਗਾ ਨਹੀਂ ਉਹਨਾਂ ਨੂੰ ਲੱਗਾ, ਬੇਈਮਾਨੀ ਦਾ ਜਾਂ ਲੁੱਟ ਖਸੁੱਟ ਕਰਨ ਵਾਲਿਆਂ ਦਾ ਤਮਗਾ ਨਹੀਂ ਲੱਗਾ। ਲੇਕਿਨ ਗੱਲ ਇਹ ਸੀ ਕਿ ਉਹ ਇੰਨੇ ਦਹਾਕਿਆਂ ਦੇ ਵਿੱਚ ਆਪਣੇ ਅੰਦਰ ਮਿਲੀਟੈਂਟ ਕੇਡਰ ਹੀ ਨਹੀਂ ਪੈਦਾ ਕਰ ਸਕੇ। ਆ ਪਿੱਛੇ ਜੀ 4-5 ਸਾਲ ਜਿਹੜੀ ਤ੍ਰਿਪੁਰਾ ਦੇ ਵਿੱਚ ਤੇ ਤੁਸੀਂ ਜਿਹੜੀ ਉਥਲ ਪੁਥਲ ਵੇਖੀ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਦਫ਼ਤਰਾਂ ਵਿੱਚ ਜਾ ਕੇ ਉਹਨਾਂ ਦੀ ਪਾਰਟੀ ਦਫ਼ਤਰਾਂ ਵਿੱਚ ਜਾ ਕੇ ਕਿਸ ਤਰੀਕੇ ਨਾਲ ਆ ਜਿਹੜੇ ਹੈਗੇ ਆ ਕਮਿਊਨਲ ਫਿਰਕਾ ਪ੍ਰਸਤ ਬੀਜੇਪੀ ਦੇ ਤੇ ਆਰਐਸਐਸ ਦੇ ਲੋਕ ਕਿਸ ਤਰੀਕੇ ਨਾਲ ਉਹਨਾਂ ਨੇ ਬੇਇੱਜ਼ਤ ਕੀਤਾ, ਉਹਨਾਂ ਨੇ ਕੁੱਟੇ, ਉਹਨਾਂ ਨੂੰ ਮਾਰਿਆ, ਕਿਸ ਤਰੀਕੇ ਨਾਲ ਲੈਨਨ ਦੇ ਬੁੱਤ ਤੋੜ ਦਿੱਤੇ ਤੇ ਹੋਰ ਉਹਨਾਂ ਪਰਿਆਰ ਦਾ ਬੁੱਤ ਤੋੜਿਆ, ਹੋਰ ਵੀ ਜਿਹੜੇ ਪ੍ਰੋਗਰੈਸਿਵ ਲੋਕ ਸੀ ਉਹਨਾਂ ਦੇ ਜਿਹੜੇ ਸਟੈਚੂ ਉਹਨਾਂ ਨੇ ਭੰਨੇ, ਕਿਉਂਕਿ ਉਹਨਾਂ ਨੇ ਆਪਣੀ ਪ੍ਰੈਪਰੇਸ਼ਨ ਜਿਹੜੀ ਸੀ ਬੜੇ ਤਗੜੇ ਤਰੀਕੇ ਨਾਲ ਕੀਤੀ ਸੀ। ਦੂਸਰਾ, ਉਹਨਾਂ ਨੂੰ ਇੱਕ ਕਾਰਪੋਰੇਟ ਸੈਕਟਰ ਦਾ ਜਿਹੜਾ ਬਹੁਤ ਤਗੜਾ ਸਪੋਰਟ ਸੀ ਕਿ ਆਹ ਸਿਸਟਮ ਨੂੰ ਤੁਸੀਂ ਖਤਮ ਕਰੋ, ਇਹਨਾਂ ਦਾ ਵਿਨਾਸ਼ ਕਰਨ ਦੀ ਕੋਸ਼ਿਸ਼ ਕਰੋ। ਪਰ ਇਹ ਉਹਨਾਂ ਨੂੰ ਭੁਲੇਖਾ ਵਾ, ਕਾਰਪੋਰੇਟ ਸੈਕਟਰ ਨੂੰ ਵੀ ਭੁਲੇਖਾ ਹੋਊਗੀ, ਸਰਕਾਰਾਂ ਨੂੰ ਵੀ ਭੁਲੇਖਾ ਹੋਊਗਾ, ਤੇ ਇਹ ਕਦੀ ਵਿਨਾਸ਼ ਵਾਲੀ ਗੱਲ ਨਹੀਂ ਹੁੰਦੀ। ਅੱਜ ਫਿਰ ਕਿਸਾਨਾਂ ਨੇ ਇੱਕ ਵਾਰੀ ਵਿਖਾ ਦਿੱਤਾ ਕਿ ਸਾਡੇ ਵਿੱਚ ਉਹ ਲੋਕ, ਉਹ ਜਜ਼ਬਾ ਅੱਜ ਵੀ ਉਹ ਬਰਕਰਾਰ ਵਾ। ਜਿਹੜੀ ਪਗੜੀ ਸੰਭਾਲ ਜੱਟਾ, ਜਿਹੜੀ ਉਦੋਂ ਅੰਗਰੇਜ਼ਾਂ ਦਾ ਉਹਨਾਂ ਨੇ ਮੂੰਹ ਤੋੜ ਕੇ ਰੱਖ ਦਿੱਤਾ ਸੀ, ਪਗੜੀ ਸੰਭਾਲ ਜੱਟਾ ਜਿਹੜੀ ਚਾਚੇ ਅਜੀਤ ਸਿੰਘ ਹਰਾਂ ਨੇ ਆਪਣੀ ਮੂਵਮੈਂਟ ਲੜੀ ਸੀ, ਤੇ ਜੇ ਉਹ ਤੋੜ ਸਕਦੇ ਸੀ ਤੇ ਅੱਜ ਦੇ ਹਾਕਮਾਂ ਦਾ ਵੀ ਉਹਨਾਂ ਨੇ ਮੂੰਹ ਭੰਨ ਕੇ ਰੱਖ ਦਿੱਤਾ ਵਾ ਸਾਡੇ ਕਿਸਾਨ ਅੰਦੋਲਨ ਨੇ। ਹਿੰਦੁਸਤਾਨ ਦੇ ਵਿੱਚ ਇਸ ਤਰੀਕੇ ਦੇ ਅੰਦੋਲਨ ਹੋਰ ਚੱਲਣੇ ਚਾਹੀਦੇ ਆ ਤਾਂ ਕਿ ਹਿੰਦੁਸਤਾਨ ਦੇ ਵਿੱਚ ਫਾਸ਼ੀਵਾਦ ਜਿਹੜਾ ਵਾ ਉਹ ਸਿਰ ਨਾ ਆਪਣਾ ਚੁੱਕ ਸਕੇ। ਅੱਛਾ ਹਰਪ੍ਰਮਿੰਦਰ, ਹੁਣ ਕਿਸਾਨ ਅੰਦੋਲਨ ਦੀ ਥੋੜ੍ਹੀ ਜਿਹੀ ਆਪਾਂ ਗੱਲਬਾਤ ਕਰਕੇ ਫਿਰ ਆਪਾਂ ਸਮਾਪਤ ਕਰਾਂਗੇ। ਕਿਸਾਨ ਅੰਦੋਲਨ ਦੇ ਵਿੱਚ ਬੜੇ ਉਤਰਾਅ ਚੜਾਅ, ਮੈਂ ਸ਼ੁਰੂਆਤੀ ਗੱਲ ਕੀਤੀ ਸੀ, ਆਏ ਸੀਗੇ, ਔਰ ਬਹੁਤ ਸਾਰੇ ਲੋਕਾਂ ਨੇ ਮੰਨ ਲਿਆ ਸੀ ਕਿਤੇ ਨਾ ਕਿਤੇ ਕਿ ਇਸ ਸਰਕਾਰ ਦਾ ਜਿਹੜਾ ਝੁਕਣਾ ਆ ਇਹ ਸੰਭਵ ਹੈ ਹੀ ਨਹੀਂਗਾ। ਤੇ ਹੁਣ ਜਦੋਂ ਸਰਕਾਰ ਇੱਕ ਵਾਰੀ ਝੁਕੀ, ਕਾਲੇ ਕਾਨੂੰਨ ਵਾਪਸ ਲੈਣ ਵਾਲੀ ਗੱਲ ਸ਼ੁਰੂ ਹੋ ਗਈ। ਹਾਲਾਂਕਿ ਉਹਨਾਂ ਦਾ ਥੱਲੇ ਵਾਲਾ ਕਾਡਰ ਵੀ ਔਰ ਲੀਡਰਸ਼ਿਪ ਜਿਹੜੀ ਆ, ਖਾਸ ਕਰਕੇ ਪੰਜਾਬ ਦੀ ਲੀਡਰਸ਼ਿਪ ਜਿੱਥੇ ਸਭ ਤੋਂ ਵੱਡਾ ਵਿਦਰੋਹ ਹੋ ਰਿਹਾ ਸੀ, ਉਹਨਾਂ ਦਾ ਬਾਹਰ ਨਿਕਲਣਾ ਔਖਾ ਹੋਇਆ ਸੀਗਾ। ਪਰ ਉਹਨਾਂ ਦੇ ਲੀਡਰ ਜਿਹੜੇ ਸੀਗੇ, ਜਿੱਦਾਂ ਉਹ ਜਿਆਣੀ ਸਾਹਿਬ ਨੇ ਜਾਂ ਹਰਜੀਤ ਗਰੇਵਾਲ ਵਗੈਰਾ ਨੇ, ਉਹ ਕਹਿੰਦੇ ਸੀ ਜੀ ਕਾਨੂੰਨ ਵਾਪਸ ਹੋਣ ਦਾ ਤੇ ਮਸਲਾ ਸਵਾਲ ਪੈਦਾ ਨਹੀਂ ਹੁੰਦਾ। ਇਹ ਗੱਲ ਬਾਰ-ਬਾਰ ਕਹੀ ਜਾਂਦੀ ਸੀ, ਕਾਨੂੰਨ ਵਾਪਸ ਹੋ ਹੀ ਨਹੀਂ ਸਕਦੇ, ਤੁਸੀਂ ਕੋਈ ਰਾਇਤਾ ਰੂਤਾ ਲੈਣੀ ਆ ਤਾਂ ਲੈ ਲਓ। ਪਰ ਜਦੋਂ ਹੁਣ ਸੰਘਰਸ਼ ਨੇ ਆਪਣੀ ਮਤਲਬ ਸਟਰੈਂਥ ਦਿਖਾ ਕੇ ਉਹਨਾਂ ਨੂੰ ਮਜਬੂਰ ਕਰ ਦਿੱਤਾ, ਹਾਲਾਂਕਿ ਉਹ ਘਬਰਾਏ ਤੇ ਵੋਟ ਦੀ ਚੋਟ ਤੋਂ ਨੇ, ਜਿੱਦਾਂ ਆਪਾਂ ਦੇਖਦੇ ਹਾਂ ਕਿ ਸਾਹਮਣੇ ਇਲੈਕਸ਼ਨਾਂ ਆ ਰਹੀਆਂ ਨੇ, ਤੇ ਉਸ ਤੋਂ ਬਾਅਦ ਜਿਹੜਾ ਇੱਕ ਚੀਜ਼ ਤੇ ਇਹ ਸਾਬਤ ਹੋ ਗਈ ਕਿ ਜਿਹੜੀ ਏਕਾ ਸੰਘਰਸ਼ ਕਰਨ ਵਾਲਿਆਂ ਦਾ ਉਹਦੇ 'ਚ ਬਹੁਤ ਤਾਕਤ ਹੁੰਦੀ ਆ। ਦੂਜੇ ਪਾਸੇ ਜਿਹੜੇ ਉਹ ਲੋਕ ਨੇ ਜਿਹੜੇ ਸਿਆਸਤ ਕਰ ਰਹੇ ਸੀ ਤੇ ਹੁਣ ਵੀ ਕਰਨਗੇ, ਉਹਨਾਂ ਦੀ ਜਿਹੜੀ ਪੋਜੀਸ਼ਨ ਆ ਉਹਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ? ਸਿਆਸਤ ਕਰਨ ਵਾਲੇ ਤੇ ਅਸੀਂ ਸਟਾਰਟ ਦੇ ਵਿੱਚ ਹੀ ਗੱਲ ਕੀਤੀ ਹੈ ਕਿ ਕੁਝ ਲੋਕਾਂ ਨੇ ਇਹ ਸੋਚਿਆ ਸੀ ਕਿ ਇਸ ਘੋਲ ਨੂੰ ਅਸੀਂ ਆਪਣੇ ਤੌਰ ਤਰੀਕਿਆਂ ਦੇ ਨਾਲ ਜਿਹੜੀਆਂ ਲੱਚਰ ਪੋਲੀਟੀਕਲ ਪਾਰਟੀਆਂ ਵਾ, ਕਾਂਗਰਸ ਹੋਵੇ, ਬੀਜੇਪੀ ਹੋਵੇ ਜਾਂ ਹੋਰ ਜਿਹੜੀਆਂ ਪਾਰਲੀਮਾਨੀਵਾਦੀ ਪਾਰਟੀਆਂ ਵਾ, ਇਹਨਾਂ ਨੇ ਇਹ ਕਿਹਾ ਸੀ ਕਿ ਇਹਨੂੰ ਕਿਸਾਨ ਅੰਦੋਲਨ ਨੂੰ ਕਿਸੇ ਤਰੀਕੇ ਨਾਲ ਅਸੀਂ ਇਹਦੇ ਵਿੱਚ ਇੰਟਰਫੀਅਰ ਕਰ ਜਾਈਏ, ਇਹਦੇ ਵਿੱਚ ਅਸੀਂ ਇਹ 'ਚ ਇਨਸੈਪਸ਼ਨ ਪੈਨੀਟ੍ਰੇਟ ਕਰ ਲਈਏ। ਪਰ
ਸਾਡੀ ਜਿਹੜੀ ਕਿਸਾਨਾਂ ਦੀ ਜਿਹੜੀ ਬੜੀ ਸੂਝਵਾਨ ਲੀਡਰਸ਼ਿਪ ਸੀ, ਜਿਵੇਂ ਕਿ ਉਗਰਾਹਾਂ ਸਾਹਿਬ ਸੀ ਜਾਂ ਹੋਰ ਜਿਹੜੀ ਲੀਡਰਸ਼ਿਪ ਸੀ, ਦਤਾਰ ਸਿੰਘ ਹਰੀ ਸੀ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਨਹੀਂ, ਇਹਦੇ ਵਿੱਚ ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਿਹੜੇ ਇਲੈਕਸ਼ਨ ਸਿਸਟਮ ਦਾ ਪਾਰਟ ਨੇ, ਅਸੀਂ ਉਹਨਾਂ ਦੇ ਲੀਡਰਾਂ ਨੂੰ ਇਹਦੇ ਵਿੱਚ ਨਹੀਂ ਬੋਲਣ ਦੇਵਾਂਗੇ। ਠੀਕ ਹੈ, ਜਿਹੜੀਆਂ ਉਹਨਾਂ ਦੇ ਵਿੱਚ ਜਨਤਕ ਜਥੇਬੰਦੀਆਂ ਨੇ, ਕਿਸਾਨਾਂ ਦੀਆਂ ਜਥੇਬੰਦੀਆਂ ਨੇ, ਰਾਦਰ ਉਹਨਾਂ ਨੇ ਈਵਨ ਕਿਸੇ ਹੋਰ ਪਾਰਟੀ ਦੇ ਲੀਡਰ ਨੂੰ ਨਹੀਂ ਬੋਲਣ ਦਿੱਤਾ, ਭਾਵੇਂ ਉਹ ਕਮਿਊਨਿਸਟ ਪਾਰਟੀ ਉਹਨਾਂ ਦੀਆਂ ਪਾਰਟੀਆਂ ਦੇ ਲੀਡਰ ਸੀ, ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਅਸੀਂ ਸਟੇਜ ਦੇ ਉੱਤੇ ਕਿਸੇ ਨੂੰ ਨਹੀਂ ਬੋਲਣ ਦੇਣਾ। ਉਹਨਾਂ ਨੇ ਸਿਰਫ ਇਹ ਨਿਰੋਲ ਕਿਸਾਨੀ ਘੋਲ ਰੱਖਿਆ, ਨਿਰੋਲ ਮਜ਼ਦੂਰਾਂ ਦਾ ਘੋਲ ਰੱਖਿਆ, ਤੇ ਜਿਹੜਾ ਇਸ ਘੋਲ ਨੂੰ, ਇਹ ਜਿਹੜਾ ਉਹਨਾਂ ਦਾ ਨਿਰਣਾਇਕ ਫੈਸਲਾ ਸੀ, ਇਸ ਘੋਲ ਨੂੰ ਜਿੱਤ ਵਾਲੇ ਬੰਨੇ ਲੈ ਕੇ ਗਿਆ। ਜੇ ਉਹ ਕਿਤੇ ਕਾਂਗਰਸ ਨੂੰ ਵਿੱਚ ਭਾਈਵਾਲ ਬਣਾ ਲੈਂਦੇ ਜਾਂ ਉਹ ਹੋਰ ਕਿਸੇ ਜਿਹੜੀ ਪੋਲੀਟੀਕਲ ਪਾਰਟੀ, ਭਾਵੇਂ ਆਮ ਆਦਮੀ ਪਾਰਟੀ ਆ, ਇਹਨੂੰ ਵੀ ਵਿੱਚ ਭਾਈਵਾਲ ਬਣਾ ਲੈਂਦੇ ਕਿ ਤੂੰ ਵੀ ਆ ਜਾ, ਤੇ ਲੇਕਿਨ ਇਹ ਹੈ ਕਿ ਉਹਨਾਂ ਨੇ, ਉਹ ਦਲਾਲ ਲੋਕ ਨੇ, ਉਹਨਾਂ ਦਲਾਲਾਂ ਨੇ ਕਿਸੇ ਨਾ ਕਿਸੇ ਤਰੀਕੇ ਤੇ ਉਸ ਘੋਲ ਨੂੰ ਵੇਚ ਦੇਣਾ ਸੀ, ਉਹ ਘੋਲ ਜਿਹੜਾ ਉਹਦਾ ਸਤਿਆਨਾਸ਼ ਕਰਕੇ ਰੱਖ ਦੇਣਾ ਸੀ। ਕਿਉਂਕਿ ਜਿਹੜੀ ਗੱਲ ਅਸੀਂ ਕਲੀਅਰ ਕਰ ਚੁੱਕੇ, ਇਹ ਭਾਵੇਂ ਬੀਜੇਪੀ ਹੋਵੇ, ਕਾਂਗਰਸ ਹੋਵੇ, ਤੇ ਭਾਵੇਂ ਆਮ ਆਦਮੀ ਪਾਰਟੀ ਤੇ ਹੋਰ ਦੁੱਕੀ ਤਿੱਕੀ ਜਿਹੜੀਆਂ ਪਾਰਟੀਆਂ ਹਿੰਦੁਸਤਾਨ ਦੇ ਵਿੱਚ, ਇਹ ਸਾਰੀਆਂ ਕਾਰਪੋਰੇਟ ਦੇ ਏਜੰਟ ਨੇ। ਇਹਨਾਂ ਦੇ ਬਸ ਰੰਗ ਹੀ ਡਿਫਰੈਂਟ ਨੇ, ਹੈ ਸਾਰੇ ਕਾਰਪੋਰੇਟ ਦੇ ਹੀ ਚੱਕਰ ਨੇ। ਅੱਛਾ ਹਰਪ੍ਰਮਿੰਦਰ, ਜੇ ਆਪਾਂ ਵੇਖੀਏ ਜਿਹੜਾ ਇਹ ਜਿੱਤ ਹੋਈ ਹੈ, ਵਿਕਟਰੀ ਕਿਸਾਨੀ ਦੀ ਹੋਈ ਆ, ਆਪ ਤੁਸੀਂ ਦੱਸ ਰਹੇ ਹੋ ਕਿ ਇੱਕ ਤੇ ਉਹਦਾ ਵੱਡਾ ਫੈਕਟਰ ਇਹ ਆ ਕਿ ਪੋਲੀਟੀਕਲ ਸਿਸਟਮ ਦੇ ਜਿਹੜੇ ਚੱਲ ਰਹੇ ਲੋਕ ਸੀ ਉਹਨਾਂ ਨੂੰ ਦੂਰ ਰੱਖਣਾ। ਹਾਂਜੀ। ਔਰ ਉਹ ਲਗਾਤਾਰ ਉਹਨਾਂ ਨੂੰ ਦੂਰ ਰੱਖਿਆ ਗਿਆ, ਕਿਤੇ ਸਟੇਜ ਉਹਨਾਂ ਨੂੰ ਸਾਂਝੀ ਨਹੀਂ ਕੀਤੀ ਗਈ। ਦੂਜੇ ਕਿਹੜੇ ਫੈਕਟਰ ਐਸੇ ਆ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਇੱਕ ਫੈਕਟਰ ਆਪਾਂ ਵਾਰ-ਵਾਰ ਡਿਸਕਸ ਕਰ ਚੁੱਕੇ ਹਾਂ ਕਿ ਭਾਵੇਂ ਵਿਚਾਰ ਵੱਖਰੇ ਸੀ, ਪਰ ਉਹਨਾਂ ਦਾ ਜਿਹੜਾ ਸੰਜਮ ਸੀ, ਆਪਸੀ ਡਿਸਿਪਲਿਨ ਸੀ, ਤੇ ਜਿਸ ਤਰ੍ਹਾਂ ਉਹ ਸਰਬਸੰਮਤੀ ਨਾਲ ਜਾਂ ਜਦੋਂ 32 ਜਥੇਬੰਦੀਆਂ ਬੈਠਦੀਆਂ ਸੀ ਜਾਂ ਸੰਯੁਕਤ ਮੋਰਚਾ ਵੀ ਬੈਠਦਾ ਸੀਗਾ, ਤੇ ਉਹ ਜਿਹੜੇ ਫੈਸਲੇ ਲੈਂਦੇ ਸੀ, ਅੰਦਰ ਭਾਵੇਂ ਉਹਨਾਂ ਦਾ ਵਿਰੋਧ ਹੋਵੇ, ਪਰ ਜਿਹੜਾ ਇੱਕ ਵਾਰੀ ਫੈਸਲਾ ਲੈਂਦੇ ਸੀ ਸਾਰੇ ਉਹਦੇ ਤੇ ਪੂਰੀ ਤਰ੍ਹਾਂ ਕਮਿਟਡ ਸੀਗੇ, ਤੇ ਇਹ ਵੱਡੇ ਫੈਕਟਰ ਸੀ ਜਿਹੜੇ ਉਹਨਾਂ ਨੂੰ ਜਿੱਤ ਵੱਲ ਲੈ ਕੇ ਗਏ। ਇਹ ਤੋਂ ਇਲਾਵਾ ਕਿਹੜੇ ਫੈਕਟਰ ਨੇ ਜਿਹੜੇ ਤੁਹਾਨੂੰ, ਇੱਕ ਤਾਂ ਔਰਤਾਂ ਦੀ, ਮੈਂ ਮੇਰੇ ਦਾ ਚਾਹੇ ਔਰਤਾਂ ਦੀ ਸ਼ਮੂਲੀਅਤ ਜਿਹੜੀ ਕਰਾਈ ਗਈ ਚੰਗੇ ਤਰੀਕੇ ਨਾਲ, ਹਾਂ, ਉਹ ਤੁਹਾਨੂੰ ਹੋਰ ਕਿਹੜੇ ਫੈਕਟਰ ਨਜ਼ਰ ਆਉਂਦੇ ਆ ਵੀ ਕਿਹੜੇ ਕਾਰਨ ਹੈ ਜਿਹਦੇ ਕਰਕੇ ਅਸੀਂ ਜਿੱਤ ਵੱਲ ਜਿਹੜੇ ਕਿਸਾਨ ਵਧੇ? ਵੇਖੋ ਜੀ, ਉਹ ਜਿਹੜਾ ਤੁਸੀਂ ਕਹਿ ਦਿੱਤਾ ਕਿ ਉਹਨਾਂ ਦੀ 32 ਆਰਗੇਨਾਈਜੇਸ਼ਨਾਂ ਸਨ ਜਿਹੜੀਆਂ ਇਸ ਘੋਲ ਨੂੰ ਲੜ ਰਹੀਆਂ ਸਨ। 32 ਆਰਗੇਨਾਈਜੇਸ਼ਨਾਂ ਨੇ, ਜੋ ਉਹਨਾਂ ਦੀ ਇੰਟਰਨਲ ਡਿਸਕਸ਼ਨ ਹੁੰਦੀ ਸੀ, ਪਰ ਜਿਹੜਾ ਡਿਸੀਜਨ ਇੱਕ ਹੋ ਜਾਂਦਾ ਸੀ, ਮਤਾ ਪਾਸ ਹੋ ਜਾਂਦਾ ਸੀ, ਉਹਦੇ ਉੱਤੇ ਸਾਰੇ ਫੁੱਲ ਚੜਾਉਂਦੇ ਸੀ, ਤੇ ਆਪੋ ਆਪਣੇ ਹਲਕਿਆਂ ਦੇ ਵਿੱਚ ਜਾ ਕੇ, ਆਪੋ ਆਪਣੇ ਏਰੀਆਜ਼ ਦੇ ਵਿੱਚ ਜਾ ਕੇ ਉਹਦੇ ਉੱਤੇ ਅਮਲ ਕਰਦੇ ਸੀ, ਤੇ ਉਹਨੂੰ ਕਰਨ ਦੇ ਵਿੱਚ ਪੂਰੀ ਤਰ੍ਹਾਂ ਸਾਰਥਕ ਬਣਾਉਂਦੇ ਸੀ। ਦੂਸਰੀ ਗੱਲ ਸੀ ਘੋਲ ਦੀ ਜਿਹੜੀ ਸ਼ਾਨਾਮਤੀ ਜਿੱਤ ਦਾ ਰੀਜ਼ਨ, ਕਿ ਇਹ ਬਿਲਕੁਲ ਜਿਹੜਾ ਅਮਨਪੂਰਵਕ ਘੋਲ ਸੀ। ਸਰਕਾਰ ਨੇ ਬਹੁਤ ਉਕਸਾਇਆ ਇਹਨੂੰ, ਕਿਸਾਨਾਂ ਨੂੰ ਬਹੁਤ ਉਕਸਾਇਆ, ਕਿ ਸਟਾਰਟ ਹੀ ਉੱਥੋਂ ਹੋ ਗਿਆ ਸੀ ਜਦੋਂ ਆ ਖੱਟੜ ਜਿਹੜਾ ਵਾ ਕੀ ਮੁੱਖ ਮੰਤਰੀ ਹਰਿਆਣੇ ਦਾ, ਜਿਹਨੇ ਸਭ ਤੋਂ ਪਹਿਲਾਂ ਆਪਣਾ ਫਾਸ਼ੀਵਾਦੀ ਜਿਹੜਾ ਏਜੰਡਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਕਿ ਕਿਸ ਤਰੀਕੇ ਨਾਲ ਪਾਣੀ ਦੀਆਂ ਵਿਛਾੜਾਂ, ਆਪਣੀ ਪੁਲਿਸ ਦਾ ਲਾਠੀ ਚਾਰਜ, ਤੇ ਹੋਰ ਇਸ ਤਰੀਕੇ ਦੇ ਨਾਲ ਪਾਣੀ ਦੀਆਂ ਨਹੀਂ, ਸੀਵਰ ਵਾਲੇ ਗੰਦੇ ਪਾਣੀ ਦੀਆਂ, ਤੇ ਕਿਸ ਤਰੀਕੇ ਨਾਲ ਇਹਨਾਂ ਨੂੰ ਇੱਥੋਂ ਹੀ ਨਾ ਅਸੀਂ ਐਂਟਰ ਕਰਨ ਦਈਏ। ਪਰ ਲੋਕਾਂ ਦਾ ਹੜ ਜਿਹੜਾ ਵਾ, ਉਹਨੂੰ ਇਹ ਸਰਕਾਰਾਂ ਨੂੰ ਭੁਲੇਖਾ ਹੋਏਗਾ ਕਿ ਜੋ ਲੋਕਤਾ ਦਾ ਹੜ ਆਉਂਦਾ ਵਾ, ਉਹਨੂੰ ਕੋਈ ਬੰਨ ਨਹੀਂ ਰੋਕ ਸਕਦਾ। ਬੰਨ ਸਾਰੇ ਤੋੜਤੇ ਸਾਡੇ ਕਿਸਾਨਾਂ ਨੇ, ਤੇ ਉਹਨਾਂ ਨੇ ਇਹ ਕਿਸਾਨ ਜਿਹੜੀ ਮੂਵਮੈਂਟ ਪੰਜਾਬ ਤੋਂ ਸਟਾਰਟ ਹੋਈ, ਹਰਿਆਣੇ 'ਚ ਐਂਟਰ ਕਰ ਗਈ, ਰਾਜਸਥਾਨ 'ਚ ਐਂਟਰ ਕਰ ਗਈ, ਹਿਮਾਚਲ 'ਚ ਐਂਟਰ ਕਰ ਗਈ, ਕਰਨਾਟਕਾ 'ਚ ਐਂਟਰ ਕਰ ਗਈ, ਆਪਣੇ ਮਹਾਰਾਸ਼ਟਰ 'ਚ ਐਂਟਰ ਕਰ ਗਈ, ਯੂਪੀ ਦਾ ਸਾਰਾ ਆਲਮੋਸਟ ਜਿਹੜਾ ਵੈਸਟਰਨ ਯੂਪੀ, ਉਹਦਾ 100% ਕਿਸਾਨ ਜਿਹੜਾ ਵਾ ਇਸ ਮੂਵਮੈਂਟ ਦਾ ਜਿਹੜਾ ਲੰਬਰਦਾਰ ਬਣ ਗਿਆ। ਤੇ ਇਹ ਸਾਰੀਆਂ ਜਿਹੜੀਆਂ ਗੱਲਾਂ, ਕਿਉਂਕਿ ਅਗਰ ਉਹ ਆਪਣਾ ਅਮਨ, ਆਪਣਾ ਸਬਰ ਛੱਡ ਦਿੰਦੇ, ਸਬਰ ਆਪਣਾ ਗਵਾ ਲੈਂਦੇ ਕਿਸਾਨ, ਤੇ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ, ਇਹ ਬਹੁਤ ਜ਼ਿਆਦਾ ਤਤਪਰ ਸੀ ਕਿ ਕਿਸ ਤਰੀਕੇ ਨਾਲ ਇਹਨਾਂ ਤੇ ਲਾਠੀ ਚਾਰਜ, ਗੋਲੀ ਚਲਾ ਕੇ, ਉਹ ਤੇ ਜਿਹੜਾ ਫਾਸ਼ੀਵਾਦ ਦੀ ਗਿਲਤ ਸਾ, ਫਾਸ਼ੀਵਾਦ, ਇਹ ਤੇ ਕਦੀ ਵੀ ਨਹੀਂ, ਇਹ ਹਰ ਹੀਲਾ ਜਿਹੜਾ ਵਰਤਣ ਨੂੰ ਤਿਆਰ ਹੋ ਜਾਣਗੇ ਆਪਣੇ ਲੋਕਾਂ ਤੇ। ਹਿੰਦੁਸਤਾਨ ਦੀ ਆਰਮੀ ਤਾਂ ਹੀ ਭਾਵੇਂ ਅਟੈਕ ਕਰਾ ਦਿੰਦੇ, ਜੇ ਕੋਈ ਇਹ ਮੌਕਾ ਲੱਭਦੇ ਸੀ ਕਿ ਕਿਸ ਤਰੀਕੇ ਨਾਲ ਅਸੀਂ ਇਸ ਸਿਸਟਮ ਨੂੰ, ਇਹਨਾਂ ਦੇ ਅੰਦੋਲਨ ਨੂੰ ਕਿਸ ਤਰ੍ਹਾਂ ਅਸੀਂ ਖਤਮ ਕਰਨਾ ਵਾ। ਪਰ ਉਹਨਾਂ ਨੇ, ਕਿਸਾਨਾਂ ਨੇ ਨੁਕਸਾਨ ਵੀ ਕਰਾਇਆ, ਆਪਣੀਆਂ
ਉਹਨਾਂ ਨੇ ਪੁਲਿਸ ਦੇ ਜ਼ਬਰ ਦਾ ਵੀ ਸਹਿਣ ਕੀਤਾ, ਜ਼ਬਰ ਨੂੰ ਵੀ, ਪਰ ਉਹਨਾਂ ਨੇ ਆਪਣਾ ਜਿਹੜਾ ਇੱਕ ਮੁੱਖ ਏਜੰਡਾ ਸੀ ਕਿ ਅਸੀਂ ਇਹ ਸ਼ਾਂਤੀਪੂਰਵਕ ਅੰਦੋਲਨ ਹੋਏਗਾ, ਕਿਉਂਕਿ ਅਸੀਂ ਲੜਾਈ ਜਿਹੜੀ ਲੜਨੀ ਹੈ, ਇਹ ਲੜਾਈ ਆਪਣੀ ਲੜਾਈ ਜਿਹੜੀ ਹੈ ਇੱਥੇ ਹਿੰਮਤ ਨਹੀਂ ਸਾਰੀ ਖਤਮ ਕਰ ਦੇਣੀ ਕਿ ਅਸੀਂ ਪੁਲਿਸ ਨਾਲ ਭਿੜ ਕੇ ਤੇ ਆਪਣੇ ਆਰਮੀ ਨਾਲ ਭਿੜ ਕੇ ਕਰ ਦਈਏ। ਇਸ ਕਰਕੇ ਸਾਨੂੰ, ਕਿਉਂਕਿ ਉਹ ਜਿਹੜਾ ਕਾਰਪੋਰੇਟ ਸੈਕਟਰ ਉਹਦੇ ਕੋਲ ਸਾਰਾ ਕੁਝ ਹੈਗਾ, ਕਿਸਾਨ ਤੇ ਖਾਲੀ ਹੱਥ ਸੀ ਉੱਥੇ। ਨਹੀਂ, ਇਹ ਤਾਂ ਲੀਡਰਸ਼ਿਪ ਨੇ ਪਹਿਲੇ ਦਿਨ ਹੀ ਕਿਹਾ ਸੀਗਾ ਕਿ ਜਿੰਨਾ ਚਿਰ ਇਹ ਅੰਦੋਲਨ ਸ਼ਾਂਤਮਈ ਰਹੇਗਾ, ਜਿੱਤ ਦੇ ਚਾਂਸ 99% ਹੈ। ਜਿੱਦਣ ਇਹਦੇ ਵਿੱਚ ਵਾਇਲੈਂਸ ਹੋ ਗਈ ਉਦੋਂ ਅਸੀਂ ਹਾਰ ਜਾਵਾਂਗੇ, ਇਹ ਤੇ ਕਿਹਾ। ਅੱਛਾ, ਆਪਾਂ ਫੈਕਟਰ ਗਿਣ ਰਹੇ MSP ਦੀ ਵੀ ਗੱਲ ਕਰਨੀ ਆਪਾਂ, ਸਾਡੇ ਕੋਲ ਸਮਾਂ ਹੈ ਅਜੇ ਥੋੜਾ। MSP ਤੇ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ। ਮੈਂ ਇੱਕ ਹੋਰ ਅੱਜ ਇਹ ਚਰਚਾ ਦੇਖੋ ਜਾਣਨਾ ਚਾਹੁੰਦਾ ਵੀ ਕਿਹੜੇ ਉਹ ਪੋਜ਼ਿਟਿਵ ਫੈਕਟਰ ਸੀ ਜਿਨ੍ਹਾਂ ਨੇ ਜਿੱਤ ਵੱਲ ਖੜਿਆ। ਇੱਕ ਫੈਕਟਰ ਮੇਰੀ ਨਜ਼ਰ 'ਚ ਆ ਰਿਹਾ, ਮੈਂ ਵੀ ਆਪਣੀ ਥੋੜ੍ਹਾ ਜਿਹਾ ਦੇਵਾਂ ਇਨਪੁੱਟ। ਉਹ ਇਹ ਸੀ ਕਿ ਜਿੱਦਾਂ ਇਹਨਾਂ ਨੇ ਇੱਕ ਨਾਅਰਾ ਦਿੱਤਾ ਸੀਗਾ, ਵੋਟ ਤੇ ਚੋਟ, ਵੀ ਇਹ ਭਾਸ਼ਾ ਵੋਟਾਂ ਦੀ ਸਮਝਦੇ ਆ ਤੇ ਇਹਨਾਂ ਦੀਆਂ ਵੋਟਾਂ ਤੇ ਚੋਟ ਮਾਰੋ ਫੇਰ ਕਰਨਗੇ। ਇੱਕ ਇਹ ਫੈਕਟਰ ਬੜਾ ਪੋਜ਼ਿਟਿਵ ਰਿਹਾ। ਇੱਕ ਫੈਕਟਰ ਆਪਾਂ ਪਹਿਲਾਂ ਗਿਣ ਲਿਆ ਕਿ ਪੋਲੀਟੀਕਲ ਲੋਕਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ। ਇੱਕ ਫੈਕਟਰ ਅਸੀਂ ਗਿਣ ਲਿਆ ਕਿ ਇਹ ਅੰਦੋਲਨ ਸ਼ਾਂਤਮਈ ਰਿਹਾ, ਅਨੁਸ਼ਾਸਨ 'ਚ ਰਿਹਾ, ਸੱਚ ਤੇ ਪਹਿਰਾ ਦਿੰਦੇ ਰਹੇ, ਕਿਤੇ ਵੀ ਡੋਲੇ ਨਹੀਂ, ਤੇ ਉਹਨਾਂ ਲੋਕਾਂ ਨੂੰ ਜਿਹੜੇ ਤੋਂ ਫਾਇਦਾ ਉਠਾਉਣਾ ਚਾਹੁੰਦੇ ਸੀ ਉਹਨਾਂ ਤੋਂ ਵੀ ਦੂਰੀ ਬਣਾ ਕੇ ਰੱਖੀ। ਤੇ ਇੱਕ ਹੋਰ ਵੱਡਾ ਫੈਕਟਰ ਸੀਗਾ ਮੈਨੂੰ ਲੱਗਦਾ, ਖਾਸ ਕਰਕੇ ਪੰਜਾਬ 'ਚੋਂ ਫੈਕਟਰ ਐਡਾ ਨਹੀਂ ਸੀ ਭਾਰੂ, ਪਰ ਕਿਉਂਕਿ ਯੂਪੀ ਬਿਹਾਰ ਦੇ ਵਿੱਚ ਜਾਤੀਵਾਦ ਬਹੁਤ ਭਾਰੀ ਆ, ਔਰ ਉੱਥੇ ਖਾਸ ਕਰਕੇ ਜਿਹੜੀ BJP ਦੀ ਸਰਕਾਰ ਆ ਉਹਨੇ ਮੁਜ਼ੱਫਰਾਬਾਦ ਵਾਲਾ ਤੁਹਾਨੂੰ ਪਤਾ, ਹਾਂਜੀ ਦੰਗੇ ਦਾ, ਬਿਲਕੁਲ ਹਾਂਜੀ, ਉੱਥੇ ਮੁਸਲਿਮ ਤੇ ਜਾਟ ਭਾਈਚਾਰੇ 'ਚ ਵੰਡ ਕੇ ਵੋਟਾਂ ਨੂੰ ਕਿਸ ਤਰ੍ਹਾਂ ਇਹ ਪਾਵਰ 'ਚ ਆਏ ਸੀਗੇ, ਮੁਸਲਿਮ ਵੋਟ ਨੂੰ ਕਿਸ ਤਰ੍ਹਾਂ ਕਰਕੇ। ਤੇ ਜਦੋਂ ਕਿਸਾਨ ਜਥੇਬੰਦੀਆਂ ਨੇ ਇਹਨਾਂ ਧਿਰਾਂ ਨੂੰ ਆਪਣੇ ਨੇੜੇ ਜੋੜਤਾ, ਮਤਲਬ ਉਹਨਾਂ ਨੇ ਇੱਕ ਨਾਅਰਾ ਦਿੱਤਾ ਸੀ, ਇਹ ਤੋੜेंगे ਹਮ ਜੋੜेंगे। ਮਤਲਬ UP ਵਾਲੇ ਹਿੰਦੀ ਸਮਝਦੇ ਆ ਕਿ ਇਹਨਾਂ ਦਾ ਕੰਮ ਹੈ ਤੋੜਨਾ, ਸਾਡਾ ਕੰਮ ਹੈ ਜੋੜਨਾ। ਉਹ ਚੀਜ਼ ਨੇ ਵੀ BJP ਨੂੰ ਬੜੀ ਭਾਰੀ ਸੱਟ ਮਾਰੀ ਵੀ ਜੇ ਇਹ ਇਕੱਠੇ ਹੋ ਰਹੇ ਆ ਤੇ ਸਾਡਾ ਵੋਟ ਬੈਂਕ ਜਿਹੜਾ ਉਹ ਫੇਰ ਜਿਹੜਾ ਉਹ ਖੁਰ ਜਾਏਗਾ। ਇੱਕ ਮਤਲਬ ਹੈ ਤੇ ਵੈਸੇ ਵੋਟ ਦੀ ਰਾਜਨੀਤੀ, ਪਰ ਜਿਹੜਾ ਇਹ ਫੈਕਟਰ ਸੀਗਾ ਕਿ ਭਾਈਚਾਰਕ ਏਕਤਾ, ਭਾਵੇਂ ਉਹ ਜਾਟਾਂ ਦੀ ਤੇ ਗੁੱਜਰਾਂ ਦੀ ਤੇ UP ਦੇ ਮੁਸਲਮਾਨਾਂ ਦੀ ਹੋਵੇ, ਦੂਜੇ ਪਾਸੇ ਪੰਜਾਬ ਹਰਿਆਣੇ 'ਚ ਵੇਖੋ 1966 ਜਦੋਂ ਦਾ ਪੰਜਾਬ ਬਣਿਆ ਕਾਹਦਾ ਜੀ, ਪੰਜਾਬ ਤੋੜਿਆ ਜਦੋਂ ਦਾ ਰੀਆਰਗੇਨਾਈਜੇਸ਼ਨ ਆਫ ਸਟੇਟ ਹੋਈ। ਦੁਬਾਰਾ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਅਸੀਂ ਬਹੁਤ ਗਲਤ ਰਹੇ ਹਾਂ, ਅਸੀਂ ਤੇ ਭਰਾ ਆ। ਔਰ ਹਰਿਆਣੇ ਨੇ ਜਿਸ ਤਰੀਕੇ ਨਾਲ ਸਹਿਯੋਗ ਦਿੱਤਾ, ਵੱਡਾ ਭਾਈ ਮੰਨਿਆ ਪੰਜਾਬ ਨੂੰ, ਔਰ ਜਿਸ ਤਰੀਕੇ ਨਾਲ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ, ਇਹ ਵੀ ਇੱਕ ਕਿਸਮ ਦਾ ਉਹਨਾਂ ਤੋੜਨ ਵਾਲਿਆਂ ਨੂੰ ਬੜਾ ਵੱਡਾ ਚੈਲੰਜ ਸੀਗਾ। ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਕਿ ਸਾਡਾ ਪਾਣੀ ਖੱਟੜ ਰਾਣੇ ਵਿੱਚ ਕੀਤਾ ਕਿ ਸਾਡਾ ਪਾਣੀ ਦਾ ਮਸਲਾ ਹੈ ਜੀ, ਸਾਡੇ ਇਲਾਕਿਆਂ ਦਾ ਮਸਲਾ ਹੈ। ਉਹਨਾਂ ਕਿਹਾ ਬਾਅਦ ਦੀਆਂ ਗੱਲਾਂ ਅਸੀਂ ਕਰ ਲਾਂਗੇ, ਅੱਜ ਸਾਡਾ ਮਸਲਾ ਇਹ ਨਹੀਂ ਆ, ਸਾਡਾ ਭਾਈਚਾਰਾ ਹੈ। ਤੇ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਹਰਿਆਣੇ ਦੇ ਲੋਕ ਤੇ ਪੰਜਾਬ ਦੇ ਜਿਹੜੇ ਉੱਥੇ ਸੰਘਰਸ਼ ਕਰ ਰਹੇ ਲੋਕ ਸੀ, ਉਹ ਕਹਿੰਦੇ ਅੱਗੇ ਤੇ ਅਸੀਂ ਇੱਕ ਦੂਜੇ ਨੂੰ ਦੂਜੀ ਨਜ਼ਰ ਨਾਲ ਵੇਖਦੇ ਸੀ, ਹੁਣ ਅਸੀਂ ਸ਼ਰੀਕਾ ਭਾਈਚਾਰੇ ਵਾਂਗੂ ਵਿਆਹਾਂ ਸ਼ਾਦੀਆਂ ਦੇ ਵੀ ਇੱਕ ਦੂਜੇ ਕੋਲ ਜਾਇਆ ਕਰਾਂਗੇ। ਇਹਨਾਂ ਨੇੜਤਾ ਉਹਨਾਂ ਦੀ ਵਧੀ। ਇੱਕ ਫੈਕਟਰ ਇਹ ਵੀ ਮੈਨੂੰ ਨਜ਼ਰ ਆਉਂਦਾ ਕਿਤੇ ਨਾ ਕਿਤੇ, ਭਾਈਚਾਰਕ ਏਕਤਾ ਦਾ। ਇਹਦੀਆਂ ਜਿਹੜੀਆਂ ਜੋ ਅਸੀਂ ਪ੍ਰਾਪਤ ਕੀਤਾ ਇਸ ਘੋਲ 'ਚੋਂ, ਇਸ ਘੋਲ 'ਚੋਂ ਪ੍ਰਾਪਤੀਆਂ ਸਾਡੀਆਂ ਤੇ ਸਿਰਫ 3 ਬਿੱਲ ਨਹੀਂ ਅਸੀਂ ਜਿਹੜੇ ਕੈਂਸਲ ਕਰਾਏ, ਅਸੀਂ ਆਹ ਚੀਜ਼ਾਂ ਜਿਹੜੀਆਂ ਸਾਡੇ ਸਮਾਜਿਕ ਜਿਹੜੀਆਂ ਸਾਨੂੰ ਚੀਜ਼ਾਂ ਮਿਲੀਆਂ ਵਾ, ਇਹ ਗੱਲਾਂ ਮਤਲਬ ਅਨਮੋਲ ਨੇ। ਕਿਉਂਕਿ ਇਹ ਜਿਹੜੀ BJP ਹੋਵੇ ਜਾਂ ਕਾਂਗਰਸ ਹੋਵੇ, ਕਿਉਂਕਿ ਹਿੰਦੁਸਤਾਨ ਦੇ ਵਿੱਚ 2 ਹੀ ਸਰਕਾਰਾਂ ਬਣੀਆਂ, ਹਿੰਦੁਸਤਾਨ ਦੇ ਫੈਡਰਲ ਸਿਸਟਮ ਦੇ ਵਿੱਚ 2 ਹੀ ਸਰਕਾਰਾਂ, ਜਾਂ ਕਾਂਗਰਸ ਰਹੀ ਹੈ ਇੰਨੇ ਸਾਲ ਤੇ BJP ਰਹੀ ਨਹੀਂ, ਵਿੱਚ ਜੇ ਜਨਤਾ ਦਲ ਦੇ ਨਾਂ ਥਲੇ ਮਿਲਗੋਪਾ ਜਿਹਾ ਵੀ ਆਇਆ ਸੀਗਾ। ਹਾਂਜੀ ਮਿਲਗੋਪਾ, ਜੈ ਪ੍ਰਕਾਸ਼ ਨਾਰਾਇਣ ਦੀ ਜਿਹੜੀ ਸੰਪੂਰਨ ਕ੍ਰਾਂਤੀ ਦੀ ਮੂਵਮੈਂਟ ਤੋਂ ਬਾਅਦ ਵੱਲ, ਹਾਲਾਂਕਿ ਉਹ ਜਿਹੜੇ ਲੀਡਰ ਉਹ ਤੋਂ ਉੱਭਰੇ ਸੀ ਨਾ, ਲਾਲੂ ਹੋਰੀ, ਜਿਹਦਾ ਅਸੀਂ ਪਹਿਲਾਂ ਉਹਦਾ ਕਰ ਚੁੱਕੇ ਹਾਂ, ਸੁਸ਼ਾਂਤ ਕੀ ਉਹਨੂੰ ਕਹਿੰਦੇ ਆ, ਸੁਸ਼ੀਲ ਕੁਮਾਰ ਜਿਹੜਾ ਇਸ ਵੇਲੇ ਬਿਹਾਰ ਦਾ ਹੈਗਾ ਮੁੱਖ ਮੰਤਰੀ, ਔਰ ਹੋਰ ਬਹੁਤ ਸਾਰੇ ਜਿਹੜੇ ਉਸ ਮੂਵਮੈਂਟ ਚੋਂ ਬੜੇ ਵਧੀਆ ਲੀਡਰ ਨਿਕਲੇ ਸੀ, ਉਹ ਸਾਰੇ ਦੇ ਸਾਰੇ ਮਹਾ ਕਰਪਟ ਸਾਬਤ ਹੋਏ ਬਾਅਦ ਜਾ ਕੇ। ਉਹ ਤੇ ਜੀ ਉਹ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰਤੀ ਕਿ ਆਹ ਸਿਸਟਮ ਜਿਹੜਾ ਹੈ ਨਾ, ਜਿਹਨੂੰ ਕਾਰਪੋਰੇਟ ਫੀਡ ਕਰਦਾ ਵਾ, ਉਹ ਲੀਡਰ ਭਾਵੇਂ ਮਜ਼ਦੂਰਾਂ ਚੋਂ ਨਿਕਲੇ ਤੇ ਕਿਸਾਨਾਂ ਚੋਂ ਨਿਕਲੇ, ਜਦੋਂ ਕਾਰਪੋਰੇਟ ਨੇ ਫੀਡ ਕੀਤਾ ਕਰਪਟ ਤੇ ਉਹਨਾਂ ਨੇ ਹੋਣਾ ਹੀ ਹੋਣਾ ਵਾ। ਤੇ ਬਾਕੀ ਜਿਹੜੀ ਤੁਸੀਂ ਗੱਲ ਕਰਦੇ ਹੋ, ਇਹ ਜਿਹੜੀ ਕਾਂਗਰਸ ਹੋਵੇ BJP ਹੋਵੇ, ਇਹਨਾਂ ਦੀ ਰਾਜਨੀਤੀ ਕਾਮਯਾਬੀ ਉਦੋਂ ਹੁੰਦੀ ਆ ਜਿੰਨਾ ਚਿਰ ਤੱਕ ਹਿੰਦੂ ਮੁਸਲਿਮ ਦੇ ਦੰਗੇ ਨਾ ਕਰਾਏ ਜਾਣ, ਸਿੱਖ ਹਿੰਦੂ ਦੇ ਦੰਗੇ ਨਾ ਕਰਾਏ ਜਾਣ। ਮਤਲਬ ਕਿ ਲੋਕਾਂ ਨੂੰ ਧਰਮਾਂ ਦੇ ਨਾਂ 'ਤੇ, ਲੋਕਾਂ ਨੂੰ ਜਾਤਾਂ ਦੇ ਨਾਂ 'ਤੇ
ਆਪਸ ਦੇ ਵਿੱਚ ਇੱਕ ਦੂਜੇ ਦਾ ਜਿਹੜਾ ਕਤਲੇਆਮ ਨਾ ਕਰਾਇਆ ਜਾਵੇ ਤੇ ਇਹਨਾਂ ਦੀਆਂ ਰੋਟੀਆਂ ਤੇ ਸੇਕ ਹੀ ਨਹੀਂ ਸਕਦੀਆਂ। ਭਾਵੇਂ ਕਾਂਗਰਸ ਹੋਵੇ, ਕਾਂਗਰਸ ਨੇ ਵੀ ਇੰਨਾ ਕੁਝ ਇਹੋ ਕੁਛ ਕੀਤਾ, ਕਿੰਨੇ ਦੰਗੇ ਹੋਏ ਉਹ ਕਾਂਗਰਸ ਲੁਕਵੇਂ ਰੂਪ ਚ ਕਰਦੇ ਸੀ, ਇਹ ਸਿੱਧੇ ਰੂਪ ਚ ਕਰ ਰਹੇ ਲੁਕਵੇਂ ਚ ਕਰਦੇ। ਆਹ ਤੇ ਫਾਸ਼ੀਵਾਦ ਜਿਹੜਾ ਆਇਆ ਬੀਜੇਪੀ ਦਾ, ਇਹਨਾਂ ਤੇ ਡਾਇਰੈਕਟ ਹੀ ਜਿਹੜਾ ਏਜੰਡਾ ਹੀ ਇਹਨਾਂ ਦਾ ਕਿ ਨਹੀਂ ਆਜ ਹਿੰਦੁਸਤਾਨ ਚ ਹੋਣਾ ਚਾਹੀਦਾ। ਜਿਹੜਾ ਹਿੰਦੁਸਤਾਨ ਦੇ ਵਿੱਚ ਵਾ ਉਹਨੂੰ ਇਹ ਤਿੰਨੇ ਚੀਜ਼ਾਂ ਮੰਨਣੀਆਂ ਪੈਣਗੀਆਂ। ਕੱਲ ਮੈਂ ਅਜੇ ਸੁਣ ਰਿਹਾ ਸੀ ਉਹਦੀ ਉਹ ਮੋਹਨ ਭਾਗਵਤ ਦੀ ਸਪੀਚ ਸੁਣ ਰਿਹਾ, ਆਰਐਸਐਸ ਚੀਫ ਜਿਹੜੇ ਨੇ, ਆਰਐਸਐਸ ਚੀਫ ਜਿਹੜੇ, ਤੇ ਉਹ ਇਹ ਗੱਲ ਕਹਿ ਰਿਹਾ ਸੀ ਕਿ ਨਹੀਂ ਜਿੰਨੇ ਹਿੰਦੁਸਤਾਨ ਚ ਰਹਿਣਾ ਉਹਨੂੰ ਹਿੰਦੂ ਬਣਨਾ ਪਏਗਾ। ਮੈਂ ਵੀ ਇੱਕ ਆਰਟੀਕਲ ਪੜ੍ਹ ਰਿਹਾ ਸੀਗਾ, ਉਹ 'ਚ ਲਿਖਿਆ ਸੀ ਕਿ ਜੇ ਕਿਤੇ ਸੰਵਿਧਾਨ ਦੇ ਵਿੱਚ ਸ਼ਬਦ ਅਸੀਂ ਭਾਰਤੀ ਨਾ ਲਿਖਿਆ ਹੁੰਦਾ, ਅਸੀਂ ਹਿੰਦੁਸਤਾਨੀ ਲਿਖਿਆ ਹੁੰਦਾ, ਬਹੁਤ ਸਾਰੇ ਲੋਕ ਰੇਡੀਓ ਤੇ ਆ ਕੇ ਜਾਂ ਕਈ ਵਾਰ ਇਤਰਾਜ਼ ਕਰਦੇ ਹਿੰਦੁਸਤਾਨ ਨਾ ਕਹੋ, ਹਾਲਾਂਕਿ ਹਿੰਦੁਸਤਾਨ ਸ਼ਬਦ ਵੀ ਕੋਈ ਬੁਰਾ ਸ਼ਬਦ ਨਹੀਂ ਹੈ, ਪਰ ਜਦੋਂ ਉਹਨੂੰ ਹਿੰਦੂ ਧਰਮ ਨਾਲ ਜੋੜ ਕੇ ਵੇਖਿਆ ਜਾਂਦਾ ਨਾ, ਉਦੋਂ ਉਹਦੇ ਮਾਇਨੇ ਕੁਝ ਹੋਰ ਹੋ ਜਾਂਦੇ ਆ। ਉੱਦਾਂ ਤੇ ਬਾਬੇ ਨਾਨਕ ਨੇ ਵੀ ਹਿੰਦੁਸਤਾਨ ਸ਼ਬਦ ਵਰਤਿਆ, ਹਿੰਦੁਸਤਾਨ ਕੋਈ ਮਾੜਾ ਸ਼ਬਦ ਨਹੀਂ ਹੈ। ਬੇਸਿਕਲੀ ਜਿਹੜਾ ਇਹ ਕਈਆਂ ਲੋਕਾਂ ਦੀ ਹੁਣ ਕਹਿ ਲਓ ਕਿ ਉਹਨਾਂ ਦੀ ਸੂਝ ਦੀ ਘਾਟ ਵਾ ਜਾਂ ਜੋ ਵੀ ਆ, ਇਹ ਇੰਡਸ ਵੈਲੀ ਦੇ ਵਿੱਚੋਂ ਸ਼ਬਦ ਉਕਰਿਆ ਵਾ ਹਿੰਦੁਸਤਾਨ ਜਿਹੜਾ। ਜੀ ਬਿਲਕੁਲ, ਇਹ ਇੰਡਸ ਵੈਲੀ ਦਾ ਇਹਨਾਂ ਨੇ ਹੌਲੀ ਹੌਲੀ ਜਿਹੜਾ ਵਾ ਇਹਨੂੰ ਇੰਡਸ ਤੋਂ ਬਣਾਤਾ, ਇੰਦੂ ਤੋਂ ਬਣਾਤਾ, ਹਿੰਦੂ ਬਣਾਤਾ, ਹਿੰਦੂ ਤੋਂ ਹਿੰਦੁਸਤਾਨ ਬਣਾਤਾ। ਇਹ ਕਦੀ ਵੀ ਹਿੰਦੁਸਤਾਨ ਤੇ ਕੋਈ ਵਰਡ ਹੀ ਨਹੀਂ ਹੈਗਾ। ਚਲੋ ਹੋਵੇ ਵੀ, ਮੰਨ ਲਓ ਹੋਵੇ ਵੀ, ਤੇ ਉਹਦਾ ਸਾਨੂੰ ਕੋਈ ਇਤਰਾਜ਼ ਵੀ ਨਹੀਂ ਆ, ਪਰ ਇਹ ਆ ਕਿ ਚੰਗਾ ਹੋਇਆ ਕਿ ਸਾਡੇ ਜਿਹੜੇ ਸੰਵਿਧਾਨ ਦੇ ਨਿਰਮਾਤਾ ਸੀਗੇ, ਜਿੱਦਾਂ ਵੀ ਉਹਨਾਂ ਕੰਮ ਕੀਤਾ, ਉਹਨਾਂ ਨੇ ਸ਼ਬਦ ਭਾਰਤ ਦੇ ਵਿੱਚ ਇੰਡੀਅਨ ਔਰ ਭਾਰਤੀ ਸ਼ਬਦ ਆਫੀਸ਼ੀਅਲ ਨੇਮ ਹੀ ਭਾਰਤ ਰੱਖਿਆ। ਹਾਂਜੀ, ਤਾਂ ਕਰਕੇ ਜਿਹੜਾ ਹੈ ਕਿਤੇ ਨਾ ਕਿਤੇ ਇਹਨਾਂ ਲੋਕਾਂ ਨੂੰ ਉਹ ਹਵਾ ਜਿਹੜੀ ਆ ਉਹ ਨਹੀਂ ਮਿਲੀ। ਚਲੋ ਹੁਣ ਆਪਾਂ ਹੋਰ ਅੱਗੇ ਆਈਏ ਕਿਸਾਨ ਅੰਦੋਲਨ ਵੱਲ। ਕਿਸਾਨ ਅੰਦੋਲਨ ਦੀਆਂ ਅਸੀਂ ਪ੍ਰਾਪਤੀਆਂ ਤੇ ਬਹੁਤ ਨੇ, ਤੇ ਹੁਣ ਜਿਹੜੀ ਸਰਕਾਰ ਆ ਉਹ ਤੇ ਕਹਿੰਦੇ ਆ ਨਾ, ਜਿਵੇਂ ਪਹਿਲਾਂ ਦੇ ਗੋਡਿਆਂ ਭਾਰ ਹੋ ਗਈ ਤੇ ਹੁਣ ਲੰਮੇ ਪੈਣ ਨੂੰ ਤਿਆਰ ਹੋ ਗਈ। ਹੁਣ ਉਹਨਾਂ ਨੇ MSP ਦੇ ਉੱਤੇ ਵੀ ਕਹਿ ਦਿੱਤਾ ਕਿ ਤੁਸੀਂ 5 ਮੈਂਬਰ ਆਪਣੇ ਦੇ ਦਿਓ, ਤੇ ਅਸੀਂ ਮਿਲ ਬੈਠ ਕੇ ਇੱਕ ਟੀਮ ਬਣਾ ਲੈਂਦੇ ਹਾਂ, ਤੁਹਾਡੇ ਨਾਲ ਸਲਾਹ ਕਰਕੇ MSP ਜਿਹੜੀ ਉਹ ਲਾਗੂ ਕਰਾਂਗੇ। ਅੱਛਾ, ਹੁਣ ਪਹਿਲਾਂ ਇੱਥੇ ਗੱਲ ਕਰ ਲਓ, ਫਿਰ ਮੈਂ ਤੁਹਾਡੇ ਨਾਲ ਇਹਦੇ ਅਗਲੇ ਜਿਹੜੇ ਪੁਆਇੰਟ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ MSP ਦੇ ਕੀ ਆ। ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਹੁਣ ਦਰਿਆਦਿਲੀ ਦਿਖਾਏਗੀ, ਭਾਵੇਂ ਉਹਦੇ ਕਾਰਨ ਪਿੱਛੇ ਕੁਝ ਵੀ ਹੋਣਾ, ਆਪਾਂ ਉਹਨਾਂ 'ਚ ਨਹੀਂ ਜਾਣਾ ਵੀ ਉਹਨਾਂ ਨੂੰ ਇਲੈਕਸ਼ਨ ਜਿੱਤਣੀ ਹੈ ਜਾਂ ਕੁਝ ਕਰਨਾ। ਹੁਣ ਕਿਸਾਨਾਂ ਦੇ ਅੱਗੇ ਜਿਵੇਂ ਮੈਂ ਕਿਹਾ ਗੋਡੇ ਟੇਕੇ ਤੇ ਹੁਣ ਲੰਮੇ ਪਏ ਨੇ, ਉਹ ਜਿਹੜੇ ਆ ਉਹ ਹੁਣ ਸਰਕਾਰ ਨੂੰ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕਿ ਇਹ ਚੀਜ਼ਾਂ ਮੰਗਾਂ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ, ਤੇ ਹੁਣ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਣੀ ਖੁੱਲ੍ਹਦਿਲੀ ਦਿਖਾਉਣਗੇ। ਨਹੀਂ, ਇੰਨਾ ਸੌਖਿਆ ਤਾਂ ਨਹੀਂ ਜੇ ਦਿਖਾਉਣਗੇ। ਕੋਈ ਇਹਨਾਂ ਦਾ ਰਵੱਈਆ ਇੰਨਾ ਸੌਖਾ ਤਾਂ ਨਹੀਂ ਲੱਗ ਰਿਹਾ ਸਾਨੂੰ ਲੋਕਾਂ ਨੂੰ। ਸਾਡੇ ਜਿਹੜੇ ਲਤਾੜੇ ਲੋਕ ਨੇ, ਕਿਸਾਨ ਹੋਣ ਜਾਂ ਮਜ਼ਦੂਰ ਹੋਣ, ਉਹਨਾਂ ਨੂੰ ਇਹਦੇ ਲਈ ਵੀ ਜਦੋਜਹਿਦ ਤੇ ਕਰਨੀ ਪਏਗੀ। 5 ਮੈਂਬਰੀ ਕਮੇਟੀ ਠੀਕ ਹੈ, ਇਹ ਉਹਨਾਂ ਨੂੰ ਉਹ 5 ਮੈਂਬਰੀ ਕਮੇਟੀ ਬਣਾ ਕੇ, ਹੁਣ ਇਹ ਹੈ ਕਿ ਸਾਡੀ ਜਿਹੜੀ ਕਿਸਾਨਾਂ ਦੀ ਆਹ ਜਿਹੜੀ ਇੱਕ ਸੋਹਣੀ ਗੱਲ ਹੈ, ਇੱਕ ਪੋਜ਼ਿਟਿਵ ਪੱਖ ਆ ਕਿ ਸਾਡੇ ਕਿਸਾਨਾਂ ਦੀ ਨੂੰ 5 ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ। ਨਹੀਂ, 5 ਮੈਂਬਰ ਕਿਸਾਨਾਂ ਦੇ ਮੰਗੇ ਨੇ ਸਰਕਾਰ ਨੇ, ਸ਼ਾਇਦ ਉਹ 10 ਮੈਂਬਰੀ ਬਣੇ ਜਾਂ 11, ਮਤਲਬ ਬੈਲੈਂਸ ਰਹੇਗਾ, ਬਰਾਬਰ ਹੋਣਗੇ ਉਹਨੇ ਸਰਕਾਰੀ। ਕਿਸਾਨ ਘੱਟੋ ਘੱਟ ਇਹ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ 5 ਮੈਂਬਰ ਉਹਨਾਂ ਨੇ ਜਿਹੜੇ ਮਤਲਬ ਆਪਣੇ ਇੱਕ ਸੰਯੁਕਤ ਕਿਸਾਨ ਮੋਰਚੇ ਨੇ 5 ਬੰਦਿਆਂ ਨੂੰ ਨਾਮਜ਼ਦ ਕਰਨਾ ਕਿ ਇਸ ਕਮੇਟੀ ਦਾ ਪਾਰਟ ਬਣੋ। ਇਹ ਬਹੁਤ ਸੋਹਣੀ ਗੱਲ ਹੈ ਘੱਟੋ ਘੱਟ, ਕਿਉਂਕਿ ਉਹਨਾਂ ਦਾ ਅਸੀਂ ਸਾਲ 1.5 ਸਾਲ ਦਾ ਜਿਹੜਾ ਸੰਘਰਸ਼ ਵੇਖ ਲਿਆ ਕਿ ਉਹ ਬੰਦੇ ਕਿਤੇ ਮਤਲਬ ਥੱਲੇ ਉਹ ਉਖੜੇ ਨਹੀਂ, ਉਹਨਾਂ ਦੇ ਪੈਰ, ਉਹ ਲੜੇ ਆ ਇਸ ਅੰਦੋਲਨ ਦੇ ਵਿੱਚ। ਭਾਵੇਂ ਸ਼ਾਂਤਮਈ ਅੰਦੋਲਨ ਸੀ, ਉਹ ਲੜੇ ਆ, ਆਰਗੇਨਾਈਜੇਸ਼ਨਲ ਵੇ ਦੇ ਨਾਲ ਲੜੇ ਆ, ਤੇ ਉਹ ਸਾਨੂੰ ਆਸਾਂ ਹੈਗੀਆਂ ਵਾ ਕਿ ਇਹ ਅਸੀਂ MSP ਇੱਕ ਬੜਾ ਇੰਪੋਰਟੈਂਟ ਪੱਖ। ਚਲੋ ਇਹਦੀ ਅਸੀਂ ਬਾਅਦ 'ਚ ਤੁਸੀਂ ਗੱਲ ਕਰੋਗੇ, ਤੇ ਲੇਕਿਨ ਇਹ ਹੈ ਕਿ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਇਹ ਲੱਗਦਾ ਹੈ ਕਿ ਸਾਡੀ ਫੇਵਰ 'ਚ ਹੀ ਹੋਏਗਾ। ਹੁਣ ਇਹ ਹੈ, ਇਹਦੇ ਲਈ ਵੀ ਸ਼ਾਇਦ ਸਾਨੂੰ ਜਦੋਜਹਿਦ ਫਿਰ ਇੱਕ ਲੜਾਈ ਜਿਹੜੀ ਹੈ ਹੋਰ ਲੜਨੀ। ਅੱਛਾ ਹਰਪ੍ਰੀਤ, ਹੁਣ ਕਿਹਾ ਇਹ ਜਾ ਰਿਹਾ ਸੀਗਾ ਕਿ ਪੰਜਾਬ ਤੇ ਹਰਿਆਣਾ ਜਿਹੜਾ ਆ ਉੱਥੇ ਆਲਮੋਸਟ ਜਿਹੜੇ ਆ ਇਹਦਾ ਫਾਇਦਾ ਮਿਲ ਰਿਹਾ ਸੀਗਾ MSP ਦਾ ਪਹਿਲਾਂ। ਹੁਣ ਜਦੋਂ ਇਹ ਮੋਰਚਾ ਸਾਂਝਾ ਲੜਿਆ ਗਿਆ, ਉਹ 'ਚ 400-450 ਜਥੇਬੰਦੀਆਂ ਆਈਆਂ, ਦੂਰ ਦਰਾਡੇ ਦੱਖਣ ਵਾਲੇ ਪਾਸਿਓਂ ਵੀ ਲੋਕ ਆ ਗਏ, ਸਾਰੇ ਆ ਗਏ, ਤੇ ਉੱਥੇ ਉਹਨਾਂ ਲੋਕਾਂ ਨਾਲ ਬਹੁਤ ਵੱਡਾ ਵਿਤਕਰਾ ਹੋ ਰਿਹਾ ਸੀਗਾ, ਕਿਉਂਕਿ ਭਾਰਤ ਇੱਕ ਆ। ਜਦੋਂ ਇਹ ਆਪ ਹੀ ਕਹਿ ਰਹੇ ਨੇ ਕਿ ਇੱਕ ਮੁਲਕ ਇੱਕ ਵਿਧਾਨ, ਇੱਕ ਮੁਲਕ ਇੱਕ ਭਾਸ਼ਾ, ਇੱਕ ਮੁਲਕ ਇੱਕ ਸਭ ਕੁਝ, ਇੱਕ ਚੋਣ, ਤੇ ਫਿਰ ਇੱਕ ਮੁਲਕ ਦੇ ਉੱਤੇ ਇੱਕ ਰੂਲ ਕਿਉਂ ਨਹੀਂ ਆ? MSP ਹੈ ਤੇ ਸਾਰੇ ਮੁਲਕ ਤੇ ਕਿਉਂ ਨਹੀਂ ਆ? ਇਹਨੂੰ ਕਿਉਂ ਇਸ ਤਰ੍ਹਾਂ ਰੱਖਿਆ ਗਿਆ? ਤੇ ਹੁਣ ਜੇ ਉਹਨਾਂ ਦਾ ਹੱਕ ਮੰਗਣ ਦਾ ਵੇਲਾ ਹੈ, ਤੇ
ਕੀ ਅਸੀਂ ਜਿਹੜੇ ਪਹਿਲਾਂ ਇਸ ਚੀਜ਼ ਦਾ ਫਾਇਦਾ ਉਠਾ ਰਹੇ ਸੀ, ਪੰਜਾਬ ਦੇ ਕਿਸਾਨ, ਹਰਿਆਣੇ ਦੇ ਕਿਸਾਨ, ਉਹ ਲੀਡਰਸ਼ਿਪ ਕਿਤੇ ਪੈਰ ਪਛਾਂ ਤੇ ਨਹੀਂ ਸਰਕਾਏਗੀ ਕਿ ਜੇ ਸਾਰੇ ਭਾਰਤ 'ਚ ਇੱਦਾਂ ਦਾ ਕੰਮ ਬਣ ਗਿਆ ਤੇ ਸਾਨੂੰ ਉਹਦਾ ਨੁਕਸਾਨ ਹੋ ਸਕਦਾ? ਸਾਨੂੰ ਕਿਉਂ ਨੁਕਸਾਨ ਹੋਏਗਾ? ਜੇ ਸਾਰੇ ਰੱਜ ਕੇ ਰੋਟੀ ਖਾਣਗੇ ਸਾਨੂੰ ਨੁਕਸਾਨ ਕਿਉਂ ਹੋਏਗਾ? ਨਹੀਂ, ਇੱਕ ਨੈਰੇਟਿਵ ਸਿਰਜ ਰਿਹਾ, ਕੁਝ ਮੀਡੀਆ ਦਾ ਇੱਕ ਪਾਰਟ ਇਹਨੇ ਦੋ ਚੀਜ਼ਾਂ ਸਿਰਜ ਰਿਹਾ। ਇੱਕ ਤੇ ਉਹ ਕਹਿ ਰਿਹਾ ਕਿ ਜਿਹੜੇ ਕਿਸਾਨ ਇਹ ਮੰਗ ਰਹੇ ਨੇ ਕਿ ਸਾਨੂੰ MSP ਕੀਤੀ ਜਾਵੇ, ਇਹ ਉਹਨਾਂ ਦੀ ਹੱਕੀ ਮੰਗ ਨਹੀਂ ਹੈ। ਹੱਕੀ ਮੰਗ ਤੇ ਹੋ ਸਕਦੀ ਆ, ਪਰ ਇਹ ਮਤਲਬ ਇਹਨੂੰ ਤਰਕਸ਼ੀਲ ਮੰਗ ਨਹੀਂ ਕਹਿੰਦੇ ਕਿ ਸਿਧਾਂਤ ਦੇ ਮੁਤਾਬਕ ਇਹ ਕਹਿੰਦੇ ਨੇ ਕਿ ਸਰਕਾਰਾਂ ਕੋਲ ਨਾ ਇੰਨੇ ਫੰਡ ਨੇ, ਨਾ ਉਹਨਾਂ ਕੋਲ ਇੰਨੀ ਜ਼ਰੂਰਤ ਹੈ ਕਿ ਜੋ ਪ੍ਰੋਡਿਊਸ ਕਿਸਾਨ ਪੈਦਾ ਕਰੇ ਉਹਨੂੰ ਸਰਕਾਰ ਚੁੱਕੇ। ਹਾਲਾਂਕਿ ਇਦਾਂ ਦਾ ਬਿਲਕੁਲ ਨਹੀਂ ਆ। ਮੇਰੀ ਬਹੁਤ ਸਾਰੇ ਵਿਦਵਾਨਾਂ ਨਾਲ ਗੱਲ ਹੋਈ, ਸਾਰੇ ਇਹੀ ਕਹਿੰਦੇ ਆ ਕਿ ਸਰਕਾਰ ਨਾ ਕਦੀ ਪਹਿਲਾਂ ਖਰੀਦਦੀ ਸੀ, ਨਾ ਹੁਣ ਸਰਕਾਰ ਤੇ ਦਬਾਅ ਆ। ਗੱਲ ਸਿਰਫ ਕਿਸਾਨ ਇਹ ਕਹਿ ਰਹੇ ਆ ਕਿ ਅਸੀਂ ਜੋ ਮਤਲਬ ਪ੍ਰੋਡਿਊਸ ਪੈਦਾ ਕਰਦੇ ਉੱਤੇ ਜੋ ਸਾਡੀ ਲਾਗਤ ਆਉਂਦੀ ਆ, ਜੋ ਸਾਡਾ ਮਿਹਨਤਾਨਾ ਹੁੰਦਾ ਆ, ਜੋ ਅਸੀਂ ਉੱਤੇ ਖਰਚ ਕਰਦੇ ਆ, ਉਹਦੇ ਵਿੱਚ ਥੋੜ੍ਹਾ ਜਿਹਾ ਮੁਨਾਫਾ ਜੋੜ ਕੇ ਇੱਕ ਘੱਟੋ ਘੱਟ ਜਿਹੜਾ ਵਾ ਸਹਿੰਦਾ ਰੇਟ ਬਣਾ ਦੇ ਸਰਕਾਰ। ਘੱਟੋ ਘੱਟ ਰੇਟ ਜਿਹਨੂੰ ਅਸੀਂ ਕਹਿੰਦੇ ਆ ਮਿਨੀਮਮ, ਕੋਈ ਮੈਕਸੀਮਮ ਨਹੀਂ ਮੰਗ ਰਹੇ, ਤੇ ਉਹ ਤੋਂ ਘੱਟ ਸਾਡਾ ਨਾ ਕੋਈ ਖਰੀਦ ਸਕੇ, ਕੋਈ ਐਕਸਪਲੋਇਟ ਨਾ ਕਰ ਸਕੇ। ਸੋ ਉਹਨੂੰ ਇਹ ਰੰਗ ਦੇਣਾ ਕਿ ਸਰਕਾਰ ਤੇ ਜੀ ਉਹਦੇ ਕੋਲ ਤੇ ਸਾਧਨ ਨਹੀਂ, ਸਰਕਾਰ ਕਿਉਂ ਖਰੀਦੂਗੀ? ਤੁਸੀਂ ਝੋਨਾ ਬੀਜੀ ਜਾਓ, ਸਰਕਾਰ ਕਿਉਂ ਖਰੀਦੂਗੀ? ਹਾਲਾਂਕਿ ਕਿਸਾਨਾਂ ਨੇ ਕਦੇ ਵੀ ਨਹੀਂ ਕਿਹਾ ਸਰਕਾਰ ਸਾਰਾ ਖਰੀਦੇ। ਤੇ ਤੁਹਾਡਾ ਇਹਦੇ ਬਾਰੇ ਕੀ ਰਾਏ ਆ? ਵੇਖੋ ਜੀ, ਗ੍ਰੀਨ ਰੈਵੋਲੂਸ਼ਨ ਦੇ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਕਣਕ ਤੇ ਝੋਨੇ 'ਚ ਜਿਹੜੀ ਹਾਈਬ੍ਰਿਡ ਵੈਰਾਈਟੀ ਆਈ ਸੀ, ਉਹਦੀ ਇਨਸੈਪਸ਼ਨ ਹੋਈ ਸੀ ਆਪਣੇ ਪੰਜਾਬ ਤੋਂ। ਇਹ ਪੀਰੀਅਡ ਮੇਰਾ ਖਿਆਲ 1967 ਦਾ ਪੀਰੀਅਡ ਸੀ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ। ਨੈਸ਼ਨਲ ਸੈਂਪਲ ਸਰਵੇ ਨੇ ਡਾਟਾ ਤਿਆਰ ਕੀਤਾ। ਉਸ ਡਾਟੇ ਦੇ ਵਿੱਚ ਤੁਸੀਂ ਦੇਖੋ ਕਿ ਟਰੈਕਟਰ, ਉਦੋਂ ਚਲੋ ਟਰੈਕਟਰ ਹੈ ਹੀ ਨਹੀਂ ਸੀ, ਕੋਈ ਇੰਨਾ ਜ਼ਿਆਦਾ ਕਾਮਨ ਨਹੀਂ ਸੀ ਟਰੈਕਟਰ। ਬਾਕੀ ਐਗਰੀਕਲਚਰ ਇੰਪਲੀਮੈਂਟ ਜਿਹੜੇ ਆ, ਨਾਲ ਹੀ ਗ੍ਰੀਨ ਰੈਵੋਲੂਸ਼ਨ ਦੇ ਨਾਲ ਉਹਨਾਂ ਦੀ ਡਿਵੈਲਪਮੈਂਟ ਬੜੀ ਹੋਈ। ਐਗਰੋ ਇੰਡਸਟਰੀ ਲੱਗੀ। ਐਗਰੋ ਇੰਡਸਟਰੀ ਸਾਰੀ ਕਾਰਪੋਰੇਟ ਸੈਕਟਰ ਦੇ ਕੋਲ ਸੀ ਸਾਰੀ। ਉਹਨਾਂ ਨੇ ਜਿਹੜੇ ਐਗਰੀਕਲਚਰ ਇੰਪਲੀਮੈਂਟਸ ਬਣਾਏ, ਜਿਹੜਾ ਉਸ ਸਾਨੂੰ ਸਟੈਟਿਸਟਿਕਸ ਦੀ ਮੈਂ ਗੱਲ ਕਰਦਾ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ, ਉਹਨਾਂ ਨੇ ਦੇਖਿਆ ਸਟੈਟਿਸਟਿਕਸ ਦੇ ਵਿੱਚ ਤੁਸੀਂ ਕੰਪੈਰੀਟਿਵ ਐਨਾਲਿਸਿਸ ਕਰੋ ਕਿ ਇੱਕ ਬੰਨੇ ਕਣਕ ਦੀ, ਸਾਡੀ ਚੌਲਾਂ ਦੀ ਫਸਲ ਦੀ, ਸਾਡੀ ਕਾਟਨ ਦੀ, ਸਾਡੀਆਂ ਦਾਲਾਂ ਲੈ ਲਓ ਜਾਂ ਹੋਰ ਸਾਡੀਆਂ ਜਿਹੜੀਆਂ ਕਿਸਾਨੀ ਜਿਨਸਾਂ ਵਾ, ਗੰਨੇ ਦੀ ਲੈ ਲਓ, ਕਿ ਉਹਨਾਂ ਦੀ ਪ੍ਰਾਈਸਿਸ ਕਿਸ ਤਰੀਕੇ ਦੇ ਨਾਲ, ਉਹ ਗ੍ਰਾਫ ਦੋਵੇਂ ਹੀ ਕਾਮਨ ਗ੍ਰਾਫ ਬਣਾਓ ਇਹਦਾ, ਤੇ ਐਕਸ ਐਕਸਿਸ ਦੇ ਉੱਤੇ ਤੁਸੀਂ ਦੋਵੇਂ ਚੀਜ਼ਾਂ ਲੈ ਲਓ ਕਿ ਉਹ ਐਗਰੀਕਲਚਰ ਇੰਪਲੀਮੈਂਟ ਦੀ ਪ੍ਰਾਈਸ ਵੀ ਤੇ ਉਹਦੀ ਵੀ ਜਿਹੜੀ ਆਪਣੀ ਕਿਸਾਨਾਂ ਦੀ ਜਿਹੜੀ ਉਪਜ ਆ, ਕਿਸਾਨਾਂ ਦੀ ਜਿਹੜੀ ਪ੍ਰੋਡਿਊਸ ਆ, ਉਹਦੀ ਪ੍ਰਾਈਸ ਵੀ ਵੇਖੋ। ਜਿਹੜੀ ਐਗਰੀਕਲਚਰ ਇੰਪਲੀਮੈਂਟਸ ਦੀ ਪ੍ਰਾਈਸ ਆ, ਉਹਦਾ ਡਾਟਾ ਜਾ ਰਿਹਾ ਬਿਲਕੁਲ ਸ਼ਾਰਪ, ਉਹਦੀ ਸਪੀਡ ਮਤਲਬ ਪਿੱਛੇ ਨਾਲੋਂ ਜ਼ਿਆਦਾ ਹੋ ਰਹੀ ਉਹਦੀ ਸਪੀਡ। ਹਰ ਸਾਲ ਉਹਨਾਂ ਦੀਆਂ ਪ੍ਰਾਈਸਸ ਇੰਨੀਆਂ ਵੱਧ ਰਹੀਆਂ। ਜਦ ਕਿ ਫਰਟੀਲਾਈਜ਼ਰ ਦੀ ਗੱਲ ਕਰ ਲਓ, ਜਿਹੜੇ ਪੈਸਟੀਸਾਈਡ ਦੀ ਗੱਲ ਕਰ ਲਓ, ਸਾਰੀਆਂ ਚੀਜ਼ਾਂ, ਈਵਨ ਹਾਈਬ੍ਰਿਡ ਬੀਜਾਂ ਦੀ ਗੱਲ ਕਰ ਲਓ, ਸਾਰੇ ਤੁਸੀਂ ਕਹਿ ਰਹੇ ਠੀਕ ਹੈ, ਟਰੈਕਟਰ ਦੀ ਕਰੋ, ਜੋ ਮਰਜ਼ੀ ਕਰੋ। ਤੇ ਦੂਜੇ ਬੰਨੇ ਕਣਕ ਦੀ, ਆਪਣੀ ਪੈਡੀ ਕ੍ਰੌਪਸ ਦੀ, ਦਾਲਾਂ ਦੀ, ਹੋਰ ਕਿਸਾਨੀ ਉਪਜਾਂ ਦੀ, ਉਹਨਾਂ ਦਾ ਡਾਟਾ ਜਿਹੜਾ ਸਲੋਲੀ ਤੇ ਜੀ, ਹਾਂਜੀ 100 ਰੁਪਈਆ ਵੱਧ ਕਰਤਾ ਜੀ ਐਰਕੀ ਕਣਕ ਦਾ 1 ਕੁਇੰਟਲ ਪਿੱਛੇ। 1 ਕੁਇੰਟਲ ਬੀਜਣ ਲੱਗਿਆ ਪਿਛਲੇ ਸਾਲ ਨਾਲੋਂ ਐਰਕੀ ਤੇ ਮੈਨੂੰ ਖਰਚਾ ਮੇਰਾ ਪੈ ਗਿਆ $400 ਰੁਪਇਆ ਵੱਧ, ਤੇ ਲੇਕਿਨ ਮੇਰੀ ਉਪਜ ਦੀ ਜਿਹੜੀ ਪ੍ਰਾਈਸ ਉਹ 100 ਰੁਪਇਆ ਵਧੀ ਹੈ। ਹੁਣ ਉਹ 300 ਰੁਪਏ ਦਾ ਜਿਹੜਾ ਘਾਟਾ ਵਾ ਉਹ ਕਿਹਨੂੰ ਪਿਆ? ਕਿਸਾਨ ਨੂੰ, ਮਿਹਨਤਕਸ਼ ਨੂੰ ਪਿਆ। ਅੱਛਾ, ਜੇ ਆਪਾਂ ਡੇਟੇ ਕਰੀਏ ਕੰਪੇਅਰ, ਜਿਸ ਤਰੀਕੇ ਨਾਲ ਬਾਕੀ ਜਿਹੜੇ ਸਮਾਜ ਦੇ ਸੈਕਸ਼ਨ ਨੇ, ਇੰਪਲਾਈਜ਼ ਨੇ, ਕਾਲਜਸ ਦੇ, ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨੇ, ਉਹ ਕਿਹਾ ਜਾ ਰਿਹਾ ਕਿ ਉਹਨਾਂ ਦੀ ਉਜਰਤ ਜਿਹੜੀ ਹੈ 400 ਗੁਣਾ ਵਾਧਾ ਹੋਇਆ, ਤੇ ਕਿਸਾਨੀ ਪ੍ਰੋਡਕਟ ਤੇ ਖੜਾ ਹੀ ਸਾਰਾ 25-30% ਗਿਆ ਵਾ। ਮਤਲਬ ਜਿਹੜਾ ਕਿਸਾਨ ਦਾ ਪ੍ਰੋਡਿਊਸ ਸੀ, ਬਾਕੀ ਸਮਾਜਿਕ ਜਿਹੜੀਆਂ ਹਾਲਾਤਾਂ ਨੇ ਉਹਨਾਂ ਨਾਲ ਉਹਨੂੰ ਕੰਪੇਅਰ ਕਰੀਏ, ਭਾਵੇਂ ਮੁਲਾਜ਼ਮ ਹੋਵੇ, ਕੋਈ ਕਲਾਸ 4 ਦਾ ਮੁਲਾਜ਼ਮ ਹੋਵੇ, ਚਾਹੇ ਕੋਈ ਯੂਨੀਵਰਸਿਟੀ ਦਾ ਪ੍ਰੋਫੈਸਰ ਹੋਵੇ, ਜੇ ਉਹਨਾਂ ਦੀਆਂ ਤਨਖਾਹਾਂ ਦੇ ਨਾਲ ਉਹਨੂੰ ਜੋੜ ਕੇ ਵੇਖਿਆ ਜਾਵੇ, ਮਹਿੰਗਾਈ ਦੀ ਦਰ ਨਾਲ ਜੋੜਿਆ ਜਾਵੇ, ਤੇ ਫਿਰ ਤੇ ਕਿਸਾਨ ਹਮੇਸ਼ਾ ਘਾਟੇ 'ਚ ਹੀ ਰਿਹਾ। ਹਾਂਜੀ, ਨਹੀਂ ਮੈਂ ਤੇ ਵੇਖੋ ਇਹ ਕਹਿੰਦਾ ਕਿ ਜੇ ਪ੍ਰੋਫੈਸਰਾਂ ਨੂੰ ਕਹਿ ਲਓ ਕਿ ਤੁਸੀਂ ਕਹਿੰਦੇ ਕਿ 40 ਟਾਈਮਸ ਜਾਂ 50 ਨਹੀਂ 400 ਟਾਈਮਸ ਉਹਨਾਂ ਦੀਆਂ ਵਧੀਆਂ ਸੈਲਰੀਜ਼, ਮੈਂ ਤੇ ਕਹਿੰਦਾ 500 ਟਾਈਮਸ ਵਧਣੀਆਂ ਚਾਹੀਦੀਆਂ। ਨਹੀਂ, ਜੇ ਡਾਟਾ ਕੰਪੇਅਰ ਕਰਦੇ ਆ ਤਾਂ, ਕਿਉਂਕਿ ਸਮਾਜ ਪ੍ਰੋਫੈਸਰ ਨੇ ਵੀ ਸਮਾਜ 'ਚ ਰਹਿਣਾ, ਉਹਨੇ ਵੀ ਰੋਟੀ ਪਾਣੀ ਖਾਣਾ ਹੈ, ਕਿਸਾਨ ਨੇ ਵੀ ਰਹਿਣਾ। ਜਿਹੜੀਆਂ ਜ਼ਿੰਦਗੀ ਦੀਆਂ ਬੇਸਿਕ ਲੋੜਾਂ ਨੇ, ਕਿਸਾਨ ਨੇ ਵੀ ਬਿਮਾਰ ਹੋਣਾ, ਉਹਨੂੰ ਹਸਪਤਾਲ ਜਾਣ ਦੀ ਲੋੜ ਆ,
ਇੱਕ ਪ੍ਰੋਫੈਸਰ ਨੂੰ ਜਾਂ ਕਿਸੇ ਬਿਊਰੋਕਰੇਟ ਨੂੰ ਵੀ ਉਹਨਾਂ ਚੀਜ਼ਾਂ ਦੀ ਜ਼ਰੂਰਤ ਆ, ਠੀਕ ਹੈ ਨਾ। ਤੇ ਜ਼ਰੂਰੀ ਨਹੀਂ ਕਿ ਚਲੋ ਸ਼ਾਨੋ ਸ਼ੌਕਤ ਵਾਲੀਆਂ ਉਹਨਾਂ ਕੋਲ ਚੀਜ਼ਾਂ ਵੱਧ ਹੋਣਗੀਆਂ, ਪਰ ਜਿਹੜੀਆਂ ਬੇਸਿਕ ਲੋੜਾਂ ਨੇ ਉਹ ਤੇ ਸਾਰਿਆਂ ਦੀਆਂ ਬਰਾਬਰ ਨੇ ਨਾ। ਤੇ ਫਿਰ ਜੇ ਉਹਨਾਂ ਦੀ ਉਜਰਤ ਵਿੱਚ ਵਾਧਾ ਹੋਇਆ ਹੈ ਨਾ, ਤੇ ਕਿਸਾਨੀ ਦੇ ਪ੍ਰੋਡਕਟ ਦੇ ਵਿੱਚ ਵਾਧਾ ਕਿਉਂ ਨਹੀਂ? ਮੈਂ ਇਹ ਕਹਿੰਦਾ ਵਾਂ ਕਿ 400 ਗੁਣਾ ਜੇ ਉਹਨਾਂ ਦੀ ਆਪਣੀ ਜੋ ਉਹਨਾਂ ਨੇ ਟੈਲੈਂਟ ਵੇਚਿਆ, ਇੱਕ ਪ੍ਰੋਫੈਸਰ ਨੇ, ਸਾਇੰਟਿਸਟ ਨੇ ਟੈਲੈਂਟ ਵੇਚਿਆ, ਉਹਦਾ ਜੇ 400 ਗੁਣਾ ਉਹਦੀ ਇਹ ਪ੍ਰਾਈਸ ਵਧੀ ਆ, ਜਾਂ ਉਹਨੂੰ 400 ਗੁਣਾ ਉਹਨੂੰ ਮਿਲਿਆ ਉਹਦਾ ਖਜ਼ਾਨਾ, ਤੇ ਕਿਸਾਨ ਦੀ ਜਿਹੜੀ ਫਸਲ ਆ ਉਹ ਕਿਸਾਨ ਨੂੰ ਆਪਣੀ ਮਿਹਨਤ ਦਾ ਵੀ 400 ਗੁਣਾ ਮਿਲਣਾ ਚਾਹੀਦਾ। ਇੱਕ ਮਜ਼ਦੂਰ ਨੂੰ, ਜਿਹੜਾ ਦਿਹਾੜੀਦਾਰ ਮਜ਼ਦੂਰ ਆ, ਉਹਦਾ ਵੀ 400 ਗੁਣਾ ਜਿਹੜਾ ਵਾ ਵਾਧਾ ਜਿਹੜਾ ਉਹਦੀ ਉਜਰਤ ਦਾ ਹੋਣਾ ਚਾਹੀਦਾ। ਇਹ ਤੇ ਬਰਾਬਰ ਦਾ ਜਿਹੜਾ ਕੰਪੈਰੀਟਿਵ ਮਤਲਬ ਇਹ ਵੈਲਫੇਅਰ ਸਟੇਟ ਦਾ ਤੇ ਕਨਸੈਪਟ ਇਹੋ ਆ ਕਿ ਸਾਰੇ ਲੋਕ ਜਿਹੜੇ ਆ ਦੁਨੀਆ, ਜਿਹੜੇ ਕਿਸੇ ਕੰਟਰੀ ਦੇ, ਕਿਸੇ ਖਿੱਤੇ ਦੇ ਜਿਹੜੇ ਸਾਰੇ ਲੋਕ ਵਾ, ਉਹਨਾਂ ਨੂੰ ਬਰਾਬਰ ਦੀਆਂ ਸਹੂਲਤਾਂ, ਬਰਾਬਰ ਦੇ ਵਧਣ ਫੁੱਲਣ ਦੇ ਜਿਹੜੇ ਮੌਕੇ ਮਿਲਣੇ ਚਾਹੀਦੇ ਆ। ਕਿਉਂਕਿ ਇੱਕ ਜਿਹੜਾ ਮਜ਼ਦੂਰ ਆ ਖੇਤ ਦਾ, ਉਹਦਾ ਕੰਮ ਇੱਕ ਪ੍ਰੋਫੈਸਰ ਨਹੀਂ ਕਰ ਸਕਦਾ, ਸਾਇੰਟਿਸਟ ਨਹੀਂ ਕਰ ਸਕਦਾ, ਪਰ ਮਜ਼ਦੂਰ ਜਿਹੜਾ ਵਾ ਉਹ ਸਾਇੰਟਿਸਟ ਦਾ ਕੰਮ ਨਹੀਂ ਕਰ ਸਕਦਾ, ਪ੍ਰੋਫੈਸਰ ਦਾ ਕੰਮ ਨਹੀਂ ਕਰ ਸਕਦਾ, ਕਿਸੇ ਇੰਜੀਨੀਅਰ ਦਾ ਕੰਮ ਨਹੀਂ ਕਰ ਸਕਦਾ। ਹੁਣ ਗੱਲ ਇਹ ਹੈ, ਜੇ ਤਰਕ ਦੇ ਨਾਲ ਵੇਖਿਆ ਜਾਵੇ, ਰੈਸ਼ਨਲ ਵੇ ਦੇ ਨਾਲ ਸੋਚਿਆ ਜਾਵੇ, ਇੱਕ ਮਜ਼ਦੂਰ ਦੀ ਤਨਖਾਹ ਤੇ ਇੱਕ ਇੰਜੀਨੀਅਰ ਦੀ ਤਨਖਾਹ ਦੇ ਵਿੱਚ ਡਿਫਰੈਂਸ ਕਿਉਂ ਇੰਨਾ ਜ਼ਿਆਦਾ, ਜਦ ਕਿ ਦੋਵੇਂ ਇੱਕ ਦੂਜੇ ਦਾ ਕੰਮ ਨਹੀਂ ਕਰ ਸਕਦੇ। ਕਿਸੇ ਰੇਲਵੇ ਦੇ ਇੰਜੀਨੀਅਰ ਨੂੰ ਕਹਿ ਦੋ ਕਿ ਤੂੰ ਹੁਣ ਉਹ ਸੜਕਾਂ ਤੇ ਉਹਦੇ ਆਪਣੀ ਜਿਹੜੀ ਰੇਲ ਲਾਈਨ ਆ ਉੱਥੇ ਤੇ ਪੱਥਰ ਵਿਛਾਉਣਾ ਵਾ, ਉਹ ਕਹੂ ਮੈਂ ਤਾਂ ਨਹੀਂ ਵਿਛਾ ਸਕਦਾ। ਮਜ਼ਦੂਰ ਨੂੰ ਕਹਾਂ ਕਿ ਤੂੰ ਐਡਮਿਨਿਸਟ੍ਰੇਸ਼ਨ ਵਾਲਾ ਕੰਮ ਕਰਨਾ, ਰੇਲ ਦਾ ਡਿਜ਼ਾਈਨ ਕਰਨੀ ਹੈ, ਤੂੰ ਡਿਜ਼ਾਈਨ ਇੰਜੀਨੀਅਰ ਬਣ ਜਾ। ਉਹਨੇ ਕਹਿਣਾ ਮੈਂ ਨਹੀਂ ਕਰ ਸਕਦਾ। ਜਦ ਅਸੀਂ ਇੱਕ ਦੂਜੇ ਦਾ ਕੰਮ ਨਹੀਂ ਕਰ ਸਕਦੇ, ਉਹਦਾ ਕੰਮ ਉਹਨੂੰ ਹਾਰਡ ਲੱਗਦਾ, ਉਹਦਾ ਕੰਮ ਉਹਨੂੰ ਹਾਰਡ ਲੱਗਦਾ, ਤੇ ਸਾਡੀਆਂ ਤਨਖਾਹਾਂ ਦੇ ਵਿੱਚ, ਸਾਡੀ ਉਜਰਤ ਦੇ ਵਿੱਚ ਇਹ ਜਿਹੜਾ ਪਾੜਾ ਜਿਹੜਾ ਇਹ ਘੱਟ ਹੋਣਾ ਚਾਹੀਦਾ। ਤੁਹਾਡਾ ਕਹਿਣ ਦਾ ਭਾਵ ਇਹ ਆ ਕਿ ਪਾੜਾ ਘੱਟ ਹੋਣਾ। ਅੱਛਾ, ਹੁਣ 2-3 ਗੱਲਾਂ ਆਪਾਂ ਕਰਕੇ ਖਤਮ ਕਰ ਲੈਣਾ, ਸਮਾਂ ਆਪਣਾ ਬਹੁਤ ਲੰਬਾ ਹੋ ਗਿਆ। 2 ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ। ਇੱਕ ਤਾਂ ਇਹ ਖਾਸ ਕਰਕੇ ਕਿ ਇੱਕ ਬੜਾ ਨਾਰਾ ਬੁਲੰਦ ਹੋਇਆ ਇਸ ਐਜੀਟੇਸ਼ਨ ਦੇ ਦੌਰਾਨ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਤੇ ਹੁਣ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ, ਖਾਸ ਕਰਕੇ ਖੇਤ ਮਜ਼ਦੂਰ ਜਥੇਬੰਦੀਆਂ ਸੰਘਰਸ਼ ਦੇ ਰਾਹ ਪਈਆਂ ਨੇ। ਕੀ ਜਿੰਨੇ ਕਿਸਾਨ ਲੀਡਰ ਨੇ ਜਾਂ ਜਿਹੜੇ ਬਾਹਰੋਂ ਕਿਸਾਨੀ ਸੰਘਰਸ਼ ਦੀ ਸਪੋਰਟ ਕਰਨ ਵਾਲੇ ਲੋਕ ਸੀ, ਅੱਜ ਮਜ਼ਦੂਰਾਂ ਨੂੰ ਵੀ ਉਹਨਾਂ ਹੀ ਹੁੰਗਾਰਾ ਦੇਣਗੇ ਜਿੰਨਾ ਕਿਸਾਨਾਂ ਨੂੰ ਦਿੱਤਾ ਗਿਆ ਸੀ, ਜਾਂ ਨਹੀਂ ਦੇਣਗੇ? ਨਹੀਂ ਚਾਹੀਦਾ, ਆਈਡੀਅਲ ਗੱਲ ਹੈ। ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਇਸ ਮੂਵਮੈਂਟ ਨੇ ਸਾਨੂੰ ਬੜਾ ਕੁਝ ਸਿਖਾਇਆ। ਇਸ ਮੂਵਮੈਂਟ ਨੇ ਇੱਕ ਨੇੜਤਾ ਲਿਆਂਦੀ ਹੈ। ਹਾਂ, ਕਿਸਾਨ ਦੀ ਤੇ ਮਜ਼ਦੂਰ ਦਾ ਜਿਹੜੇ ਰਿਸ਼ਤੇ ਦੀ ਹੈ ਇੱਕ ਨੇੜਤਾ ਤੇ ਜ਼ਰੂਰ ਆਈ ਉਹਦੇ, ਪਰ ਟਕਰਾਅ ਵੀ ਹੈ ਨਾ ਹਿੱਤਾਂ ਦਾ ਕਿਤੇ। ਉਹ ਤੇ ਇਕਨੋਮਿਕ ਜਿਹੜਾ ਟਕਰਾਅ ਵਾ ਉਹ ਤੇ ਰਹਿਣਾ ਹੀ ਰਹਿਣਾ ਵਾ। ਸੀਰੀ ਦਾ ਤੇ ਜੱਟ ਦਾ, ਸੀਰੀ ਦਾ ਤੇ ਨਹੀਂ, ਉਹ ਰਹਿਣਾ ਨਹੀਂ ਚਾਹੀਦਾ ਨਾ। ਜੇ ਆਪਾਂ ਨੇ ਵੀ ਬੜੀ ਭਾਈਚਾਰਕ ਸਾਂਝ ਵੱਧ ਗਈ, ਉਹ ਭਰਾਵਾਂ ਵਰਗਾ ਰਿਸ਼ਤਾ ਬਣ ਗਿਆ, ਤੇ ਫਿਰ ਆਪਾਂ ਇਹ 2 ਗੱਲਾਂ ਇਕੱਠੀਆਂ ਨਹੀਂ ਕਰ ਸਕਦੇ। ਪ੍ਰੋਬਲਮ ਇਹ ਹੈ ਕਿ ਇਹ ਜਿਹੜਾ ਕਰੈਕਟਰ ਆ ਨਾ, ਕਰੈਕਟਰ ਡਿਵੈਲਪਮੈਂਟ ਜਿਹੜੀ ਹੈ, ਇਹ ਦਹਾਕਿਆਂ ਦਾ ਤੇ ਸਦੀਆਂ ਦਾ ਪ੍ਰੋਸੈਸ ਆ। ਮੈਂ ਛੋਟੀ ਜਿਹੀ ਐਗਜ਼ਾਮਪਲ ਦਊਂਗਾ, ਉਸ ਤੋਂ ਬਾਅਦ ਮੈਂ ਇਸ ਟੌਪਿਕ ਤੇ ਮੇਰਾ ਕਿ ਸਾਰੇ ਸਮਝ ਜਾਣਗੇ ਸਾਡੇ ਦੋਸਤ। ਜਦੋਂ ਰਸ਼ੀਆ ਦੇ ਵਿੱਚ ਰੈਵੋਲੂਸ਼ਨ ਹੋਇਆ 1917 ਦੇ ਵਿੱਚ, ਮੈਂ ਇੱਕ ਨਾਵਲ ਪੜ੍ਹ ਰਿਹਾ ਸੀ, ਨਵੀਂ ਧਰਤੀ ਨਵੇਂ ਸਿਆੜ। ਉਹਦੇ ਵਿੱਚ ਨਾ ਉਹਨਾਂ ਨੇ ਕਿਹਾ ਕਿ ਹੁਣ ਸਾਰੇ ਆਪਣੇ ਜਿੰਨੇ ਵੀ ਪ੍ਰਾਈਵੇਟ ਹੈਗੇ ਆ, ਮੁਰਗੀ ਖਾਨੇ ਆ, ਕਿਸੇ ਦੇ ਆਪਣੇ ਡੇਅਰੀ ਫਾਰਮ ਨੇ, ਜ਼ਮੀਨਾਂ ਨੇ ਪਿੰਡਾਂ ਦੀਆਂ, ਅਸੀਂ ਸਾਰੀਆਂ ਤੇ ਨਾ ਬਰਾਬਰ ਸਰਕਾਰ ਦਾ ਹੋ ਜਾਵੇ, ਸਰਕਾਰ ਦੇ ਕੰਟਰੋਲ 'ਚ ਆ ਜਾਣ। ਜੋ ਉਹਦੀ ਉਪਜ ਹੋਵੇ ਉਹ ਸਾਰਾ ਪ੍ਰੋਫਿਟ ਜਿਹੜਾ ਵਾ ਉਹ ਸਾਰੇ ਲੋਕਾਂ ਦੇ ਵਿੱਚ ਵੰਡ ਦਿੱਤਾ ਜਾਵੇ। ਉਹ ਇੱਕ ਆਦਮੀ ਸੀ, ਉਹ ਬੰਦਾ ਹੈ ਵੀ ਇੱਕ ਕਮਿਊਨਿਸਟ ਸੀ। ਉਹ ਬੰਦੇ ਨੇ 1917 ਦੇ ਇਨਕਲਾਬ ਦੇ ਵਿੱਚ ਲੜਾਈ ਵੀ ਲੜੀ ਸੀ, ਪਰ ਜਦੋਂ ਆਹ ਗੱਲ ਆਈ ਕਿ ਉਹਦਾ ਹੈਗਾ ਸੀ ਮੁਰਗੀ ਖਾਨਾ, ਤੇ ਉਹ ਜਦੋਂ ਇਹ ਗੱਲ ਆਈ ਕਿ ਇਹ ਤੇ ਜੀ ਅਗਲੇ ਹਫਤੇ ਤੇ ਉਹ ਆਰਡਰ ਹੋ ਗਿਆ ਵਾ, ਹਾਲਾਂਕਿ ਉਹ ਆਰਡਰ ਦੇਣ ਵਾਲਿਆਂ ਵਿੱਚ ਵੀ ਉਹੋ ਹੀ ਆ, ਤੇ ਗਵਰਨਮੈਂਟ ਵੱਲੋਂ ਆਰਡਰ ਹੋ ਗਿਆ। ਉਦੋਂ ਮੇਰੇ ਖਿਆਲ ਸਟਾਲਿਨ ਸਨ, ਕਿਉਂਕਿ ਲੈਨਰ ਆਦਿ ਤੇ ਐਕਸਪਾਇਰ ਹੋ ਚੁੱਕੇ ਸਨ, ਸਟਾਲਿਨ ਸਨ ਉੱਥੇ ਰਸ਼ੀਆ ਦੇ ਵਿੱਚ, ਬਈ ਇੰਨੀ ਤਰੀਕ ਨੂੰ ਤੇ ਫਿਰ ਸਾਡੇ ਮੁਰਗੀ ਖਾਨਾ ਵੀ ਸਰਕਾਰੀ ਹੋ ਜਾਣਾ। ਉਹਨੇ ਉਸੇ ਰਾਤ ਹੀ ਜਿੰਨੀਆਂ ਮੁਰਗੀਆਂ ਵੱਢੀਆਂ ਜਾਂਦੀਆਂ ਉਹਨੂੰ ਵੱਢ ਕੇ, ਕਿਉਂਕਿ ਹੈ ਠੰਡ ਉੱਥੇ ਬਥੇਰੀ ਹੈ, ਤੇ ਉੱਥੇ ਭਾਵੇਂ ਉਹ ਫ੍ਰਿਜ ਬਣਾਇਆ ਹੋਊਗਾ ਕੋਈ, ਉਹ ਆਪਣੇ ਤਰੀਕੇ ਦਾ ਉਸ ਸਮੇਂ ਦੇ ਸਟੋਰ ਕਰ ਲਿਆ, ਸਟੋਰ ਉਹਨੇ ਕਰ ਲਿਆ ਕਿ ਜਿੰਨੀਆਂ ਘੱਟੋ ਘੱਟ ਜਿੰਨੀਆਂ ਕਿਦਾ ਮੀਟ ਮੈਂ ਖਾ ਸਕਦਾ ਉਹ ਤੇ ਮੈਂ ਆਪਣਾ ਖਾ ਲਵਾਂ। ਉਹ ਮਤਲਬ ਹਿਊਮਨ ਮੈਂਟੈਲਿਟੀ ਦੀ ਗੱਲ ਮੈਂਟੈਲਿਟੀ ਜਿਹੜੀ ਓਵਰਨਾਈਟ ਚੇਂਜ ਨਹੀਂ ਹੁੰਦੀ। ਇਹ ਕਲਚਰ, ਦਿਸ ਇਜ਼ ਦੀ ਪਾਰਟ ਆਫ ਦੀ ਕਲਚਰਲ ਰੈਵੋਲੂਸ਼ਨ।
ਅੱਛਾ, ਹੁਣ ਆਖਰੀ ਜਿਹੜਾ ਇੱਕ ਅੱਧਾ ਸਵਾਲ ਕਰਨ ਵਾਲਾ ਉਹ ਹੈਗਾ ਕਿ ਪੰਜਾਬ ਦੀ ਕਿਸਾਨੀ ਨੇ ਲੜਾਈ ਜਿੱਤੀ, ਇਹ ਆਰਥਿਕ ਲੜਾਈ ਇਹਨੂੰ ਕਿਹਾ ਗਿਆ ਸੀਗਾ, ਤੇ ਹੁਣ ਜਦੋਂ ਕਿਸਾਨੀ ਲੜਾਈ ਜਿੱਤ ਕੇ ਵਾਪਸ ਆਉਣਗੇ ਕਿਹੋ ਜਿਹਾ ਪੰਜਾਬ ਤੁਹਾਨੂੰ ਲੱਗਦਾ ਹੋਊਗਾ? ਸਿਆਸੀ ਤੌਰ ਤੇ, ਆਰਥਿਕ ਤੌਰ ਤੇ ਕੋਈ ਖੁਸ਼ਹਾਲੀ ਵੱਲ ਮੋੜਾ ਮੁੜੇਗਾ ਜਾਂ ਕੀ ਹੋਏਗਾ? ਮਤਲਬ ਤੁਹਾਨੂੰ ਹੁਣ ਕੀ ਲੱਗਦਾ ਅੱਗੇ ਕੀ, ਹੁਣ ਕੀ? ਫਿਰ ਆਪਾਂ ਫਿਰ ਉੱਥੇ ਖੜੇ ਆ, ਅੱਗੇ ਕੀ? ਫਿਰ ਮੈਂ ਕਿਉਂਕਿ ਇਹ ਜਿਹੜਾ ਅੰਦੋਲਨ ਆ, ਇਹ ਮੈਂ ਸਾਡਾ ਟੌਪਿਕ ਹੋਣਾ, ਮੈਂ ਸੁੱਚਾ ਸਿੰਘ ਗਿੱਲਧਾਰਾ ਨਾਲ ਗੱਲ ਕਰਨੀ ਆ ਡਾਕਟਰ ਸਾਹਿਬ ਨਾਲ ਇੱਕ ਦੋ ਦਿਨਾਂ 'ਚ ਕਿ ਹੁਣ ਇੱਥੋਂ ਅੱਗੇ ਕੀ? ਤੁਸੀਂ ਦੁਬਾਰਾ ਕਹੋਗੇ ਕਿ ਫਿਰ ਲੈਨਨ ਵਾਲੇ ਬੰਨੇ ਗਿਆ, ਉਹਨਾਂ ਨੇ ਇਹ ਗੱਲ ਕਹੀ ਸੀ, ਵਲਾਦੀਮੀਰ ਲੈਨਨ ਨੇ, ਕਿ ਅਗਰ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਦੇਸ਼ ਦਾ ਭਵਿੱਖ ਵੇਖਣਾ ਵਾ ਤੇ ਉਹਨਾਂ ਦੇ ਨੌਜਵਾਨਾਂ ਦੇ ਬੁੱਲਾਂ ਦੇ ਵਿੱਚ ਕਿਹੜੇ ਕਿਹੜੇ ਗਾਣੇ ਆ, ਉਹਨਾਂ ਦੀਆਂ ਟਿਊਨਸ ਕਿਹੜੀਆਂ ਵਾ, ਜੇ ਉਹ ਮੈਨੂੰ ਦੱਸ ਦੋਗੇ ਤੇ ਮੈਂ ਉਸ ਦੇਸ਼ ਦਾ ਭਵਿੱਖ ਦੱਸਾਂਗਾ। ਇਹਦੇ ਵਿੱਚ ਕਿਸਾਨ ਅੰਦੋਲਨ 'ਚ ਪਿਛਲੇ ਸਾਲ ਸਵਾ ਸਾਲ ਤੋਂ ਦੇਖੋ ਕਿ ਸਾਡੇ ਕਲਚਰ ਦੇ ਵਿੱਚ ਕਿੰਨਾ ਡਿਫਰੈਂਸ ਆਇਆ। ਉਹ ਸਾਡਾ ਜਿਹੜਾ ਵਾ ਸੰਗੀਤ, ਆਪਣੇ ਗੀਤਕਾਰ ਸੀ ਕਿ ਲੱਚਰ ਗੀਤ ਬੋਲਦੇ ਸੀ, ਕੁੜੀਆਂ ਦੀਆਂ ਮਤਲਬ ਅਸ਼ਲੀਲ ਨਗੇਜ ਵੱਲ ਉਹ ਗਾਣੇ ਬੋਲਦੇ ਸੀ, ਤੇ ਉਹ ਸਾਰਾ ਮੋੜਾ ਹੈ ਲੋਕਾਂ ਨੇ ਰਿਜੈਕਟ ਕੀਤਾ ਉਹਨਾਂ ਦਾ ਥੀਸਿਸ ਕਿ ਅਸੀਂ ਇਹ ਨਹੀਂ। ਕਿਸਾਨ ਅੰਦੋਲਨ ਨੇ ਇੱਕ ਨਵੀਂ ਸੂਝ ਲਿਆਂਦੀ ਕਿ ਅਸੀਂ ਹੱਕ ਸੱਚ ਦੀ ਗੱਲ ਕਰੀਏ, ਅਸੀਂ ਲੜਾਈ ਵਾਲੀ ਗੱਲ ਕਰੀਏ, ਕਿ ਮਤਲਬ ਜਿਹੜੀ ਹੱਕਾਂ ਦੀ ਲੜਾਈ ਦੀ ਗੱਲ ਕਰੀਏ। ਤੇ ਉਹ ਗੀਤ ਵੀ ਵੇਖ ਲਓ ਪਿਛਲੇ ਸਮੇਂ ਦੇ ਵਿੱਚ, ਕਮਰ ਗਰੇਵਾਲ, ਨਹੀਂ ਚਲੋ ਉਹ ਤੇ ਸਾਰਾ ਕੁਝ ਅਸੀਂ ਪੋਜ਼ਿਟਿਵ ਚੀਜ਼ਾਂ ਵੇਖਦੇ। ਹੁਣ ਕੀ ਹੋਏਗਾ? ਹੁਣ ਕੀ ਹੋਏਗਾ? ਕਿਸਾਨਾਂ ਨੇ ਕਾਨੂੰਨ ਵਾਪਸ ਕਰਾਤੇ, MSP ਵੀ ਮਿਲ ਜੂਗੀ। ਹਾਂਜੀ, ਇਸ ਤੋਂ ਬਾਅਦ ਕੀ ਪੰਜਾਬ ਖੁਸ਼ਹਾਲ ਹੋ ਜਾਏਗਾ? ਕਿਸਾਨ ਖੁਦਕਸ਼ੀਆਂ ਖਤਮ ਹੋ ਜਾਣਗੀਆਂ? ਕੁਛ ਤੁਹਾਨੂੰ ਕੀ ਨਜ਼ਰ ਆਉਂਦਾ? ਪੰਜਾਬ ਦਾ ਭਵਿੱਖ ਕੀ ਨਜ਼ਰ ਆਉਂਦਾ? ਸਿਆਸੀ ਭਵਿੱਖ ਕੀ ਨਜ਼ਰ ਆਉਂਦਾ? ਤੇ ਨਾਲ ਦੀ ਨਾਲ ਆਰਥਿਕ ਤੌਰ ਤੇ ਪੰਜਾਬ ਨੂੰ ਤੁਸੀਂ ਕਿੱਥੇ ਖੜਾ ਵੇਖਦੇ ਆਉਣ ਵਾਲੇ 10 ਸਾਲਾਂ 'ਚ? ਦੇਖੋ ਇਹ ਹੈ ਕਿ ਇਹਦੇ ਨਾਲ ਇੱਕ ਬੜੀ ਤਗੜੀ ਜਿਹੜੀ ਆ ਸੂਝ ਦੀ ਲਹਿਰ ਤੇ ਬੜੀ ਜ਼ਬਰਦਸਤ ਚੱਲੀ ਹੈ ਕਿ ਲੋਕਾਂ ਦੇ ਵਿੱਚ ਚੇਤਨਾ ਦਾ ਪ੍ਰਸਾਰ ਹੋਇਆ, ਚੇਤਨਾ ਦਾ ਪੱਧਰ ਜਿਹੜਾ ਇਨਕਰੀਜ਼ ਹੋਇਆ। ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਜੇ ਕਿਸੇ ਸੰਘਰਸ਼ ਨੂੰ ਅਸੀਂ ਚੰਗੇ ਤਰੀਕੇ ਨਾਲ ਲੜਿਆ ਜਾਵੇ ਤੇ ਉਹ ਸੰਘਰਸ਼ ਅਸੀਂ ਜਿੱਤ ਵਾਲੇ ਬੰਨੇ ਲਿਜਾ ਵੀ ਸਕਦੇ ਹਾਂ। ਲੋਕਾਂ ਦੇ ਵਿੱਚ ਜਿਹੜੀ ਆਹ ਭਾਵਨਾ ਆਈ ਹੈ ਕਿ ਅਸੀਂ ਇਕੱਠੇ ਹੋ ਕੇ ਜੇ ਅਗਰ ਹੰਗਾਮਾ ਬੜਾ ਮਾਰੀਏ ਤਾਂ ਅਸੀਂ ਕੁਝ ਕਰ ਸਕਦੇ ਹਾਂ, ਤੇ ਇਹ ਚੀਜ਼ਾਂ ਦੇ ਜਿਹੜੇ ਪੋਜ਼ਿਟਿਵ ਇੰਪੈਕਟ ਬਹੁਤ ਹੋਣਗੇ। ਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਆ ਕਿ ਲੋਕਾਂ ਦੇ ਵਿੱਚ ਰਾਜਨੀਤਿਕ ਪੱਧਰ ਇੰਨੀ ਜਲਦੀ ਡਿਵੈਲਪ ਨਹੀਂ ਹੋਣ ਵਾਲਾ। ਕੱਲ ਵੇਖਿਓ ਇਲੈਕਸ਼ਨਾਂ ਹੋਣੀਆਂ ਕਾਂਗਰਸ ਦੀ, ਤੇ ਕਿਸੇ ਨੇ ਕਾਂਗਰਸ ਦੀ ਟਰਾਲੀ ਉੱਤੇ ਚੜ ਜਾਣਾ ਤੇ ਕਿਸੇ ਨੇ BJP ਦੀ ਟਰਾਲੀ ਤੇ ਚੜ ਜਾਣਾ, ਕਿਸੇ ਨੇ ਆਮ ਆਦਮੀ ਪਾਰਟੀ ਚੜ ਜਾਣਾ। ਪਰ ਆਰਥਿਕ ਸੁਧਾਰ ਤੇ ਤਾਂ ਹੀ ਹੋ ਸਕਦੇ ਆ ਨਾ ਜੇ ਉਹਨਾਂ ਨੂੰ ਸਰਕਾਰਾਂ ਚਲਾਉਣ ਵਾਲੇ, ਸਟੇਟ ਨੂੰ ਚਲਾਉਣ ਵਾਲੇ ਚੰਗੇ ਲੋਕ ਅੱਗੇ ਆਉਣ। ਆਪਾਂ ਇਸ ਗੱਲ ਤੋਂ ਕਿਨਾਰਾ ਕਰ ਰਹੀਆਂ ਨੇ ਕਿਸਾਨ ਜਥੇਬੰਦੀਆਂ ਕਿ ਅਸੀਂ ਸਿੱਧੇ ਤੌਰ ਤੇ ਪੋਲੀਟਿਕਸ ਸ਼ਾਮਲ ਨਹੀਂ ਹੋਣਾ, ਤੇ ਫਿਰ ਉਸ ਤਰ੍ਹਾਂ ਦੇ ਲੋਕ ਫਿਰ ਦੁਬਾਰਾ ਅੱਗੇ ਆਉਣਗੇ। ਉਹਦਾ ਬਦਲ ਕੀ ਉਸਾਰਿਆ ਜਾ ਸਕਦਾ? ਦੇਖੋ ਮੈਂ ਜਿਹੜਾ ਬਦਲ ਦਊਂਗਾ ਉਹ ਤੁਸੀਂ ਮੇਰੇ ਨਾਲ ਸਹਿਮਤ ਨਹੀਂ ਹੋਣਾ ਕਦੀ ਵੀ। ਨਹੀਂ ਤੁਸੀਂ ਦੱਸੋ, ਆਪਣੇ ਗੱਲ ਦੱਸ ਕੇ ਜਾਓ। ਮੈਨੂੰ ਪਤਾ ਹੈ ਤੁਸੀਂ ਨਹੀਂ ਸਹਿਮਤ ਹੋਵੋਗੇ, ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਵਾਂ। ਗੱਲ ਇਹ ਹੈ ਕਿ ਮੈਂ ਜਿਹੜਾ ਇਲੈਕਸ਼ਨ ਦਾ ਸਿਸਟਮ ਆ, ਪਾਰਲੀਮਾਨੀ ਵਾਦ ਵਾ, ਇਹਨੂੰ ਮੈਂ ਤੇ ਐਕਸੈਪਟ ਹੀ ਨਹੀਂ ਕਰਦਾ ਕਿ ਇਸ ਸਿਸਟਮ ਦੇ ਵਿੱਚ ਆਣ ਕੇ ਸਾਰੇ ਹੀ ਗਲਤਾਨ ਹੋ ਜਾਣਗੇ। ਇਹ ਕੁਝ ਦਹਾਕੇ ਜਿਹੜੇ ਅਗਰ ਇਸ ਤਰੀਕੇ ਦੇ ਅੰਦੋਲਨ ਹੀ ਲੋਕ ਜੇ ਅੰਦੋਲਨਾਂ ਲਈ ਹੀ ਰੈਡੀ ਹੋਣ। ਇੱਥੇ ਮੰਗਾਂ ਬਹੁਤ ਜ਼ਿਆਦੀਆਂ ਨੇ, ਡਿਮਾਂਡਸ ਵੀ ਬਹੁਤ ਜ਼ਿਆਦੀਆਂ। ਅੱਜ ਅਧਿਆਪਕ ਖੁਦਕਸ਼ੀਆਂ ਕਰ ਰਹੇ, ਉੱਤੇ ਤੇ ਟੈਂਕੀਆਂ ਦੇ ਉੱਤੇ ਚੜ੍ਹ ਕੇ ਛਾਲਾਂ ਮਾਰਨ ਨੂੰ ਤਿਆਰ ਨੇ, ਕਿਉਂਕਿ ਜਦੋਂ ਹੈ ਹੀ ਘਰ ਰੋਟੀ ਨਹੀਂ ਪੱਕਣ ਡਈ ਤੇ ਵਿਚਾਰੇ ਕੀ ਕਰਨਗੇ। ਇਹ ਤੇ ਮੇਰਾ ਸਵਾਲ ਹੈ ਕਿ ਆਰਥਿਕ ਖੁਸ਼ਹਾਲੀ ਲਈ ਜਿਹੜੀ ਸਾਡੀ ਸਿਆਸੀ ਜਿਹੜੀ ਪਹੁੰਚ ਆ ਉਹ ਵੀ ਤਾਂ ਦਰੁਸਤ ਹੋਣੀ ਚਾਹੀਦੀ ਹੈ ਨਾ। ਜੇ ਉੱਥੇ ਲੋਕ ਹੀ ਗਲਤ ਬਹਿ ਜਾਣਗੇ ਤੇ ਉਹ ਕਿੱਦਾਂ ਕਰਨਗੇ? ਅੱਜ ਡਾਟਾ ਆ ਰਿਹਾ ਕਿ 8 ਪੁਆਇੰਟ, ਮੈਂ ਹੁਣੇ ਇੱਥੇ ਕਰ ਰਿਹਾ ਸੀਗਾ ਕਿ 8 ਪੁਆਇੰਟ ਕਿੰਨਾ 4 ਸਾਡੀ GDP ਹੋ ਗਈ। ਤੇ GDP ਦੇ ਅੰਕੜੇ ਜੋ ਮਰਜ਼ੀ ਤੁਸੀਂ ਦਿਖਾਈ ਜਾਓ, ਇੱਕ ਪਾਸੇ ਤੁਸੀਂ ਸਾਰਾ ਭਾਰਤ ਵੇਚਣਾ ਲਾਇਆ, ਤੁਸੀਂ ਏਅਰਲਾਈਨਾਂ ਵੇਚਤੀਆਂ, ਰੇਲਵੇ ਟਰੈਕ ਤੱਕ ਵੇਚਤੇ, ਰੈਸਟ ਹਾਊਸ ਵੇਚਤੇ, ਦਰਖਤ ਵੇਚਤੇ, ਰਹਿਣ ਹੀ ਕੁਝ ਨਹੀਂ ਦਿੱਤਾ, ਤੇ ਅੰਕੜਾ ਤੁਸੀਂ ਦਿਖਾਈ ਜਾਓਗੇ। ਸਾਡੀ ਜਿਹੜੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਦੀ ਗੱਲ ਕਰਦੇ ਹੋ ਤੇ ਨੈਟ ਨੈਸ਼ਨਲ ਪ੍ਰੋਡਕਟ ਦੀ ਗੱਲ ਕਰਦੇ ਹੋ, ਇਹ ਕੋਈ ਐਵਰੇਜ ਡਾਟਾ ਜਿਹੜਾ ਵਾ ਕਿ ਮਿਹਨਤਕਸ਼ ਲੋਕਾਂ ਦੀ ਇਨਕਮ ਦਾ ਡਾਟਾ ਥੋੜਾ ਹੈਗਾ। ਇਹ ਹੈਗਾ ਵੱਡੇ ਕਾਰਪੋਰੇਟ ਸੈਕਟਰ ਦੀ। ਜੇ GDP 8.4% ਵੱਧ ਗਈ ਹੈ, ਇਹਦਾ ਮਤਲਬ ਅੰਬਾਨੀ ਅਡਾਨੀ ਦੇ ਭੰਡਾਰ 8.4% ਵਧੇ, ਉਹ ਇਨਕਰੀਜ਼ ਹੋਏ।
ਆਮ ਆਦਮੀ ਦੀ ਹਾਲਤ ਤੇ ਹੋਰ ਵੀ ਜਿਹੜੀ ਵੈਸੇ ਬਦਤਰ ਆਪਾਂ ਹੋ ਰਹੀ। ਅਸੀਂ ਕਹਿੰਦੇ ਆ ਕਿ ਭਾਰਤ ਐਗਰੀਕਲਚਰ ਸਟੇਟ ਹੈ, ਤੇ ਜਦੋਂ ਜੀਡੀਪੀ ਵਾਲੀ ਗੱਲ ਕਰਦੇ ਤੇ ਜੀਡੀਪੀ 'ਚ ਐਗਰੀਕਲਚਰ ਦਾ ਸ਼ੇਅਰ ਸਿਰਫ 4-5% ਹੀ ਰਹਿ ਬਹੁਤ ਜਾਂਦਾ, ਥੋੜ੍ਹਾ ਜੀ। ਬਹੁਤ ਮਾਮੂਲੀ ਜਿਹਾ ਸ਼ੋਅ ਕੀਤਾ ਜਾਂਦਾ। ਪ੍ਰਾਇਮਰੀ ਸੈਕਟਰ ਜਿਹੜਾ ਵਾ ਜਿਹ 'ਚ ਐਗਰੀਕਲਚਰ ਆ ਜਾਂਦਾ, ਫਿਸ਼ਰੀਜ਼ ਆ ਜਾਂਦਾ, ਪੋਲਟਰੀ ਆ ਜਾਂਦਾ, ਡੇਅਰੀ ਫਾਰਮ ਆ ਜਾਂਦਾ। ਚਲੋ ਸਾਰੇ ਐਗਰੀਕਲਚਰ ਦਾ ਹੀ ਪਾਰਟ ਨੇ। ਨਹੀਂ, ਸਾਰੇ ਕੁਝ ਐਗਰੀਕਲਚਰ ਤੇ ਕੁਝ ਅਲਾਈਡ ਐਗਰੀਕਲਚਰ, ਹਾਂਜੀ, ਅਲਾਈਡ ਐਗਰੀਕਲਚਰ ਕਹਿ ਸਕਦੇ ਤੇ ਇਹ ਸਾਰੇ ਜਿਹੜੇ ਆ ਇਹਨਾਂ ਦਾ ਤੇ ਕੰਟਰੀਬਿਊਸ਼ਨ ਹੀ ਬੜਾ ਥੋੜਾ। ਜੀਡੀਪੀ ਦੇ ਵਿੱਚ ਸਭ ਤੋਂ ਜ਼ਿਆਦਾ ਤੇ ਐਨਐਨਪੀ ਜਿਹੜੀ ਨੈਟ ਨੈਸ਼ਨਲ ਪ੍ਰੋਡਕਟ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਹੈਗਾ ਆ ਜਿਹੜੀ ਫੈਕਟਰੀਆਂ ਦੇ ਵਿੱਚ ਜਿਹੜੀ ਉਹਨਾਂ ਦੀ ਪ੍ਰੋਫਿਟ ਹੋ ਰਿਹਾ ਵਾ, ਜਿਹੜੇ ਕਾਰਪੋਰੇਟ ਸੈਕਟਰ, ਅਲਟੀਮੇਟਲੀ ਕਾਰਪੋਰੇਟ ਸੈਕਟਰ ਦਾ ਜਿਹੜਾ ਪ੍ਰੋਫਿਟ ਹੋ ਰਿਹਾ, ਇਨਡਾਇਰੈਕਟਲੀ ਕਹਿ ਲਓ ਜਿਹੜੀ ਮਜ਼ਦੂਰ ਦੀ ਲੁੱਟ ਹੋ ਰਹੀ ਹੈ, ਮਜ਼ਦੂਰ ਦੀ ਜਿਹੜੀ ਲੁੱਟ ਹੋ ਰਹੀ ਆ, ਉਹ ਫੈਕਟਰ ਜਿਹੜਾ ਉਹ ਬੜਾ ਸੀਰੀਅਸ ਹੈ ਔਰ ਬੜਾ ਵੱਡਾ ਹੈ। ਅੱਜ ਸਮਾਂ ਕਿ ਪੰਜਾਬ ਦੇ ਵਿੱਚ ਕਿਸਾਨ ਵੀ ਇਹ ਹਕੀਕਤ ਨੂੰ ਸਮਝਣ, ਤੇ ਬਾਕੀ ਲੋਕ ਜਿਹੜੇ ਭਾਰਤ ਤੋਂ ਦੂਰ ਵੀ ਅਸੀਂ ਲੋਕ ਬੈਠੇ ਆ, ਜਿਹੜੀਆਂ ਜ਼ਮੀਨੀ ਹਕੀਕਤਾਂ ਨੇ ਉਹਨਾਂ ਨੂੰ ਸਮਝੀਏ, ਤੇ ਜਿਹੜਾ ਸਾਡਾ ਮਜ਼ਦੂਰ ਵਰਗ ਹੈ ਜਿਹੜਾ ਬਹੁਤ ਜ਼ੁਲਮ ਦੀ ਚੱਕੀ ਪੀ ਰਿਹਾ ਕਿਸਮ ਦਾ, ਉਹਦਾ ਵੀ ਆਪਾਂ ਸਾਥ ਦਈਏ, ਉਹਦਾ ਹੱਥ ਫੜੀਏ, ਉਹਨੂੰ ਆਪਣੇ ਨਾਲ ਲੈ ਕੇ ਚੱਲੀਏ। ਮੇਰੇ ਖਿਆਲ ਅੱਜ ਦੇ ਪ੍ਰੋਗਰਾਮ ਦਾ ਇਹੀ ਸਾਡਾ ਸੰਦੇਸ਼ ਹੋਣਾ ਚਾਹੀਦਾ। ਤੁਸੀਂ ਆਏ, ਬਹੁਤ ਧੰਨਵਾਦ ਤੁਹਾਡਾ। ਬਹੁਤ ਸਾਰੇ ਹੀ ਲੋਕਾਈ ਨੂੰ, ਸਾਰੇ ਹੀ ਬੇਨਤਕਸ਼ ਲੋਕਾਂ ਨੂੰ ਇਹੋ ਹੀ ਉਹਨਾਂ ਦੇ ਅੱਗੇ ਅਰਦਾਸ ਕਰਦੇ ਆ ਕਿ ਤੁਸੀਂ ਆਪਣੇ ਹੱਕਾਂ ਦੇ ਲਈ ਲੜੋ। ਮੈਂ ਅਖੀਰ ਤੇ 2 ਲਾਈਨਾਂ ਕਹਿਣਾ ਚਾਹੁੰਦਾ ਵਾਂ ਕਿ ਮੈਂ ਕਬਰਸਤਾਨ ਦੇ ਵਿੱਚ ਉਹ ਵੀ ਲਾਸ਼ਾਂ ਵੇਖੀਆਂ, ਉਹਨਾਂ ਲੋਕਾਂ ਦੀਆਂ ਲਾਸ਼ਾਂ ਵੀ ਵੇਖੀਆਂ ਕਿ ਜਿਹੜੇ ਮਰਨ ਦੀ ਖਾਤਰ, ਕਿਉਂਕਿ ਮਰ ਨਾ ਜਾਈਏ, ਉਹਨਾਂ ਨੇ ਹੱਕਾਂ ਦੀ ਖਾਤਰ ਲੜਿਆ ਹੀ ਨਹੀਂ, ਪਰ ਮਰ ਉਹ ਵੀ ਗਏ ਸੀ। ਅੱਜ ਸਾਡੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ 700 ਜਿਹੜਾ ਸ਼ਹੀਦ ਹੋ ਗਿਆ ਵਾ, ਉਹ ਵੀ ਗਏ ਹੈ, ਤੇ ਉਹ ਵੀ ਉਹਨਾਂ ਦੀ ਡੈਥ ਹੋ ਗਈ, ਪਰ ਉਹਨਾਂ ਦਾ ਨਾਂ ਜਿਹੜਾ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਕਿਸਾਨਾਂ ਦਾ। ਤੇ ਜਿਹੜੇ ਆਂਦੇ ਸੀ ਲੜਾਂਗੇ, ਅਸੀਂ ਮਰ ਨਾ ਜਾਈਏ, ਤੇ ਤਾਂ ਕਰਕੇ ਅਸੀਂ ਹੱਕਾਂ ਦੀ ਖਾਤਰ ਨਹੀਂ ਲੜਨਾ। ਤੇ ਉਹ ਕੋਈ ਮਰ ਗਿਆ ਕੋਵਿਡ ਦੇ ਨਾਲ ਮਰ ਗਿਆ, ਤੇ ਕੋਈ ਕਿਸੇ ਬਿਮਾਰੀ ਦੇ ਨਾਲ ਮਰ ਗਿਆ, ਤੇ ਕੋਈ ਕਿਸੇ ਚੀਜ਼ ਦੇ ਨਾਲ ਮਰ ਗਿਆ, ਕਿਉਂਕਿ ਘਰ ਬੈਠੇ ਰਹੇ, ਉਹ ਲੜੇ ਲੁੜੇ ਤੇ ਕਿਸੇ ਨਾਲ ਨਹੀਂ, ਪਰ ਮੌਤਾਂ ਉਹਨਾਂ ਦੀਆਂ ਵੀ ਹੋ ਗਈਆਂ। ਜੀ ਬਿਲਕੁਲ, ਸੰਦੇਸ਼ ਇਹੀ ਆ ਕਿ ਆਪਣੇ ਨਿੱਜ ਤੋਂ ਉੱਪਰ ਸੋਚੀਏ ਥੋੜਾ ਜਿਹਾ। ਕੱਲਾ ਆਪਣੇ ਲਈ ਜੀਣਾ ਕੋਈ ਜੀਣਾ ਨਹੀਂ ਹੁੰਦਾ, ਸਮਾਜ ਲਈ, ਆਪਣੇ ਆਲੇ ਦੁਆਲੇ ਜੋ ਕੁਝ ਵਾਪਰ ਰਿਹਾ ਉਹਦੇ ਵਿੱਚ ਅਸੀਂ ਵੀ ਆਪਣਾ ਜਿਹੜਾ ਯੋਗਦਾਨ ਉਹਨੂੰ ਪਾਈਏ, ਪੋਜ਼ਿਟਿਵ ਥਿੰਕਿੰਗ ਦੇ ਨਾਲ, ਕਿਸੇ ਦੀ ਹੈਲਪ ਕਰਕੇ, ਕਿਸੇ ਸੰਘਰਸ਼ ਵਿੱਚ ਹਿੱਸਾ ਪਾ ਕੇ ਜੋ ਕੁਝ ਕਰ ਸਕਦੇ ਆ। ਕੋਈ ਵਿਚਾਰਾਂ ਦਾ ਸਹਿਯੋਗ ਦੇ ਸਕਦਾ, ਕੋਈ ਫਿਜ਼ੀਕਲ ਉੱਤੇ ਸ਼ਾਮਲ ਹੋਇਆ, ਜਿਸ ਤਰ੍ਹਾਂ ਦਾ ਵੀ ਹੈਗਾ, ਉਹਦੇ ਵਿੱਚ ਅਸੀਂ ਜ਼ਰੂਰ ਆਪਾਂ ਸ਼ਾਮਲ ਹੋਈਏ। ਸਿਰਫ ਆਪਣਾ ਪਰਿਵਾਰ 4 ਜੀਆਂ ਨੂੰ ਰੋਟੀ ਕਮਾ ਕੇ ਦੇਣਾ ਹੀ ਜ਼ਿੰਦਗੀ ਦਾ ਨਾਂ ਨਹੀਂ ਹੈ, ਜ਼ਿੰਦਗੀ ਇਸ ਤੋਂ ਪਰੇ ਵੀ ਹੈ। ਉਹ ਉਹਨਾਂ ਤੱਕ ਵੀ ਅਸੀਂ ਪਹੁੰਚੀਏ ਜਿਨ੍ਹਾਂ ਨੂੰ ਸਾਡੀ ਲੋੜ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।